ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਤੇ ਮੈਂ ਹਰਜੀਤ ਗਿੱਲ ਟੋਰਾਂਟੋ ਸਟੂਡੀਓ ਤੋਂ ਹਾਜ਼ਰ ਹੋ ਗਿਆ ਜੀ ਤੁਹਾਡੇ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ। ਅੱਜ ਮੇਰੇ ਨਾਲ ਸਾਡੇ ਮਹਿਮਾਨ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਨੀ ਆ। ਇੱਕ ਜਾਣੀ ਪਛਾਣੀ ਸ਼ਖਸੀਅਤ ਸਾਡੇ ਚੈਨਲ ਤੇ ਪਹਿਲੀ ਵਾਰ ਇਹ ਆ ਰਹੇ ਨੇ, ਸ਼੍ਰੀ ਰਕੇਸ਼ ਕੁਮਾਰ ਸੁਨਾਮ, ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਬਹੁਤ ਸਾਰੀਆਂ ਗੱਲਾਂ 'ਚ ਉਹਨਾਂ ਦੀ ਸ਼ਖਸੀਅਤ ਬਾਰੇ ਅਸੀਂ ਜਿਹੜੀ ਆ ਉਹ ਪੂਰੀ ਜਾਣਕਾਰੀ ਉਹਨਾਂ ਦੇ ਕੋਲੋਂ ਹੀ ਲਵਾਂਗੇ ਔਰ ਆਪਣੇ ਦਰਸ਼ਕਾਂ ਦੇ ਰੂਬਰੂ ਉਹਨਾਂ ਨੂੰ ਕਰਾਵਾਂਗੇ। ਸਭ ਤੋਂ ਪਹਿਲਾਂ ਤਾਂ ਰਕੇਸ਼ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਵੀ ਕਰਦੇ ਹਾਂ, ਤੁਹਾਨੂੰ ਜੀ ਆਇਆਂ ਕਹਿੰਦੇ ਹਾਂ। ਤੁਹਾਡਾ ਧੰਨਵਾਦ ਵੀ ਪਹਿਲਾਂ ਹੀ ਮੈਂ ਕਰਦਾ ਕਿ ਤੁਸੀਂ ਸਮਾਂ ਕੱਢਿਆ ਸਾਡੇ ਲਈ ਔਰ ਇਹ ਗੱਲਾਂ ਬਾਤਾਂ ਕਰਨ ਲਈ ਸਾਨੂੰ ਮੌਕਾ ਦਿੱਤਾ। ਤੁਹਾਡਾ ਬਹੁਤ ਸ਼ੁਕਰੀਆ ਜੀ, ਧੰਨਵਾਦ। ਟੀਵੀ ਪੰਜਾਬੀ ਦੁਨੀਆ ਦੇ ਦਰਸ਼ਕਾਂ ਦਾ ਮੇਰੇ ਵੱਲੋਂ ਸਭ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ, ਸਲਾਮ ਜੀ। ਸ਼ਹੀਦ ਦੇ ਨਗਰ 'ਚ ਤੁਸੀਂ ਰਹਿੰਦੇ ਹੋ ਸੁਨਾਮ। ਜਦੋਂ ਸੁਨਾਮ ਦਾ ਨਾਂ ਸੁਣਦੇ ਆ ਨਾ ਜੀ ਤੇ ਰਾਮ ਮੁਹੰਮਦ ਸਿੰਘ ਆਜ਼ਾਦ ਸ਼ਬਦ ਸਾਡੇ ਸਾਹਮਣੇ ਆਉਂਦਾ। ਵੈਸੇ ਇਹ ਤੇ ਗੱਲਾਂ ਆਪਾਂ ਅੱਗੇ ਚੱਲ ਕੇ ਕਰਦੇ ਹਾਂ ਔਰ ਜਿਹੜੇ ਲੋਕਾਂ ਦੇ ਮਨਾਂ ਵਿੱਚ, ਲੋਕਾਂ ਦੇ ਜ਼ਿਹਨ ਵਿੱਚ ਕੁਝ ਇੱਕ ਨਾਂ ਨੇ ਵੱਡੇ ਸ਼ਹੀਦਾਂ ਦੇ, ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਤੇ ਸ਼ਹੀਦ ਊਧਮ ਸਿੰਘ। ਉਹਨਾਂ ਬਾਰੇ ਤੁਸੀਂ ਕੰਮ ਕੀਤਾ ਲਾਈਫ ਦੇ ਵਿੱਚ, ਮੈਨੂੰ ਦੱਸਿਆ ਤੁਸੀਂ ਆਫ ਦੀ ਏਅਰ, ਤੇ ਉਹ ਇੱਕ ਐਡੀ ਵੱਡੀ ਦੇਣ ਹੁੰਦੀ ਆ ਸਮਾਜ ਨੂੰ ਕਿ ਉਹਨਾਂ ਲੋਕਾਂ ਦੇ ਜੀਵਨ ਤੋਂ ਕੋਈ ਹੋਰ ਪ੍ਰੇਰਨਾ ਲੈ ਸਕੇ। ਇਹ ਬਹੁਤ ਵੱਡੀ ਇੱਕ ਕੰਟਰੀਬਿਊਸ਼ਨ ਹੈ ਜਿਹੜੀ ਤੁਸੀਂ ਕੀਤੀ ਆ। ਤੇ ਪਹਿਲਾਂ ਤਾਂ ਮੈਂ ਤੁਹਾਡੀਆਂ ਇਹ ਸਾਰੀਆਂ ਕੰਟਰੀਬਿਊਸ਼ਨ ਨੂੰ ਰੈਕੋਗਨਾਈਜ਼ ਕਰਦੇ ਹੋਏ ਅਸੀਂ ਤੁਹਾਡੇ ਵਰਗੇ ਲੋਕਾਂ ਨੂੰ ਸਲੂਟ ਕਰਦੇ ਹਾਂ ਜੀ ਕਿ ਤੁਸੀਂ ਇਸ ਜਿਹੜੀ ਪਦਾਰਥਵਾਦੀ ਯੁੱਗ ਹੈ, ਜਦੋਂ ਲੋਕ ਆਪਣੇ ਦੋ ਨਿਆਣਿਆਂ ਨੂੰ ਕੈਨੇਡਾ ਅਮਰੀਕਾ ਭੇਜਣ ਲਈ ਜਾਂ ਡਾਕਟਰੀ ਇੰਜੀਨੀਅਰਿੰਗ ਕਰਾਉਣ ਲਈ ਹੀ ਜੂਝ ਮਰਦੇ ਨੇ ਤੇ ਉਹਨਾਂ ਨੂੰ ਦੁਨੀਆ ਦੀ ਕੋਈ ਸਾਰ ਨਹੀਂ ਹੁੰਦੀ। ਤੇ ਇਹਨਾਂ ਸਮਿਆਂ 'ਚ ਜੇ ਕੋਈ ਵਿਅਕਤੀ ਆਪਣੇ ਪਰਿਵਾਰ 'ਚੋਂ ਕੋਈ ਸਮਾਂ ਕੱਢ ਕੇ ਤਿਆਗ ਕਰਕੇ ਲੋਕਾਂ ਲਈ ਕੁਝ ਕਰਦਾ ਤਾਂ ਉਹ ਇੱਕ ਇਹੋ ਜਿਹੀ ਕੰਟਰੀਬਿਊਸ਼ਨ ਆ ਜਿਹਦਾ ਬਹੁਤ ਜ਼ਿਆਦਾ ਸਵਾਗਤ ਕਰਨਾ ਬਣਦਾ। ਮੈਂ ਇਸੇ ਕਰਕੇ ਕਹਿ ਰਿਹਾ ਕਿ ਤੁਹਾਡੇ ਵਰਗੇ ਲੋਕਾਂ ਨੂੰ ਸਾਨੂੰ ਜਿਹੜਾ ਜੀ ਨਮਨ ਹੈ ਕਿ ਤੁਸੀਂ ਲੋਕ ਹੈਗੇ ਹੋ ਤੇ ਸਮਾਜ ਜਿਹੜਾ ਉਹ ਹੈ ਜੀ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ। ਹਾਂਜੀ ਸੋ ਰਕੇਸ਼ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ, ਤੁਸੀਂ ਸੁਨਾਮ ਹੀ ਰਹਿੰਦੇ ਹੋ? ਬਿਲਕੁਲ ਜੀ, ਮੈਂ ਸੁਨਾਮ ਰਹਿਣਾ ਜੀ। ਤੇ ਇੱਥੇ ਪੈਦਾ ਹੋਏ, ਤੁਹਾਡਾ ਜੱਦੀ ਸ਼ਹਿਰ ਹੈ ਜੀ, ਕਸਬਾ ਹੈ? ਬਿਲਕੁਲ ਜੀ, ਮੇਰਾ ਬਰਥ ਸੁਨਾਮ ਊਧਮ ਸਿੰਘ ਵਾਲੇ ਦਾ ਹੀ ਹੈ ਜੀ, ਮੈਂ ਇੱਥੋਂ ਦੀ ਪ੍ਰੋਪਰ ਰਹਿਣ ਵਾਲਾ ਸ਼ਹਿਰ। ਬਹੁਤ ਵਧੀਆ ਗੱਲ ਹੈ ਜੀ, ਬੜੇ ਚੰਗੇ ਭਾਗਾਂ ਵਾਲੇ ਹੋ ਕਿ ਇੱਕ ਉਹ ਵਿਅਕਤੀ ਜਿਹਨੇ ਦੇਸ਼ ਲਈ ਬਹੁਤ ਲਾ ਮਿਸਾਲ ਕੁਰਬਾਨੀ ਕੀਤੀ ਆ, ਉਹਦੇ ਨਗਰ ਵਿੱਚ ਤੁਸੀਂ ਹੋ ਤੇ ਤੁਸੀਂ ਉਹਨਾਂ ਨੂੰ ਯਾਦ ਵੀ ਰੱਖਿਆ ਹੋਇਆ। ਵੱਡੀ ਗੱਲ ਇਹ ਆ, ਆਪਾਂ ਬਹੁਤ ਜਲਦੀ ਭੁੱਲ ਜਾਂਦੇ ਆ। ਸਾਡੇ ਲੋਕ ਜਿਹੜੇ ਆ ਉਹਨਾਂ ਸ਼ਹੀਦਾਂ ਨੂੰ ਉਹਨਾਂ ਦਿਨਾਂ 'ਚ ਯਾਦ ਕਰਦੇ ਆ ਜਿੱਦਣ ਉਹਨਾਂ ਦੀ ਕੋਈ ਦਿਨ ਦਿਹਾੜ ਆਉਂਦਾ। ਵੈਸੇ ਵੇਖਿਆ ਜਾਵੇ ਤੇ ਜੋ ਅਸੀਂ ਨਿੱਘ ਮਾਣ ਰਹੇ ਹਾਂ ਆਜ਼ਾਦੀ ਦਾ, ਜਿਹੋ ਜਿਹੀ ਵੀ ਹੈ ਅੱਧੀ ਅਧੂਰੀ, ਜਿਸ 'ਤੇ ਸਾਨੂੰ ਬੜੇ ਇਤਰਾਜ਼ ਵੀ ਨੇ, ਉਹ ਉਹਨਾਂ ਦੀ ਬਦੌਲਤ ਹੀ ਅਸੀਂ ਲੈ ਸਕੇ, ਨਹੀਂ ਤੇ ਸ਼ਾਇਦ ਅਸੀਂ ਉਹ ਬਸਤੀਵਾਦੀ ਯੁੱਗ ਦੇ ਜੂਲੇ 'ਚੋਂ ਆਜ਼ਾਦ ਨਾ ਹੋ ਸਕਦੇ ਜੀ। ਹਾਂਜੀ ਹਾਂਜੀ, ਦੱਸੋ ਜੀ। ਹਾਂਜੀ ਰਕੇਸ਼ ਜੀ, ਥੋੜ੍ਹਾ ਜਿਹਾ ਦੱਸੋ, ਪਹਿਲਾਂ ਆਪਣੇ ਜੀਵਨ ਬਾਰੇ ਥੋੜ੍ਹਾ ਜਿਹਾ ਦੱਸੋ। ਤੁਸੀਂ ਸੁਨਾਮ 'ਚ ਹੀ ਪੈਦਾ ਹੋਏ ਦੱਸਿਆ, ਤੇ ਕਿੱਥੋਂ ਸਫ਼ਰ ਸ਼ੁਰੂ ਕੀਤਾ ਤੇ ਕਿਵੇਂ ਅੱਗੇ ਜ਼ਿੰਦਗੀ ਦੇ ਇਸ ਪੜਾਅ 'ਤੇ ਪਹੁੰਚੇ ਹੋ ਜੀ? ਥੋੜ੍ਹੀ ਜਿਹੀ ਜ਼ਿੰਦਗੀ ਆਪਣੇ ਬਾਰੇ ਥੋੜ੍ਹਾ ਤੁਸੀਂ ਖੁਦ ਦੱਸ ਕੇ ਸਾਡੇ ਦਰਸ਼ਕਾਂ ਨਾਲ ਪਾਓ ਸਾਂਝ। ਚਲੋ ਮੈਂ ਦੱਸ ਦੇਵਾਂ, ਮੈਂ ਸੁਨਾਮ ਦਾ ਜੰਮਪਲ ਹਾਂ। ਉਸ ਤੋਂ ਬਾਅਦ ਮੈਂ ਸਿਵਲ ਇੰਜੀਨੀਅਰਿੰਗ ਦਾ ਫਗਵਾੜੇ ਤੋਂ ਡਿਪਲੋਮਾ ਕੀਤਾ। ਫਿਰ ਮੈਂ ਕੰਪੀਟੀਸ਼ਨ ਰਾਹੀਂ ਰੇਲਵੇ ਜੁਆਇਨ ਕੀਤੀ ਤੇ ਪੜ੍ਹਾਈ ਦੌਰਾਨ ਵੀ ਥੋੜ੍ਹਾ ਮੋਟਾ ਮੈਂ ਪੰਜਾਬ ਸਟੂਡੈਂਟ ਯੂਨੀਅਨ ਦਾ ਲਿਟਰੇਚਰ ਵਗੈਰਾ ਪੜ੍ਹਦਾ ਸੀ। ਹਾਂਜੀ। ਤੇ ਲੇਕਿਨ ਰੇਲਵੇ ਜੁਆਇਨ ਕਰਨ ਤੋਂ ਬਾਅਦ ਮੈਨੂੰ ਪੜ੍ਹਨ ਦਾ ਸ਼ੌਕ ਹੋ ਗਿਆ। 1 ਸਾਲ ਬਾਅਦ ਹੀ ਕੁਝ ਇਹੋ ਜਿਹੇ ਦੋਸਤ ਮਿੱਤਰ ਮਿਲ ਗਏ, ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰਤੀਆਂ। ਜਿਉਂ ਪੜ੍ਹਨ ਲੱਗੇ ਤਾਂ ਐਂ ਲੱਗਿਆ ਵੀ ਆਪਾਂ ਨੂੰ ਤਾਂ ਆਉਂਦਾ ਹੀ ਕੁਛ ਨਹੀਂ। ਜਿਉਂ ਪੜ੍ਹੀ ਗਏ ਤਾਂ ਬਸ ਫਿਰ ਪੜ੍ਹੀ ਗਏ। ਫਿਰ ਐਂ ਲੱਗਣ ਲੱਗੇ ਥੋੜ੍ਹਾ ਜਿਹਾ ਵੀ ਰੇਲਵੇ ਦੇ ਵਿੱਚ ਵੀ ਆਪਾਂ ਇਹ ਆਪਣਾ ਯਾਨੀ ਕਿ ਫੀਲਡ ਠੀਕ ਨਹੀਂ ਹੈ ਚੁਣਿਆ। ਤੇ ਉਸ ਤੋਂ ਬਾਅਦ ਚਲੋ ਐਂ ਸੀਗਾ ਵੀ ਨੌਕਰੀ ਕਰਨੀ ਹੈ ਰੋਟੀ ਵਾਸਤੇ, ਫਿਰ ਤੇ ਉਧਰ ਚੱਲੀ ਗਿਆ ਕੰਮ। ਚਲੋ ਇੱਕ ਤਾਂ ਮੈਂ ਆਪਣੀ ਰੇਲਵੇ ਦੇ ਵਿੱਚ ਮੈਂ ਇਹ ਦੱਸਦਾ ਕਿ ਮੈਂ ਮਤਲਬ ਕਿ 31 ਸਾਲ ਦੀ ਸਰਵਿਸ ਤੋਂ ਬਾਅਦ ਮੈਂ BRS ਲਿੱਤੀ ਹੈ ਤੇ ਮੈਂ ਰੇਲਵੇ ਦੀ ਸਾਰੀ ਸਰਵਿਸ ਦੇ ਵਿੱਚ ਮਤਲਬ ਕਰੋੜਾਂ ਰੁਪਏ ਦੀਆਂ ਠੇਕੇਦਾਰ ਨੂੰ ਪੇਮੈਂਟਾਂ ਕੀਤੀਆਂ। ਮੈਂ ਇੱਕ ਵੀ ਪੈਸਾ ਕਿਸੇ ਤੋਂ ਰਿਸ਼ਵਤ ਤੇ ਮਤਲਬ ਕਿ ਚਾਹ ਦਾ ਕੱਪ ਤੱਕ ਨਹੀਂ ਪੀਤਾ। ਕਈ ਮੇਰੇ ਇੰਕਰੀਮੈਂਟ ਬੰਦ ਰਹੇ, ਮੇਰੇ ਕਈ ਕ੍ਰਿਮੀਨਲ ਕੇਸ ਵੀ ਮੇਰੇ ਤੇ ਹੋਏ ਸੀ ਠੇਕੇਦਾਰਾਂ ਦੇ। ਤੇ ਉਸ ਤੋਂ ਬਾਅਦ ਉਸੇ ਦੌਰਾਨ ਹੀ ਮੈਂ ਰੇਲਵੇ ਦੇ ਵਿੱਚ ਮੈਂ ਜ਼ਮੀਨਾਂ ਤੇ ਕੰਮ ਕੀਤਾ। ਤੇ ਇਸ ਵੇਲੇ ਮੈਂ ਬਰੀਫ 'ਚ ਦੱਸ ਦੇਵਾਂ ਕਿ ਮੇਰੇ ਸਾਰੇ ਭਾਰਤ 'ਚ ਸਭ ਤੋਂ ਜ਼ਿਆਦਾ ਮੇਰੇ ਰੇਲਵੇ 'ਚ ਇਨਾਮ ਨੇ। 3 ਨੈਸ਼ਨਲ ਅਵਾਰਡ ਨੇ। ਇੱਕ ਮੈਨੂੰ ਸਭ ਤੋਂ ਵੱਡਾ ਅਵਾਰਡ ਸਾਡੇ ਹੁੰਦਾ, ਜਿਸ ਤਰ੍ਹਾਂ ਫੌਜ ਦੇ ਵਿੱਚ ਪਰਮਵੀਰ ਚੱਕਰ ਹੁੰਦਾ, ਇਸ ਤਰ੍ਹਾਂ ਸਾਡੇ ਰੇਲਵੇ ਦੇ ਵਿੱਚ ਉਤਕ੍ਰਿਸ਼ਟ ਸੇਵਾ ਮੈਡਲ ਹੁੰਦਾ। ਉਹ ਮੈਨੂੰ 2009 ਦੇ ਵਿੱਚ ਕਲਕੱਤਾ ਦੇ ਵਿੱਚ ਮਿਲਿਆ ਸੀ।
ਜੀ ਤੇ ਮੇਰੀਆਂ ਜਿਹੜੀਆਂ ਜ਼ਮੀਨਾਂ ਤੇ ਕਿਤਾਬਾਂ ਸਾਰੇ ਭਾਰਤ 'ਚ ਚੱਲਦੀਆਂ ਨੇ, 2 ਇੰਗਲਿਸ਼ 'ਚ ਨੇ, ਰੇਲਵੇ ਲੈਂਡ ਮੈਨੇਜਮੈਂਟ ਤੇ, ਮੈਂ ਇੰਡੀਆ ਦਾ ਐਕਸਪਰਟ ਹਾਂ। ਤੇ ਬੰਗਲਾਦੇਸ਼ ਮਿਨਿਸਟਰੀ ਨੇ ਮੰਗਾਈ, IIM ਅਹਿਮਦਾਬਾਦ, ਸਾਰੇ ਰੇਲਵੇ ਇੰਸਟੀਟਿਊਸ਼ਨ ਦੇ ਵਿੱਚ ਪੜ੍ਹੀਆਂ ਜਾਂਦੀਆਂ। ਮੈਂ ਉਹਦੇ ਵਿੱਚ ਇਹ ਗੱਲ ਲੈ ਕੇ ਆਉਂਦੀ ਸੀ ਕਿ ਰੇਲਵੇ ਜ਼ਮੀਨਾਂ ਤੇ ਕਰੋੜਾਂ ਰੁਪਏ ਕਿਸ ਤਰ੍ਹਾਂ ਕਮਾ ਸਕਦੀ ਹੈ। ਮੈਂ ਪ੍ਰੈਕਟੀਕਲੀ ਇੰਪਲੀਮੈਂਟ ਕਰਕੇ ਦਿਖਾਇਆ ਸੀ ਇਹ ਗੱਲ। ਤੇ ਉਸ ਤੋਂ ਬਾਅਦ ਮੇਰੀਆਂ ਜਿਹੜੀਆਂ ਕੁੱਲ ਹੁਣ ਤੱਕ ਮੈਂ 13 ਕਿਤਾਬਾਂ ਲਿਖ ਚੁੱਕਿਆ, ਜਿਹਦੇ ਵਿੱਚ ਸਾਕਾ ਫੇਰੂ ਸ਼ਹਿਰ ਗਦਰ ਪਾਰਟੀ ਦੇ ਉਹਦੇ ਤੇ ਹੈ, ਤੇ ਇੱਕ ਗਦਰ ਪਾਰਟੀ ਦੇ ਸਹਿਤ ਬਗਾਵਤ ਦੀ ਚੰਗਿਆੜੀ, ਇੱਕ ਭਗਤ ਸਿੰਘ ਹੋਰਾਂ ਦਾ ਫਿਰੋਜ਼ਪੁਰ ਦੇ ਵਿੱਚ ਗੁਪਤ ਟਿਕਾਣਾ, ਉਹ ਮੇਰੀ ਖੋਜ ਹੈ। ਤੇ ਉਸ ਤੋਂ ਬਾਅਦ ਮਤਲਬ ਕਿ ਪੰਜਾਬ ਸਰਕਾਰ ਨੇ ਉਸ ਨੇ ਨੋਟਿਸ ਲੈਂਦੇ ਮੇਰੀ ਖੋਜ ਨੂੰ ਮੰਨਦੇ ਪ੍ਰੋਟੈਕਟ ਮੋਨੂਮੈਂਟ ਕਲੀਅਰ ਕਰਤਾ। ਸਾਡਾ ਹਾਲੇ ਵੀ ਐਜੀਟੇਸ਼ਨ ਚੱਲ ਰਿਹਾ ਕਿ ਸਰਕਾਰ ਜਲਦੀ ਇਹਨੂੰ ਟੇਕ ਓਵਰ ਕਰਕੇ ਮਿਊਜ਼ੀਅਮ ਤੇ ਲਾਇਬ੍ਰੇਰੀ ਬਣਾਵੇ। ਤੇ ਉਸ ਤੋਂ ਬਾਅਦ ਮੈਂ ਗਾਂਧਾ ਸਿੰਘ ਕੱਚਰਪਾਨ ਤੇ ਮੇਰਾ ਕੰਮ ਹੈ, ਤੇ ਉਹ ਇੱਕ ਇਹੋ ਜਿਹੇ ਕਿਰਦਾਰ ਰਹੇ ਆ ਗਦਰ ਲਹਿਰ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਹੈ ਤੇ ਇਗਨੋਰਡ ਰਹੇ ਆ ਪੂਰੇ ਰੂਪ। ਤੇ ਉਸ ਤੋਂ ਬਾਅਦ ਬੀਬੀ ਗੁਲਾਬ ਕੌਰ ਤੇ ਮੇਰੀ ਕਿਤਾਬ ਹੈ, ਉਹ ਵੀ ਖੋਜੀ ਕਿਤਾਬ ਹੈ। ਤੇ ਸ਼ਹੀਦ ਊਧਮ ਸਿੰਘ ਬਾਰੇ ਮੇਰੀਆਂ 3 ਕਿਤਾਬਾਂ ਤੇ ਇੱਕ ਨਾਟਕ ਨੇ ਸਾਰੀਆਂ। ਪਰ ਮੈਂ ਜ਼ਿਆਦਾ ਮੇਰਾ ਕੰਮ ਖੋਜੀ ਕੰਮ ਹੈ, 7 ਟੌਪਿਕ ਤੇ ਮੇਰਾ ਕਿਹਾ ਜਾ ਸਕਦਾ ਖੋਜੀ ਕੰਮ ਹੈ ਜੀ। ਬਸ ਮੈਂ ਇਸ ਕਰਕੇ ਹੀ ਪਹਿਲੇ 5 ਸਾਲ ਮੇਰੇ ਸਰਵਿਸ 'ਚ ਰਹਿੰਦੇ ਸੀਗੇ, ਮੈਨੂੰ ਇਹ ਲੱਗਦਾ ਸੀਗਾ ਵੀ ਖਾਣੀਆਂ ਤਾਂ 2 ਰੋਟੀਆਂ ਹੀ ਹੈ। ਬਸ ਮੈਂ BRS ਲੈ ਕੇ ਹੁਣ ਫੁੱਲ ਟਾਈਮ ਰਾਈਟਰ ਹਾਂ। ਤੇ ਉਸ ਤੋਂ ਬਾਅਦ ਮੈਂ ਮੇਰੀਆਂ 2 ਕਿਤਾਬਾਂ ਉਸ ਤੋਂ ਬਾਅਦ ਹੀ ਆਈਆਂ, ਹੁਣ 2 ਸਾਲ ਹੋ ਗਏ ਮਤਲਬ ਕਿ BRS ਲਿੱਤੇ ਨੂੰ। ਬਹੁਤ ਚੰਗਾ ਲੱਗਾ ਰਕੇਸ਼ ਜੀ, ਤੁਹਾਡੀ ਜੀਵਨ ਦੇ ਸੰਘਰਸ਼ ਬਾਰੇ ਜਾਣ ਕੇ ਬਹੁਤ ਚੰਗਾ ਲੱਗਾ। ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੋਈ, ਤੁਸੀਂ ਜਿਵੇਂ ਦੱਸਿਆ ਹੈ ਕਿ ਇੱਕ ਇਮਾਨਦਾਰ ਅਫਸਰ ਵਜੋਂ ਤੁਸੀਂ ਸੇਵਾ ਸਾਰੀ ਉਮਰ ਕੀਤੀ ਆ। ਕਿਉਂਕਿ ਜਦੋਂ ਮੈਂ ਪਹਿਲਾਂ ਥੋੜ੍ਹਾ ਜਿਹਾ ਤੁਹਾਨੂੰ ਇੱਥੇ ਇਹ ਵੀ ਦੱਸ ਦਿਆਂ ਕਿ ਆਪਣਾ ਇੱਕ ਸਾਂਝ ਹੋਰ ਵੀ ਆ। ਬੇਸਿਕਲੀ ਮੈਂ ਵੀ ਸਿਵਲ ਇੰਜੀਨੀਅਰ ਹਾਂ, ਅਤੇ ਮੈਂ ਪੰਜਾਬ PWD ਵਿੱਚੋਂ SDO ਦੀ ਨੌਕਰੀ ਤੋਂ ਕਰਕੇ ਮੈਂ ਵੀ ਤੁਹਾਡੇ ਵਾਂਗੂ ਪ੍ਰੀ ਮੈਚਿਓਰ ਰਿਟਾਇਰਮੈਂਟ ਲੈ ਕੇ ਤੇ ਕੈਨੇਡਾ ਸ਼ਿਫਟ ਹੋ ਗਿਆ ਸੀਗਾ 2005 ਦੇ ਵਿੱਚ। ਤੇ ਮੈਂ ਥਾਪਰ ਦਾ ਪੜ੍ਹਿਆ ਹੋਇਆ ਜੀ। ਉਸ ਤੋਂ ਬਾਅਦ ਮੈਂ ਡਿਗਰੀ ਔਰੰਗਾਬਾਦ ਮਹਾਰਾਸ਼ਟਰ ਤੋਂ ਕਰਕੇ ਆਇਆ ਸੀਗਾ। ਸੋ ਇੱਕ ਸਾਡੀ ਸਾਂਝ ਹੋਰ ਨਿਕਲ ਆਈ, ਵਿਚਾਰਾਂ ਦੀ ਸਾਂਝ ਦੇ ਨਾਲ ਨਾਲ ਪ੍ਰੋਫੈਸ਼ਨ ਦੀ ਸਾਂਝ ਵੀ ਨਿਕਲ ਆਈ। ਆਪਣੇ ਵੱਖਰੇ ਵੱਖਰੇ ਐਕਸਪੀਰੀਅੰਸ ਹੋ ਸਕਦੇ ਆ, ਕਿਉਂਕਿ ਰੇਲਵੇ ਬਹੁਤ ਵੱਡਾ ਅਦਾਰਾ ਹੈ, ਤੁਸੀਂ ਉੱਥੇ ਸੇਵਾ ਕੀਤੀ ਆ। ਮੈਂ ਇੱਕ ਜਾਣਨਾ ਚਾਹੁੰਦਾ ਸਭ ਤੋਂ ਪਹਿਲਾਂ, ਜਿਹੜਾ ਭ੍ਰਿਸ਼ਟ ਸਿਸਟਮ ਹੈ ਸਾਡੇ ਮੁਲਕ ਦਾ, ਖਾਸ ਕਰਕੇ ਸਾਡੀ ਇੰਜੀਨੀਅਰਿੰਗ ਲਾਈਨ ਦੇ ਵਿੱਚ ਹਰ ਵਿਅਕਤੀ ਨੂੰ ਭ੍ਰਿਸ਼ਟ ਕਰ ਦਿੱਤਾ ਜਾਂਦਾ, ਮਜਬੂਰ ਕਰ ਦਿੱਤਾ ਜਾਂਦਾ। ਉਹਦੇ ਵਿੱਚ ਜੇ ਕੋਈ ਵਿਅਕਤੀ ਇਹ ਦਾਅਵਾ ਕਰੇ ਕਿ ਮੈਂ ਸਾਰੀ ਉਮਰ ਸਾਫ ਸੁਥਰੀ ਨੌਕਰੀ ਕਰਕੇ ਨਿਕਲ ਆਇਆ, ਉਸ ਗੰਦ 'ਚ ਮੈਂ ਨਹੀਂ ਲਿਬੜਿਆ, ਤੇ ਇਹ ਇੱਕ ਬੜਾ ਕਾਰਨਾਮਾ ਮੰਨਿਆ ਜਾਏਗਾ। ਮੈਂ ਤਾਂ ਪਹਿਲਾਂ ਇਹ ਜਾਣਨਾ ਚਾਹੂੰਗਾ ਵੀ ਇਹ ਕਾਰਨਾਮਾ ਕਿਵੇਂ ਤੁਸੀਂ ਨਿਭਾ ਸਕੇ। ਸਭ ਤੋਂ ਪਹਿਲਾਂ ਤਾਂ ਇਹ ਆ ਕਿ ਜਦੋਂ ਠੇਕੇਦਾਰਾਂ ਦੀਆਂ ਪੇਮੈਂਟਾਂ ਹੁੰਦੀਆਂ ਨੇ, ਬਿੱਲ ਬਣਦੇ ਨੇ, ਤੇ ਜਿਹੜਾ ਸਾਡਾ ਸਿਸਟਮ ਹੈ, ਸਾਡੇ ਤੋਂ ਉੱਪਰ ਵਾਲੇ, ਸਾਡੇ ਤੋਂ ਥੱਲੇ ਵਾਲੇ ਸਾਰੇ ਸਾਡੇ ਤੋਂ ਔਖੇ ਹੁੰਦੇ ਜਿਹੜਾ ਵਿਅਕਤੀ ਇਸ ਤਰ੍ਹਾਂ ਦੀ ਸੋਚ ਵਾਲਾ ਹੋਵੇ। ਤੇ ਉਹਨਾਂ ਹਾਲਾਤਾਂ 'ਚ ਕਈ ਵਾਰ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ। ਮੈਂ ਤਾਂ ਪੰਜਾਬ ਦਾ ਐਕਸਪੀਰੀਅੰਸ ਦੱਸ ਸਕਦਾ ਕਿ ਉਸ ਵਿਅਕਤੀ ਨੂੰ ਬਿਲਕੁਲ ਦਰਕਨਾਰ ਕਰ ਦਿੱਤਾ ਜਾਂਦਾ, ਉਹਨੂੰ ਇਸ ਤਰ੍ਹਾਂ ਮਿਸਫਿਟ ਸਾਬਤ ਕਰ ਦਿੱਤਾ ਜਾਂਦਾ ਕਿ ਬੰਦੇ ਨੂੰ ਪਾਉਂਦਾ ਹੀ ਕੱਖ ਨਹੀਂ, ਇਹਨੂੰ ਪਤਾ ਹੀ ਨਹੀਂ, ਇਹ ਕੰਮ ਹੀ ਨਹੀਂ ਕਰ ਸਕਦਾ। ਜਿਹੜਾ ਵਿਅਕਤੀ ਉਸ ਟੀਮ ਦਾ ਮੈਂਬਰ ਬਣਨ ਦੇ ਕਾਬਿਲ ਨਹੀਂ ਹੁੰਦਾ, ਜਿਹੜੀ ਉਹ ਸਾਰਾ ਤਾਣਾ ਬਾਣਾ ਜਿਹੜਾ ਆਪਾਂ ਜਾਣਦੇ ਹਾਂ ਕਮਿਸ਼ਨਾਂ ਵਾਲਾ ਚੱਲਦਾ, ਉਹਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ। ਤੁਸੀਂ ਕਿੱਦਾਂ ਬੇਲਾਗ ਰਹਿ ਗਏ ਸਾਰੇ ਸਿਸਟਮ 'ਚ? ਮੈਨੂੰ ਬੜੀ ਖੁਸ਼ੀ ਭਰੀ ਹੈਰਾਨੀ ਹੋ ਰਹੀ ਹੈ ਇਸ ਗੱਲ ਤੇ ਕਿ ਤੁਸੀਂ ਉਸ ਤੋਂ ਬੇਲਾਗ ਰਹਿ ਗਏ। ਬਹੁਤ ਚੰਗਾ ਲੱਗਿਆ ਸੁਣ ਕੇ ਤੁਹਾਡੇ ਲਈ। ਤਾਂ ਇਹ ਕਹਿ ਸਕਦੇ ਮੇਰੇ ਫਾਦਰ ਸਾਹਿਬ ਬਹੁਤ ਇਮਾਨਦਾਰ ਸੀਗੇ, ਕੁਛ ਤਾਂ ਉਹਨਾਂ ਦਾ ਪ੍ਰਭਾਵ ਸੀ, ਕੁਛ ਫਿਰ ਜਿਵੇਂ ਜਦੋਂ ਉੱਥੇ ਗਏ ਕਾਲਜ ਆਪਣਾ ਨੌਕਰੀ ਜੁਆਇਨ ਕੀਤੀ ਤੇ ਮੈਂ ਉਦੋਂ ਕਿਤਾਬਾਂ ਪੜ੍ਹਨ ਲੱਗ ਗਿਆ ਸੀ। ਬੇਸਿਕਲੀ ਕਿਤਾਬਾਂ ਨੇ ਮੈਨੂੰ ਜ਼ਿਆਦਾ ਮਜ਼ਬੂਤ ਬਣਾਇਆ। ਕਿਤਾਬਾਂ ਨੇ ਅੱਡ ਵਿਸ਼ਿਆਂ ਬਾਰੇ ਮੈਂ ਜਾਣਿਆ, ਮੈਨੂੰ ਜਿੰਨੀ ਜ਼ਿਆਦਾ ਮਜ਼ਬੂਤੀ ਕਿਤਾਬਾਂ ਨੇ ਦਿੱਤੀ ਹੈ ਮੈਨੂੰ ਲੱਗਦਾ ਆਪਣੇ ਆਪ 'ਚ। ਤੇ ਉਸ ਤੋਂ ਬਾਅਦ ਫਿਰ ਇੱਕ ਗੱਲ ਐ ਤਾਂ ਮਤਲਬ ਸਗੋਂ ਜੇ ਤੁਸੀਂ ਐਂ ਕਿਹਾ ਜਾਵੇ ਤਾਂ ਮੈਂ ਸੱਚ ਕਹਾਂ, ਮੈਂ ਦੂਜਿਆਂ ਨਾਲ ਵੱਧ ਵਧੀਆ ਰਿਸ਼ਵਤ ਲੈ ਸਕਦਾ ਕਿਉਂਕਿ ਮੈਂ ਕਿਤਾਬਾਂ ਪੜ੍ਹਨ ਕਰਕੇ ਮੈਨੂੰ ਜ਼ਿਆਦਾ ਟੈਕਨੀਕਸ ਹੈਗੀ ਆ। ਉਹਦੇ ਵਿੱਚ ਮੈਨੂੰ ਐਂ ਲੱਗਦਾ ਹੁੰਦਾ ਸੀਗਾ ਵੀ ਜਦੋਂ ਪੜ੍ਹਨ ਲੱਗ ਗਏ, ਪੜ੍ਹਦੇ ਫਿਰ ਐਂ ਲੱਗਣ ਲੱਗ ਗਿਆ ਵੀ ਇਹ ਆਪਣਾ ਹੱਕ ਨਹੀਂ ਹੈਗਾ, ਸਗੋਂ ਆਪਣਾ ਤਾਂ ਕੰਮ ਕਰਨਾ ਚਾਹੀਦਾ ਵੀ ਇਹ। ਫਿਰ ਉਹਦੇ ਵਿੱਚੋਂ ਐਂ ਲੱਗਣ ਲੱਗ ਗਿਆ ਵੀ ਜੇ ਤੁਸੀਂ ਇਮਾਨਦਾਰ ਰਹਿਣਾ, ਜਿਵੇਂ ਤੁਸੀਂ ਦੱਸ ਹੀ ਰਹੇ ਹੋ, ਬਿਲਕੁਲ ਸਹੀ ਦੱਸ ਰਹੇ ਹੋ ਵੀ ਨੀਚੇ ਵੀ ਤੰਗ ਹੁੰਦੇ, ਉੱਪਰ ਵੀ ਤੰਗ। ਫਿਰ ਇੱਕ ਤਾਂ ਇਹ ਸੀਗਾ ਵੀ ਤੁਸੀਂ ਬੋਰੀਆ ਬਿਸਤਰਾ ਗੋਲ ਰੱਖੋ, ਪੰਜਾਬੀ ਚ ਸਮਝਦੇ ਸੀਗੇ ਵੀ ਆਪਣਾ ਬਿਸਤਰਾ ਗੋਲ ਰੱਖਦੇ ਸੀਗੇ ਇੱਕ ਤਾਂ। ਦੂਜਾ ਇਹ ਸੀਗਾ ਵੀ ਮੇਰੇ ਇੰਕਰੀਮੈਂਟ ਮੇਰੇ ਕਈ ਸਾਲ ਬੰਦ ਰਹੇ। ਮੈਂ ਕੈਟ ਚ ਸਾਡੇ ਰੇਲਵੇ ਦੇ ਜਿਹੜੀ ਕੋਚ ਜਿਹੜੀ ਹੈ ਕੈਟ ਰਾਹੀਂ ਅਸੀਂ ਮਤਲਬ ਕਿ ਅਪੀਲ ਕਰਕੇ ਲੈ ਸਕਦੇ ਹਾਂ ਜਾਂ ਕੋਈ ਕੇਸ ਕਰਦੇ, ਮੈਂ ਉੱਥੋਂ ਮੇਰੇ ਇੰਕਰੀਮੈਂਟ 5 ਸਾਲ ਤੱਕ ਬੰਦ ਰਹੇ ਸੀਗੇ, ਉਹ ਮੈਂ ਅਪੀਲ ਕਰਕੇ ਲਿੱਤੇ। ਫਿਰ ਕੁਛ ਝੂਠੀਆਂ ਮੇਰੇ ਠੇਕੇਦਾਰਾਂ ਨੇ ਕ੍ਰਿਮੀਨਲ ਕੇਸ ਕਰਤਾ ਸੀਗਾ, ਕਈ ਸਾਲ ਮੈਂ ਉਹ ਭੁਗਤਦਾ ਹੈ। ਫਿਰ ਇਸ ਤਰ੍ਹਾਂ ਕੋਈ ਝੂਠੀਆਂ ਸ਼ਿਕਾਇਤਾਂ ਕਰਦੇ ਰਹੇ ਨੇ। ਇਹ ਲਗਾਤਾਰ ਹੀ ਕਹਿ ਮਨ 'ਚ ਸੀਗਾ ਵੀ ਯਾਰ ਇਹ ਤਾਂ ਹੋਊਗਾ ਜੇ ਇਮਾਨਦਾਰ ਰਹਿਣਾ। ਫਿਰ ਬਹੁਤ ਲੋਕ ਜਿਵੇਂ ਇਹ ਵੀ ਕਹਿੰਦੇ ਸੀ ਵੀ ਯਾਰ ਤੂੰ ਮੰਦਿਰ ਗੁਰਦੁਆਰੇ ਦਾਨ ਕਰਦੇ,
ਇਸ ਤਰ੍ਹਾਂ ਦੀਆਂ ਵੀ ਗੱਲਾਂ ਆਉਂਦੀਆਂ ਸੀ। ਉਹ ਮੈਂ ਕਹਿੰਦਾ ਹੁੰਦਾ ਸੀ ਮੈਂ ਆਪਣੀ ਇਮਾਨਦਾਰੀ ਚ ਹੀ ਕਰੂੰਗਾ, ਆਪਣੇ ਜੇਬ ਚ, ਫਿਰ ਰੱਬ ਵੀ ਮੈਨੂੰ ਕਹੂਗਾ ਯਾਰ ਤੂੰ ਇਹ ਕੀ ਕਰੀ ਜਾਂਦਾ, ਵੀ ਯਾਰ ਤੂੰ ਤਾਂ ਸਾਨੂੰ ਵੀ ਰਿਸ਼ਵਤ ਦੇ ਪੈਸੇ ਦੇਈ ਜਾਂਦਾ। ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਐ ਸੀਗੀਆਂ ਵੀ ਯਾਰ ਇਹ ਐ ਲੱਗਦਾ ਹੁੰਦਾ ਸੀਗਾ ਵੀ ਜੇ ਤੁਸੀਂ ਫਿਰ ਨੌਕਰੀ 'ਚ ਵੀ ਐ ਕਰਦੇ ਸੀਗੇ ਵੀ ਮੈਨੂੰ ਇਹ ਕਹਿੰਦੇ ਹੁੰਦੇ, ਮੈਂ ਥੋੜਾ ਜਿਹਾ ਪ੍ਰੋ ਲੇਬਰ ਦੀ ਵੀ ਹੱਕ 'ਚ ਗੱਲ ਕਰਦਾ ਸੀਗਾ, ਉਹਨੂੰ ਲੱਗਦਾ ਸੀ ਵੀ ਇਹ ਲੇਬਰ ਖਰਾਬ ਕਰੂਗਾ। ਉਹ ਫਿਰ ਮੈਨੂੰ ਕੀ ਕਹਿੰਦੇ ਸੀ ਵੀ ਕੋਰਟ ਕੇਸ ਦੇ ਦਿੰਦੇ, ਜਿਵੇਂ ਜ਼ਮੀਨਾਂ ਦੇ, ਉਹਨਾਂ ਨੇ ਮੈਨੂੰ ਜ਼ਮੀਨਾਂ ਦੇ ਕੇਸ ਤੇ ਲਾਤਾ ਨੋਰਮਲ ਪ੍ਰੋਸੀਜਰ 'ਚ ਛੱਡ ਕੇ ਕੁਝ ਦੇਰ ਬਾਅਦ। ਪਰ ਕੁਝ ਇਲਾਕੇ ਸਾਡੇ ਰੇਲਵੇ 'ਚ ਇਸ ਤਰ੍ਹਾਂ ਦਾ ਹੁੰਦਾ ਸੀ ਵੀ ਸਾਡੇ ਪੈਟ ਸਿਸਟਮ ਹੈ ਵੀ ਤੁਹਾਨੂੰ ਇੰਨੇ ਕਿਲੋਮੀਟਰ ਦੇ ਵਿੱਚ ਜਿਹੜੇ ਵੀ ਕੰਮ ਹੈ ਤੁਹਾਨੂੰ ਆਪ ਖੁਦ ਇੱਕੋ ਹੀ ਬੰਦੇ ਨੂੰ ਕਰਨੇ ਪੈਣਗੇ। ਉਹ ਫਿਰ ਉਹ ਵੀ ਕਰਨੇ ਪੈਂਦੇ ਸੀਗੇ। ਪਰ ਜਿੱਥੇ ਆਪਸ਼ਨ ਮਾੜੀ ਮੋਟੀ ਹੁੰਦੀ ਸੀ ਉਹਨਾਂ ਦਾ ਐ ਹੁੰਦਾ ਸੀ ਯਾਰ ਤੂੰ ਕੋਰਟ ਕੇਸ ਕਰੀ ਜਾ, ਤੂੰ ਕੋਰਟ ਕੇਸ ਡੀਲ ਕਰੀ ਜਾ। ਮਤਲਬ ਇਸ ਤਰ੍ਹਾਂ ਦੀਆਂ ਵੀ ਗੱਲਾਂ ਵੀ ਇਹ ਪਤਾ ਸੀਗਾ ਵੀ ਇਹ ਸਾਰਾ ਕੁਝ ਮਤਲਬ ਐ ਹੋਊਗਾ। ਫਿਰ ਕੁਝ ਅਫਸਰਾਂ ਦਾ ਵੀ ਪਤਾ ਸੀਗਾ ਵੀ ਥੋੜਾ ਮੋਟਾ ਤੁਹਾਡੇ ਨਾਲ ਬਦਤਮੀਜ਼ੀ ਟਾਈਪ ਵੀ ਕਰ ਸਕਦੇ ਆ, ਕਿਉਂਕਿ ਉਹਨਾਂ ਦਾ ਆਪਣਾ ਇੰਟਰਸਟ ਇਨਵੋਲਵ ਸੀਗਾ। ਉਹਦੇ ਲਈ ਫਿਰ ਐ ਵੀ ਸੀਗਾ ਥੋੜਾ ਜਿਹਾ ਵੀ ਪੜ੍ਹਦੇ ਬਹੁਤ ਸੀ, ਰੇਲਵੇ ਦੇ ਵੀ ਸਰਕੂਲਰ ਬਹੁਤ ਪੜ੍ਹਦੇ ਸੀਗੇ ਵੀ ਤਾਂ ਜੋ ਜੇ ਤੁਸੀਂ ਲੜਾਈ ਲੜਨੀ ਐਡਮਿਨਿਸਟ੍ਰੇਸ਼ਨ ਨਾਲ ਵੀ ਜਾਂ ਉਹ ਕਰਨਾ ਹੈਗਾ ਵੀ ਫਿਰ ਆਪ ਵੀ ਜਿਹੜਾ ਸਰਕੂਲਰ ਨਾਲ ਇਨ ਟੱਚ ਰਹਿੰਦੇ ਸੀ ਲਗਾਤਾਰ। ਹੋਰ ਵੀ ਉਸ ਤੋਂ ਬਾਹਰ ਵੀ ਪੜ੍ਹਦੇ ਸੀ ਤੇ ਰੇਲਵੇ ਸੰਬੰਧੀ ਵੀ ਜਿੰਨੇ ਸਰਕੂਲਰ ਵਗੈਰਾ ਸੀ ਉਹ ਪੜ੍ਹਦੇ ਸੀਗੇ। ਉਹ ਨਾਲ ਫਿਰ ਕੁਝ ਇਹੋ ਜਿਹੇ ਦੋਸਤਾਂ ਮਿੱਤਰਾਂ ਨਾਲ ਬਾਹ ਪੈ ਗਿਆ, ਉੱਥੋਂ ਮਜ਼ਬੂਤੀ ਮਿਲੀ। ਮਤਲਬ ਇਹ ਕਾਰਨ ਹੈ ਕੁਝ ਜਿਹਦੇ ਕਰਕੇ ਐਂ ਲੱਗਦਾ ਸੀ ਵੀ ਲਾਸਟ ਦਮ ਤੱਕ ਡਟੇ ਰਹੇ ਤੇ ਇੱਕ ਵੀ ਪੈਸਾ ਕਿਸੇ ਤੋਂ ਰਿਸ਼ਵਤ ਤੇ ਚਾਹ ਨਹੀਂ ਕੀਤੀ, ਕਰੋੜਾਂ ਰੁਪਏ ਦੀ ਪੇਮੈਂਟਾਂ ਕਰਕੇ ਆਏ ਆ। ਰਕੇਸ਼ ਜੀ, ਜਿੱਦਾਂ ਤੁਸੀਂ ਦੱਸ ਰਹੇ ਹੋ, ਮੈਨੂੰ ਇਸ ਗੱਲ ਦੀ ਮਤਲਬ ਇੱਦਾਂ ਘਾਟ ਮਹਿਸੂਸ ਹੋ ਰਹੀ ਹੈ ਕਿ ਮੈਂ ਅਜੇ ਤੱਕ ਤੁਹਾਨੂੰ ਮਿਲ ਕਿਉਂ ਨਹੀਂ ਪਾਇਆ ਐਸੇ ਵਿਅਕਤੀ ਨੂੰ। ਮੇਰਾ ਸ਼ਾਇਦ ਤੁਸੀਂ ਆਈਡੀਅਲ ਹੁੰਦੇ ਜੇ ਮੈਂ ਤੁਹਾਨੂੰ ਕਿਤੇ ਮਿਲ ਲੈਂਦਾ ਜਿੱਦਾਂ ਦੀ ਤੁਸੀਂ ਗੱਲ ਕਰ ਰਹੇ ਹੋ। ਸੋ ਮੈਂ ਰਕੇਸ਼ ਜੀ ਤੁਹਾਡੇ ਕੋਲ ਇਹ ਜਾਣਨਾ ਚਾਹੂੰਗਾ, ਤੁਸੀਂ ਦੱਸਿਆ ਜਿਵੇਂ ਮੈਂ ਕਿਹਾ ਨਾ ਦਰਕਿਨਾਰ ਕਰ ਦਿੰਦੇ ਆ ਜਾਂ ਉਹਨੂੰ ਹਾਸ਼ੀਏ ਤੇ ਰੱਖਦੇ ਆ, ਜਿਹੜਾ ਇਮਾਨਦਾਰ ਵਿਅਕਤੀ ਹੁੰਦਾ ਉਹਨੂੰ ਘੱਟੋ ਇੱਦਾਂ ਦਾ ਕਹਿ ਦਿੰਦੇ ਕਿ ਇਹ ਬੰਦਾ ਫਿੱਟ ਹੀ ਨਹੀਂ ਆ, ਇਹ ਜੌਬ ਦੇ ਹੀ ਫਿੱਟ ਨਹੀਂ ਆ, ਮਿਸਫਿਟ ਹੈ, ਇਹਨੂੰ ਆਉਂਦਾ ਹੀ ਕੁਛ ਨਹੀਂ ਆ, ਇਹ ਬੇਕਾਰ ਵਿਅਕਤੀ ਆ। ਤੇ ਉਹਨੂੰ ਸਾਡੇ ਵੀ ਇਹੀ ਹੁੰਦਾ ਕਿ ਉਹਨੂੰ ਜਿਹੜੀਆਂ ਕੋਰਟ 'ਚ ਕਚਹਿਰੀਆਂ 'ਚ ਤਰੀਕਾਂ ਪੈਂਦੀਆਂ ਉਹਦੇ ਲਾ ਦਿੰਦੇ ਆ ਕਿ ਫਾਈਲਾਂ ਚੁੱਕ ਕੇ ਤੂੰ ਸਾਰਾ ਦਿਨ ਕੋਰਟ 'ਚ ਬੈਠਾ ਰਹਿ, ਸ਼ਾਮ ਨੂੰ ਆ ਜੀ, ਤੇ ਉਹਨੂੰ ਇਹੋ ਜਿਹਾ ਕੰਮ ਮਿਲ ਜਾਂਦਾ ਹੁੰਦਾ। ਤੁਸੀਂ ਦੱਸਿਆ ਵਾਕਾ ਤੁਹਾਡੇ ਨਾਲ ਵੀ ਇੱਦਾਂ ਹੋਇਆ। ਤੇ ਤੁਸੀਂ ਤੁਹਾਨੂੰ ਲਾਇਆ ਗਿਆ ਜਿਹੜੀਆਂ ਜ਼ਮੀਨਾਂ ਰੇਲਵੇ ਦੀਆਂ ਉਹਦੇ ਵਾਲੇ ਪਾਸੇ, ਤੇ ਤੁਸੀਂ ਜਿਹੜਾ ਜ਼ਮੀਨਾਂ ਦਾ ਮਾਫੀਆ ਬੜਾ ਜ਼ਬਰਦਸਤ ਹੁੰਦਾ ਜੀ, ਭੂ ਮਾਫੀਆ ਜਿਹਦਾ ਨਾਂ ਹੀ ਬੜਾ ਖਤਰਨਾਕ ਹੈ, ਉਹਦੇ ਕੋਲੋਂ ਰੇਲਵੇ ਦੀਆਂ ਜ਼ਮੀਨਾਂ ਖਾਲੀ ਕਰਾਈਆਂ। ਫਿਰ ਤੁਸੀਂ ਕਿਹਾ ਕਿ ਰੇਲਵੇ ਦਾ ਸਭ ਤੋਂ ਵੱਡਾ ਅਵਾਰਡ ਹੁੰਦਾ ਰੇਲਵੇ ਉਤਕ੍ਰਿਸ਼ਟ, ਜਿੱਦਾਂ ਪਰਮਵੀਰ ਚੱਕਰ ਹੁੰਦਾ, ਤੁਸੀਂ ਕੰਪੇਅਰ ਕੀਤਾ ਸੀਗਾ ਫੌਜ ਦੇ ਵਿੱਚ। ਤੇ ਇਹ ਦੋ ਮਤਲਬ ਵਿਰੋਧੀ ਧਰਾਵਾਂ ਨੇ। ਇੱਕ ਤੇ ਧਾਰਾ ਇਹ ਆ ਕਿ ਸਿਸਟਮ ਨੂੰ ਚੈਲੰਜ ਕੀਤਾ ਤੇ ਉਹੀ ਸਿਸਟਮ ਸਾਨੂੰ ਸਭ ਤੋਂ ਵੱਡਾ ਇਨਾਮ ਵੀ ਦੇ ਰਿਹਾ। ਇਹਨੂੰ ਤੁਸੀਂ ਕਿੱਦਾਂ ਵੇਖਦੇ ਹੋ? ਕਿਉਂਕਿ ਅੱਜ ਕੱਲ੍ਹ ਇਨਾਮ ਲੈਣ ਲਈ ਤੁਸੀਂ ਹੁਣ ਲੇਖਕ ਹੋ ਤੇ ਲੇਖਕਾਂ 'ਚ ਜਿਹੜੀ ਹੋੜ ਹੁੰਦੀ ਆ, ਆਪਾਂ ਦੇਖਦੇ ਹਾਂ ਕਿੰਨਾ ਲੋਕ ਯਤਨ ਕਰਕੇ ਤੇ ਅਵਾਰਡ ਲੈਂਦੇ ਨੇ। ਤੇ ਹੁਣ ਤੇ ਇਹ ਵੀ ਹੋ ਗਿਆ ਕਿ PhD ਵੀ ਜਾਲੀਆਂ ਹੋ ਜਾਂਦੀਆਂ ਨੇ, ਕਾਪੀ ਕਰਕੇ ਪੇਸਟ ਕਰਕੇ ਬਹੁਤ ਚੀਜ਼ਾਂ ਸਾਹਮਣੇ ਆ ਗਈਆਂ। ਤੇ ਜਿਹੜੇ ਲੋਕ ਸਮਾਜ ਦਾ ਦਰਪਣ ਹੁੰਦੇ ਆ, ਲੇਖਕ, ਉਹ ਵੀ ਇਸ ਤਰ੍ਹਾਂ ਦੇ ਪੌੜੀ ਦੇ ਉੱਤੇ ਚੜ੍ਹ ਕੇ ਆਪਣਾ ਨਾਂ ਬਣਾਉਂਦੇ ਆ। ਤੇ ਤੁਸੀਂ ਦੋ ਵਿਰੋਧੀ ਧਰਾਵਾਂ ਵਿੱਚ ਕੰਮ ਕਰਦੇ ਹੋਏ ਵੀ ਸਭ ਤੋਂ ਵੱਡਾ ਰੇਲਵੇ ਦਾ ਅਵਾਰਡ ਲੈ ਕੇ, ਮੈਨੂੰ ਥੋੜਾ ਜਿਹਾ ਇਹ ਸਪਸ਼ਟ ਕਰੋ। ਉਹਦੇ ਵਿੱਚ ਕੀ ਹੋਇਆ ਨਾ, ਸਾਡੇ ਰੇਲਵੇ ਦੇ ਵਿੱਚ ਜਿਹੜੀ ਜ਼ਮੀਨਾਂ ਇੱਕ ਪੋਸਟ ਹੁੰਦੀ ਸੀਗੀ, ਸਾਡੇ ਡਿਵੀਜ਼ਨਲ ਹੈੱਡਕੁਆਟਰ ਤੇ ਸੀਗੀ, ਉਹਦੇ ਵਿੱਚ ਕੋਈ ਜਾਣਾ ਨਹੀਂ ਜਾਂਦਾ ਸੀਗਾ ਕਿਉਂਕਿ ਉੱਥੇ ਪੈਸਾ ਨਹੀਂ ਬਣਦਾ ਹੁੰਦਾ ਸੀਗਾ। ਉੱਥੇ ਕੋਈ ਠੇਕੇਦਾਰ ਨਾਲ ਡਾਇਰੈਕਟ ਡੀਲਿੰਗ ਨਹੀਂ ਹੁੰਦੀ ਸੀ। ਉਹਨਾਂ ਨੇ ਮੇਰੀ ਉੱਥੇ ਪੋਸਟਿੰਗ ਕਰਤੀ, ਮੈਂ ਤਾਂ ਖੁਸ਼ ਹੋ ਕੇ ਆਪਣੀ ਕਰਾਈ ਪੋਸਟਿੰਗ। ਮੈਂ ਉੱਥੇ ਆਪਸ਼ਨ ਦੇ ਕੇ ਗਿਆ ਸੀਗਾ ਵੀ ਮੈਨੂੰ ਉੱਥੇ ਲਾਓ ਪੋਸਟ ਦੇ ਉੱਤੇ, ਕਿਉਂਕਿ ਉੱਥੇ ਕੋਈ ਜਾਣਾ ਨਹੀਂ ਜਾਂਦਾ ਸੀਗਾ। ਉੱਥੇ ਜਦੋਂ ਮੈਂ ਪੋਸਟ ਤੇ ਗਿਆ, ਕਿਉਂਕਿ ਮੈਂ ਮਿਹਨਤੀ ਤਾਂ ਹੈਗਾ ਸੀ, ਕੰਮ ਕਰਦਾ ਜਿੱਥੇ ਵੀ ਰਿਹਾ ਹੈਗਾ ਮੈਂ, ਉੱਥੇ ਮੈਂ ਜਾ ਕੇ ਦੇਖਿਆ ਵੀ ਇਹ ਤਾਂ ਫਾਈਲਾਂ ਪਈਆਂ, ਕੋਈ ਡੀਲ ਹੀ ਨਹੀਂ ਕੀਤਾ ਕਿਸੇ ਨੇ, ਕੋਈ ਕੰਮ ਹੀ ਨਹੀਂ ਕਰ ਰਿਹਾ। ਮੈਂ ਜਾ ਕੇ ਥੋੜਾ ਕੰਮ ਕਰਨ ਲੱਗਿਆ, ਲੋਕ ਮੈਨੂੰ ਹੱਸਣ ਲੱਗ ਗਏ ਉੱਥੇ ਸਾਡੇ ਵੀ ਯਾਰ ਇਹ ਤੂੰ ਕੀ ਕੱਢੇਗਾ। ਮੈਂ ਕਿਹਾ ਯਾਰ ਇਹ ਤਾਂ ਸੋਨਾ ਹੈ ਤੇ ਸੋਨਾ ਕੱਢਾਂਗੇ ਇਸ ਤਾਂ। ਉਹ ਮੈਂ ਉਹਨਾਂ ਨੂੰ ਇਹ ਹੱਸਦਾ ਹੁੰਦਾ ਸੀਗਾ। ਬਸ ਫਿਰ ਜੋ ਕੰਮ ਕਰਨਾ ਸ਼ੁਰੂ ਕੀਤਾ, ਮੇਰੀ ਅਚੀਵਮੈਂਟ ਹੀ ਇੰਨੀਆਂ ਜ਼ਬਰਦਸਤ ਸੀਗੀਆਂ ਵੀ ਜਿਵੇਂ ਮਤਲਬ ਪਹਿਲੇ ਵਾਰ 'ਚ ਜੋ ਹੱਥ ਪਾਏ ਇੰਨੇ ਚੱਲਦੇ, ਕਿਉਂਕਿ ਪੜ੍ਹਨ ਲਿਖਣ ਕਰਕੇ ਜ਼ਿਆਦਾ ਆਏ ਸੀਗੇ ਵੀ ਸਿਸਟਮੈਟਿਕ ਢੰਗ ਨਾਲ ਕਰੀਏ ਕਿਵੇਂ, ਸਾਰਿਆਂ ਨੂੰ ਸਟੱਡੀ ਕੀਤਾ, ਪਹਿਲਾਂ ਸਿਸਟਮ ਨੂੰ, ਲੈਂਡ ਬਾਰੇ ਰੂਲ ਸਾਰੇ ਸਟੱਡੀ ਕੀਤੇ, ਪ੍ਰੈਜ਼ੈਂਟ ਫਾਈਲਾਂ ਦੀ ਪੋਜੀਸ਼ਨਾਂ ਸਾਰੀਆਂ ਸਟੱਡੀ ਕੀਤੀਆਂ, ਠੀਕ ਹੈ ਨਾ। ਉਹ ਫਿਰ ਸਾਰੀ ਸਟੱਡੀ ਕਰਨ ਤੋਂ ਬਾਅਦ ਜਦੋਂ ਮੈਂ ਕੰਮ ਸ਼ੁਰੂ ਕੀਤਾ, ਉਹ ਉਸ ਡਿਪਾਰਟਮੈਂਟ ਦੀ ਅਚੀਵਮੈਂਟ ਹੀ ਇੰਨੀਆਂ ਜ਼ਬਰਦਸਤ ਬਣ ਗਈਆਂ, ਹਾਈਲਾਈਟ ਹੋ ਗਏ, ਰੇਲਵੇ ਬੋਰਡ ਤੱਕ ਹਾਈਲਾਈਟ ਹੋ ਗਏ, ਰੇਲਵੇ ਬੋਰਡ ਤੱਕ ਵੀ ਮਤਲਬ ਐਂ ਹੋ ਗਿਆ ਵੀ ਇਹ ਹੋ ਕਿਵੇਂ ਗਿਆ। ਫਿਰ ਉਹਦੇ ਵਿੱਚ ਜਦੋਂ ਮੈਂ ਪਹਿਲੀ ਕਿਤਾਬ ਮੇਰੀ ਵਾਲੀ, ਇਹਦੀ ਮੇਨ ਟਾਈਮ ਕੀ ਹੋ ਗਿਆ, ਮੈਂ ਜਦੋਂ ਸਿਸਟਮ ਹੈ ਕਿ ਬਹੁਤ ਜਲਦੀ ਮੈਨੇ ਕਰੋੜਾਂ ਰੁਪਏ ਦਾ ਰਿਕਵਰ ਆ ਗਏ। ਜਦੋਂ ਜਿਵੇਂ ਸਾਡੀ ਐ ਸੀਗਾ ਵੀ ਲੈਂਡ ਦੇ ਵਿੱਚ ਸਾਡਾ ਟਾਰਗੇਟ ਸੀਗਾ ਜ਼ਮੀਨਾਂ ਤੋਂ ਕਮਾਈ ਦਾ, ਉਹ ਜਿਵੇਂ ਮਤਲਬ 5 ਕਰੋੜ ਸੀਗਾ, ਅਸੀਂ 50 ਕਰੋੜ ਕਰਤਾ। ਆਈ ਐ ਲੱਗਿਆ ਵੀ 50 ਕਰੋੜ ਹੋ ਕਿਵੇਂ ਗਿਆ। ਫਿਰ ਅਗਲੇ ਸਾਲ ਅਸੀਂ 90 ਕਰੋੜ ਕਰਤਾ।
ਉਹ ਰੇਲਵੇ ਬੋਰਡ ਤੱਕ ਗੱਲ ਹਾਈਲਾਈਟ ਹੋ ਗਈ। ਉਹ ਫਿਰ ਐਂ ਕਰਦੇ ਕਰਦੇ ਫਿਰ ਇਨ ਦੀ ਮੇਨ ਟਾਈਮ ਜਦੋਂ ਇਹ ਕੰਮ ਕਰੀ ਕਿ ਐਕਸਪੋਜ਼ਰ ਹੋਣ ਲੱਗੇ ਵੀ ਜ਼ਮੀਨਾਂ ਤਾਂ ਬਹੁਤ ਵੱਡੇ ਘਪਲੇ ਕੀਤੇ ਪਏ ਇੱਥੇ ਤਾਂ। ਈਵਨ ਕਿ ਕਰਦੇ ਕਰਦੇ ਜਦੋਂ ਕੀਤਾ ਸਗੋਂ ਮੇਰੇ ਅਫਸਰ ਤਾਂ ਹੱਸਦੇ ਹੁੰਦੇ ਸੀ ਵੀ ਤੂੰ ਤਾਂ ਮਰੇਗਾ ਸਾਨੂੰ ਵੀ ਮਰਵਾਏਗਾ ਨਾਲ। ਉਹ ਬਸ ਫਿਰ ਕਰਦੇ ਕਰਦੇ ਇੰਨੀਆਂ ਅਚੀਵਮੈਂਟ ਸੀਗੀਆਂ। ਉਹ ਬਸ ਮਤਲਬ ਮੇਰੀ ਜਿਹੜੀ ਸਾਈਟੇਸ਼ਨ ਸੀਗੀ ਇੰਨੀ ਜ਼ਬਰਦਸਤ ਸਾਈਟੇਸ਼ਨ ਸੀਗੀ ਕਿ ਮੇਰਾ ਕੋਈ ਅਵਾਰਡ ਕੋਈ ਮਤਲਬ ਕਿ ਰੇਲਵੇ ਦੇ ਵਿੱਚ ਮਤਲਬ ਬਹੁਤ ਤੇਜ਼ੀ ਨਾਲ ਗਿਆ ਤੇ ਬਹੁਤ ਜਲਦੀ ਰਿਕਮੈਂਡ ਮੇਰਾ ਰਿਕਾਰਡ ਜਿਹੜਾ ਹੈਗਾ ਹਾਈਲਾਈਟ ਮਤਲਬ ਰੇਲਵੇ ਮਿਨਿਸਟਰੀ ਤੱਕ ਹਾਲੇ ਕਈ ਸਟੈਪ ਹੋ ਕੇ ਜਾਂਦਾ ਅਵਾਰਡ। ਜਿਹੜਾ ਸਭ ਤੋਂ ਵੱਡਾ ਅਵਾਰਡ ਹੈ ਉਤਕ੍ਰਿਸ਼ਟ ਸੇਵਾ ਮੈਡਲ ਬਹੁਤ ਚੈਨਲਾਂ ਤੋਂ ਨਿਕਲ ਕੇ ਉੱਪਰ ਤੱਕ ਜਾਂਦਾ। ਉਹ ਅਚੀਵਮੈਂਟ ਦੀ ਸਾਈਟੇਸ਼ਨ ਹੀ ਐਡੀ ਵੱਡੀ ਸੀ ਕਿ ਮੈਨੂੰ ਇਸ ਕਰਕੇ ਉਹ ਅਵਾਰਡ ਮਿਲਿਆ ਹੀ ਮਿਲਿਆ। ਉਸ ਤੋਂ ਬਾਅਦ ਫਿਰ ਮੇਰੀ ਜਿਹੜੇ ਲੈਂਡ ਦੇ ਬਾਰੇ ਕਿਤਾਬ ਵੀ ਜੀ ਕੰਟੀਨਿਊ ਕਰਿਓ ਜੀ ਦੱਸਿਓ। ਹਾਂਜੀ ਹਾਂ ਜਸਟ ਫਿਰ ਮੈਂ ਉਸ ਤੋਂ ਬਾਅਦ ਜਦੋਂ ਕੰਮ ਕਰਦਾ ਮੈਨੂੰ ਐ ਲੱਗਿਆ ਵੀ ਇਹਦੇ ਬਾਰੇ ਜਿਹੜੀ ਲੈਂਡ ਬਾਰੇ ਰੇਲਵੇ ਵਿੱਚ ਜਿਹੜੇ ਇੰਜੀਨੀਅਰਸ ਕੰਮ ਕਰਦੇ ਆ ਹੋਰ ਸਟਾਫ ਡੀਲ ਕਰਦਾ ਉਹਨੂੰ ਪਤਾ ਕੁਛ ਨਹੀਂ ਹੈਗਾ। ਉਹ ਫਿਰ ਮੈਂ ਉਹ ਤੇ ਕੰਮ ਕਰਨ ਲੱਗਿਆ। ਉਹ ਜਦੋਂ ਮੇਰੀ ਪਹਿਲੀ ਕਿਤਾਬ ਆਈ ਛਪ ਕੇ ਜਦੋਂ ਸਾਡੇ ਜਿਹੜੇ ਸੀਗੇ ਮੇਰੇ ਬੌਸ ਸੀਗੇ ਉਹ IIT ਮਤਲਬ ਕਿ IIT ਰੁੜਕੀ ਤੇ IIT ਐਮਟੈਕ ਦਿੱਲੀ ਸੀਗੇ। ਉਹ ਬਹੁਤ ਬ੍ਰਿਲੀਅੰਟ ਸੀ ਬੰਦੇ। ਉਹਨਾਂ ਨੂੰ ਜਦੋਂ ਮੈਂ ਕਿਤਾਬ ਦਿਖਾਈ ਉਹ ਕਹਿੰਦੇ ਵੀ ਇਹ ਤਾਂ ਬਹੁਤ ਕਮਾਲ ਦੀ। ਉਹਨਾਂ ਨੇ ਇੱਕੋ ਲਖਤ ਕਿਹਾ ਵੀ ਇਹ ਤਾਂ ਬਾਈਬਲ ਹੈ ਇੰਡੀਅਨ ਰੇਲਵੇ ਦੀ ਲੈਂਡ ਮੈਨੇਜਮੈਂਟ ਦੀ। ਉਹ ਬਸ ਫਿਰ ਜਦੋਂ ਕਿਤਾਬ ਮੇਰੀ ਆਈ ਤਾਂ ਰੇਲਵੇ ਦੇ ਵਿੱਚ ਇੱਕ ਰੂਪ ਚ ਤਹਿਲਕਾ ਮਚਿਆ। ਸਾਰੇ ਕਿਤੇ ਰਿਕਮੈਂਡੇਸ਼ਨ ਹੋਈ। ਰੇਲਵੇ ਬੋਰਡ ਨੇ ਆਪ ਰਿਕਮੈਂਡ ਕੀਤੀ ਵੀ ਇਹ ਪੜ੍ਹੋ ਕਿਤਾਬਾਂ ਦੂਰ ਦੂਰ ਤੱਕ ਮਤਲਬ ਫਿਰ ਉਹਨਾਂ ਨੇ ਐਂ ਕਰਨ ਲੱਗੇ ਵੀ ਇੰਡੀਆ ਦੇ ਵਿੱਚ ਜੇ ਜ਼ਮੀਨ ਦੀ ਕਿਤੇ ਵੀ ਕੋਈ ਸਮੱਸਿਆ ਆਉਂਦੀ ਸੀ ਈਵਨ ਕਿ ਸਾਡੇ ਜਿਹੜੇ ਇੰਸਟੀਚਿਊਟ ਬਣੇ ਹੋਏ ਪੂਣੇ ਵੀ ਸਾਡੇ ਬਹੁਤ ਵੱਡੀ ਏਸ਼ੀਆ ਦਾ ਮਸ਼ਹੂਰ ਇੰਸਟੀਚਿਊਟ ਹੈ ਉਹਨਾਂ ਦਾ ਵੀ ਐਂ ਸੀ ਵੀ ਮੇਰੇ ਨਾਲ ਫਿਰ ਮੇਰਾ ਨੰਬਰ ਦੇ ਦਿੰਦੇ ਸੀ ਵੀ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ ਵੀ ਅਸਲ ਜੇ ਕੋਈ ਪ੍ਰੋਬਲਮ ਹੈ ਕਿਸੇ ਵੀ ਕਿਸਮ ਦੀ। ਫਿਰ ਇੰਡੀਆ ਭਰ ਤੋਂ ਮੈਨੂੰ ਇਸ ਤਰ੍ਹਾਂ ਦੀ ਮਤਲਬ ਇਹ ਆਉਂਦੀਆਂ ਸੀਗੀਆਂ। ਉਹ ਫਿਰ ਮੈਨੂੰ ਸ਼ੌਕ ਸੀ ਪੜ੍ਹਨ ਦਾ ਕੰਮ ਕਰਨ ਦਾ ਪਹਿਲੇ ਜੀ। ਫਿਰ ਐਜ ਏ ਐਕਸਪਰਟ ਤੁਹਾਡੀ ਰਿਕੋਗਨੀਸ਼ਨ ਬਣ ਗਈ ਰੇਲਵੇ 'ਚ ਜਿਵੇਂ ਤੁਸੀਂ ਦੱਸ ਰਹੇ ਹੋ। ਤੇ ਮੈਨੂੰ ਥੋੜ੍ਹਾ ਜਿਹਾ ਦੱਸਿਓ ਕਿ ਜਿਹੜਾ ਭੂ ਮਾਫੀਆ ਰੇਲਵੇ ਦਾ ਭੂ ਮਾਫੀਆ ਆ ਇਹ ਕਿੱਦਾਂ ਆਪਰੇਟ ਕਰਦਾ ਤੇ ਕਿਹੜੀ ਲੈਂਡ ਰੇਲਵੇ ਦੀ ਆ ਜਿੱਤੇ ਕਬਜ਼ੇ ਹੋ ਜਾਂਦੇ। ਇੱਕ ਤੇ ਜਿਹੜੇ ਟਰੈਕ ਨੇ ਜਾਂ ਰੇਲਵੇ ਸਟੇਸ਼ਨ ਨੇ ਇਹਨਾਂ ਦੇ ਲੋਕੋ ਸ਼ੈੱਡ ਨੇ ਪੁਰਾਣੇ ਜਾਂ ਕੁਝ ਉਹ ਬਿਲਡਿੰਗਾਂ ਸਾਨੂੰ ਆਮ ਜਿਹੜੇ ਅਸੀਂ ਸਾਡੇ ਦਰਸ਼ਕ ਵੀ ਆ ਜਾਂ ਮੇਰੇ ਵਰਗੇ ਲੋਕ ਵੀ ਆ ਜਿਹੜੇ ਐਜ ਏ ਲੇਮੈਨ ਤੁਹਾਡੇ ਕੋਲ ਜਾਣਨਾ ਚਾਹਾਂਗੇ। ਇੱਕ ਤੇ ਉਹ ਲੈਂਡ ਆ ਰੇਲਵੇ ਦੀ। ਹੋਰ ਕਿਹੜੀ ਲੈਂਡ ਹੈ ਜਿਹਨੂੰ ਇਹ ਲੋਕ ਜਿਹੜੇ ਆ ਉਹ ਗ੍ਰੈਬ ਕਰ ਲੈਂਦੇ ਸੀ ਭੂ ਮਾਫੀਆ ਵਾਲੇ? ਉਹ ਕਿੱਥੇ ਕਿੱਥੇ ਤੇ ਕਿਵੇਂ ਕਿਵੇਂ ਸੀ? ਤੇ ਥੋੜਾ ਜਿਹਾ ਵੀ ਦੱਸਿਓ ਵੀ ਨੌਕਰੀ ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਨਾ। ਮੈਂ ਤੁਹਾਨੂੰ ਦੱਸਦਾ ਜੀ ਐਕਚੁਅਲੀ ਕੀ ਹੈ ਜਿਹੜੀ ਆਪਾਂ ਲੋਕਾਂ ਨੂੰ ਤਾਂ ਇਹ ਲੱਗਦਾ ਵੀ ਜਿੱਥੇ ਸਟੇਸ਼ਨ ਬਣਿਆ ਹੋਇਆ ਜਾਂ ਜਿੱਥੇ ਤੁਸੀਂ ਕਹਿੰਦੇ ਲੋਕੋ ਸ਼ੈੱਡ ਬਣਿਆ ਹੋਇਆ ਇਸ ਤਰ੍ਹਾਂ ਨਹੀਂ। ਜਦੋਂ ਰੇਲਵੇ ਨੇ ਲੈਂਡ ਅਕਵਾਇਰ ਕੀਤੀ ਆਲਮੋਸਟ ਪੰਜਾਬ ਜਿਹੜੀ ਲੈਂਡ ਹੈ 1905 ਦੇ ਕਰੀਬ ਅਕਵਾਇਰ ਹੋਈ ਹੈ। ਠੀਕ ਹੈ ਨਾ ਜੀ। ਜਦੋਂ ਇਹ ਲੈਂਡ ਅਕਵਾਇਰ ਹੋਈ ਨਾ ਉਦੋਂ ਤਾਂ ਫਿਰ ਜਿੰਨਾ ਪੋਰਸ਼ਨ ਮਿਲ ਗਿਆ ਕਿਤੇ 10 ਕਿੱਲੇ ਮਿਲ ਗਏ ਕਿਤੇ 1 ਕਿੱਲਾ ਮਿਲ ਗਿਆ ਕਿਤੇ 50 ਕਿੱਲੇ ਲਿੱਤੇ। ਐ ਜ਼ਮੀਨ ਅੱਡ ਥਾਂ ਦੇ ਉੱਤੇ ਇੱਕੋ ਜਿੰਨੀ ਨਹੀਂ ਹੈਗੀ ਰੇਲਵੇ 'ਚ ਸਾਰੀ ਇੰਡੀਅਨ ਰੇਲਵੇ 'ਚ ਜ਼ਮੀਨਾਂ ਦੇ ਜਿਹੜੇ ਜਿਵੇਂ ਟਰੈਕ ਜਾ ਰਿਹਾ ਰੇਲਵੇ ਨੂੰ ਟਰੈਕ ਲਈ ਜ਼ਮੀਨ ਦੀ ਲੋੜ ਸੀਗੀ। ਉਹ ਐ ਨਹੀਂ ਹੋਇਆ ਕਿ ਰੇਲਵੇ ਨੇ ਟਰੈਕ ਜਿੰਨੀ ਜ਼ਮੀਨ ਲਿੱਤੀ ਹੈ। ਰੇਲਵੇ ਕੋਲ ਬਹੁਤ ਜ਼ਮੀਨ ਇਹੋ ਜਿਹੀ ਵੀ ਹੈ ਕਿਤੇ 10 ਕਿੱਲੇ ਹੈ ਟਰੈਕ ਦੇ ਨਾਲ ਹੀ ਕਿਤੇ 15 ਕਿੱਲੇ ਹੈ ਕਿਤੇ ਤਾਂ ਟਰੈਕ ਦੀ ਦੂਰੀ ਤੋਂ ਜ਼ਮੀਨ ਸਾਡੀ 100 ਮੀਟਰ ਤੇ ਹੈ ਕਿਤੇ 500 ਮੀਟਰ ਦੂਰ ਵੀ ਹੈ ਕਿਤੇ ਮਤਲਬ ਐ ਜਿਹੜੀ ਜ਼ਮੀਨ ਹੈਗੀ ਹੈ ਜਿਹੜੀ ਬਹੁਤ ਜ਼ਮੀਨ ਇਹੋ ਜਿਹੀ ਹੈ ਜਿਹੜੀ ਖਾਲੀ ਪਈ ਹੈ ਹਲੇ ਵੀ। ਅੱਛਾ ਤੇ ਫਿਰ ਉਹਨੂੰ ਤੁਸੀਂ ਉਹ ਜਿਹੜੀ ਜ਼ਮੀਨ ਹੈਗੀ ਹੈ ਜਿਸ ਦੇ ਵਿੱਚ ਰੇਲਵੇ ਯੂਜ਼ ਨਹੀਂ ਕਰ ਰਹੀ ਉਹ ਖਾਲੀ ਪਈ ਹੈ ਉਹਦੇ ਉੱਤੇ ਕਬਜ਼ੇ ਹੈ। ਅੱਛਾ ਜੀ। ਉਸਦਾ ਭੂ ਮਾਫੀਆ ਨੇ ਰੋਕੀ ਹੋਈ ਹੈ। ਕੁਝ ਜ਼ਮੀਨ ਸਟੇਟ ਗਵਰਨਮੈਂਟ ਨੇ ਵੀ ਦੂਜੇ ਬੰਦਿਆਂ ਦੇ ਨਾਲ ਟ੍ਰਾਂਸਫਰ ਕੀਤੀ ਹੋਈ ਹੈ ਜਾਂ ਦੱਬੀ ਹੋਈ ਰਿਕਾਰਡ 'ਚ ਮਿਸ ਕਰਤੀ। ਅੱਛਾ ਜੀ। ਤੇ ਉਹ ਸਾਰੀਆਂ ਤੁਸੀਂ ਪਰਤਾਂ ਫੋਲ ਕੇ ਤੇ ਸਾਹਮਣੇ ਲਿਆਂਦੀਆਂ ਔਰ ਜ਼ਮੀਨ ਜਿਹੜੀ ਆ ਉਹ ਫ੍ਰੀ ਕਰਾਈ ਰੇਲਵੇ ਦੇ ਹੱਕ 'ਚ? ਨਹੀਂ ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਨਾ ਮੈਂ ਇਸ ਤੇ ਪਾਲਿਸੀ ਮੇਕਰ ਸੀ ਇੰਡੀਆ ਲੈਵਲ ਦੇ ਉੱਤੇ ਰੇਲਵੇ ਕੀ ਕਰੇ ਕਿਸ ਤਰ੍ਹਾਂ ਕਰੇ ਮੈਂ ਉਸ ਤਰ੍ਹਾਂ ਦੀ ਪਲੈਨਿੰਗ ਸੀ ਮੇਰੀ ਪਾਲਿਸੀ ਸੀ। ਸਮਝ ਮੇਰੀ ਜ਼ਮੀਨ ਤਾਂ ਬਹੁਤ ਆ ਭਾਰਤ ਦੇ ਵਿੱਚ। ਮੇਰੀ ਜਿਹੜੀ ਪਾਲਿਸੀ ਸੀ ਮੈਂ ਇੰਡੀਅਨ ਰੇਲਵੇ ਨੂੰ ਇਹ ਦੱਸ ਰਿਹਾ ਸੀ ਵੀ ਕਿਸ ਤਰ੍ਹਾਂ ਅਸੀਂ ਮਤਲਬ ਕਿ ਮੈਂ ਹੁਣ ਕਈ ਕੰਮ ਕੀਤਾ ਉਹਦੇ ਕੇਸ ਸਟੱਡੀ ਸੀਗੇ 5 ਮੇਰੇ ਕੇਸ ਸਟੱਡੀ ਹੈ ਵੀ ਕਿਸ ਤਰ੍ਹਾਂ ਮੈਂ ਕੰਮ ਕੀਤਾ ਕਿਵੇਂ ਪਲਾਟ ਲੱਭੇ ਕਿਵੇਂ ਅਸੀਂ ਜ਼ਮੀਨ ਛਡਾਈ ਕਿਵੇਂ ਕੀ ਕੀਤਾ। ਉਹ ਸਟੱਡੀ ਮੈਂ ਆਪਣੀ ਕਿਤਾਬ 'ਚ ਲੈ ਕੇ ਆਂਦੀ ਵੀ ਦੂਜਿਆਂ ਲਈ ਐ ਬਣੇ। ਫਿਰ ਜਿਹੜੇ ਸਰਕੂਲਰ ਰੂਲਸ ਵਗੈਰਾ ਲੈਂਦੇ ਕੁਝ ਸੁਜੈਸ਼ਨਾਂ ਦਿੱਤੇ ਉਹ ਮੈਂ ਮੇਰੀ ਜਿਹੜੀ ਉਹ ਹੈ ਉਹ ਕੁਝ ਪੋਰਸ਼ਨ ਦੀ ਜ਼ਮੀਨ ਛਡਾਉਣ ਦਾ ਨਹੀਂ ਮੇਰੀ ਇੰਡੀਅਨ ਲੈਵਲ ਦੇ ਉੱਤੇ ਇੰਡੀਅਨ ਰੇਲਵੇ ਮਿਨਿਸਟਰੀ ਕਿਸ ਤਰ੍ਹਾਂ ਪਾਲਿਸੀਆਂ ਬਣਾਵੇ ਕਿਸ ਤਰ੍ਹਾਂ ਉਹ ਕਰੇ ਕਿ ਰੇਲਵੇ ਜ਼ਮੀਨ ਤੋਂ ਕਰੋੜਾਂ ਰੁਪਏ ਕਿਵੇਂ ਕਮਾ ਸਕਦੇ। ਉਹ ਮੇਰੀ ਮਤਲਬ ਮੈਂ ਉਸ ਤਰ੍ਹਾਂ ਦੀ ਗੱਲਾਂ ਲੈ ਕੇ ਉਸ ਲੈਵਲ ਦੀ। ਬਹੁਤ ਹੀ ਵਧੀਆ ਗੱਲ ਜੀ। ਬਹੁਤ ਇੱਕ ਵੱਖਰੀ ਤਰ੍ਹਾਂ ਦਾ ਵਿਸ਼ਾ ਅੱਜ ਆਪਾਂ ਗੱਲ ਹੋਰ ਕਰਨੀ ਸੀ। ਮੈਨੂੰ ਲੱਗਦਾ ਆਪਾਂ ਇਹ ਗੱਲ ਕੰਪਲੀਟ ਕਰਾਂਗੇ ਅੱਜ ਪਹਿਲਾਂ ਜੇ ਹੋ ਸਕਿਆ ਤੇ ਕੱਲ ਨੂੰ ਦੁਬਾਰਾ ਆਪਾਂ ਸ਼ਹੀਦ ਊਧਮ ਸਿੰਘ ਦੇ। ਮੈਨੂੰ ਬਹੁਤ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ ਕਿਉਂਕਿ ਇਹ ਆਪਣੇ ਆਪ 'ਚ ਇੱਕ ਬੜਾ ਅਹਿਮ ਵਿਸ਼ਾ ਹੈ। ਆਪਾਂ ਅੱਜ ਇੱਥੇ ਕੰਸਨਟਰੇਟ ਕਰਦੇ ਹਾਂ ਥੋੜਾ ਜਿਹਾ। ਮੈਨੂੰ ਚੰਗਾ ਲੱਗ ਰਿਹਾ ਹੈ ਕਿ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਤੇ ਗੱਲ ਜਾਏਗੀ
ਵੈਸੇ ਉਹ ਸ਼ਹੀਦਾਂ ਨੂੰ ਹੀ ਆਪਾਂ ਪ੍ਰਣਾਮ ਕਰਦੇ ਆ, ਉਹਨਾਂ ਦੇ ਉੱਤੇ ਗੱਲ ਕਰਨੀ ਆ ਕਿਉਂਕਿ ਤੁਸੀਂ ਮੈਨੂੰ ਦੱਸਿਆ ਕਿ ਇਕੱਲੇ ਸ਼ਹੀਦ ਊਧਮ ਸਿੰਘ ਤੇ ਨਹੀਂ, ਸ਼ਹੀਦ ਭਗਤ ਸਿੰਘ ਦਾ ਗੁਪਤ ਟਿਕਾਣਾ ਲੱਭਣਾ ਔਰ ਹੋਰ ਵੀ ਉਹਨਾਂ ਦੇ ਟਿਕਾਣੇ ਜੀ, ਮੈਂ ਉਹ ਤੁਹਾਡੇ ਨਾਲ ਆਫ ਦੀ ਏਅਰ ਗੱਲ ਕਰੂੰਗਾ, ਫਿਰ ਆਪਾਂ ਡਿਸਕਸ ਕਰਕੇ ਹੋਰ ਗੱਲਾਂ ਵੀ ਕਰਾਂਗੇ। ਤੁਸੀਂ ਮੈਨੂੰ ਇਹ ਥੋੜ੍ਹਾ ਜਿਹਾ ਦੱਸਿਓ, ਇੱਕ ਪੀਰੀਅਡ ਆਇਆ ਸੀ ਤੁਹਾਡੀ ਜੌਬ ਦੇ ਦੌਰਾਨ ਹੀ ਪੀਰੀਅਡ ਆਇਆ ਹੋਣਾ, ਵੈਸੇ ਤਾਂ ਰੇਲਵੇ ਦੇ ਬੜੇ ਵੱਡੇ ਵੱਡੇ ਨਾ ਰੇਲਵੇ ਦੀ ਮਿਨਿਸਟਰੀ ਲੈਣ ਲਈ ਸੈਂਟਰ 'ਚ ਲੜਾਈਆਂ ਹੁੰਦੀਆਂ ਸੀ ਕਿ ਮੈਂ ਰੇਲਵੇ ਦਾ ਮਿਨਿਸਟਰ ਬਣਨਾ ਹੈ, ਤੇ ਰੇਲਵੇ ਦਾ ਮਿਨਿਸਟਰ ਜਿਹੜਾ ਆ ਉਹਦੀ ਬੜੀ ਵੱਡੀ ਰਿਸਪੌਂਸਿਬਿਲਟੀ ਗਿਣੀ ਜਾਂਦੀ ਆ। ਜਦੋਂ ਕਿਤੇ ਟਰੈਕ ਤੋਂ ਗੱਡੀ ਲੈ ਜਾਂਦੀ ਆ ਤੇ ਭਲਿਆਂ ਸਮਿਆਂ 'ਚ ਲਾਲ ਬਹਾਦਰ ਸ਼ਾਸਤਰੀ ਦਾ ਵੀ ਸ਼ਾਇਦ ਨਾਂ ਲੈਂਦੇ ਆ ਕਿ ਉਹ ਰਿਜ਼ਾਈਨ ਕਰਕੇ ਲਾਂਭੇ ਹੋ ਜਾਇਆ ਕਰਦੇ ਸੀਗੇ। ਤੇ ਮੁੜ ਕੇ ਇੱਕ ਸਮਾਂ ਆਇਆ, ਇੱਕ ਬੜਾ ਪਪੂਲਰ ਲੀਡਰ ਹੈ, ਹੁਣ ਆਪਾਂ ਰਿਟਾਇਰ ਆ ਦੋਵੇਂ ਜਾਣੇ, ਕੋਈ ਫਿਕਰ ਵਾਲੀ ਗੱਲ ਨਹੀਂ ਹੈ, ਕਰ ਸਕਦੇ ਨਾਂ ਲੈ ਕੇ ਵੀ, ਜਿਨ੍ਹਾਂ ਨੂੰ ਅਸੀਂ ਲਾਲੂ ਪ੍ਰਸ਼ਾਦ ਦੇ ਨਾਂ ਨਾਲ ਜਾਣਦੇ ਹਾਂ। ਉਹ ਜਦੋਂ ਰੇਲਵੇ ਦੇ ਮਿਨਿਸਟਰ ਬਣੇ ਸੀ ਤੇ ਪ੍ਰਚਾਰ ਇਸ ਤਰ੍ਹਾਂ ਦਾ ਕੀਤਾ ਗਿਆ ਕਿ ਉਹ ਤੇ ਜਾ ਕੇ IM ਵਾਲੇ ਜਿਹੜੇ ਸਟੂਡੈਂਟ ਨੇ, ਜਿੱਥੇ ਉਹ ਜਾ ਕੇ ਲੋਕ ਮੈਨੇਜਮੈਂਟ ਆ ਸਿੱਖਦੇ ਆ, ਉਹਨਾਂ ਨੂੰ ਜਾ ਕੇ ਪੜ੍ਹਾਉਂਦੇ ਆ, ਲੈਕਚਰ ਦਿੰਦੇ ਆ। ਤੇ ਹਾਲਾਂਕਿ ਉਹਨਾਂ ਦਾ ਜਿਹੜਾ ਚਿਹਰਾ ਮੋਹਰਾ ਤੇ ਜਿੱਦਾਂ ਦਾ ਉਹਨਾਂ ਦਾ ਇਮੇਜ ਬਣਿਆ ਹੋਇਆ ਲੋਕਾਂ 'ਚ, ਉਹ ਬੜਾ ਅਜੀਬ ਹੈ। ਹਾਲਾਂਕਿ ਉਹ ਲਾ ਗ੍ਰੈਜੂਏਟ ਹੈ, ਮੈਨੂੰ ਪਤਾ ਇਸ ਗੱਲ ਦਾ, ਪੜ੍ਹੇ ਲਿਖੇ ਨੇ, ਪਰ ਜਿਸ ਤਰ੍ਹਾਂ ਉਹ ਵਿਚਰਦੇ ਨੇ, ਜਿੱਦਾਂ ਦੀ ਉਹ ਰਾਜਨੀਤੀ ਕਰਦੇ ਨੇ, ਤੇ ਉਦੋਂ ਕਿਹਾ ਗਿਆ ਕਿ ਇੱਕ ਐਸੇ ਵਿਅਕਤੀ ਨੇ ਜਿਹਨੂੰ ਸਿੱਧਾ ਸਾਦਾ ਮੰਨਿਆ ਜਾਂਦਾ, ਉਹਨੇ ਰੇਲਵੇ ਨੂੰ ਬੜਾ ਉੱਪਰ ਚੁੱਕਤਾ, ਬੜਾ ਰੇਲਵੇ ਦਾ ਵਿਕਾਸ ਕਰਤਾ ਔਰ ਰੇਲਵੇ ਬਾਰੇ ਬੜੀਆਂ ਕਹਾਣੀਆਂ ਜੋੜੀਆਂ ਗਈਆਂ ਕਿ ਉਹਨਾਂ ਨੂੰ ਤੇ ਜੀ ਵੱਡੇ ਵੱਡੇ ਇੰਸਟੀਚਿਊਟ ਬੁਲਾਉਂਦੇ ਨੇ ਕਿ ਤੁਸੀਂ ਇਹ ਕਿੱਦਾਂ ਕ੍ਰਿਸ਼ਮਾ ਕਰਤਾ। ਤੇ ਜਦੋਂ ਉਹ ਰੇਲਵੇ ਛੱਡ ਕੇ ਗਏ, ਪਤਾ ਲੱਗਿਆ ਕਿ ਉਹਨਾਂ ਨੇ ਵੀ ਇਹੋ ਜਿਹੇ ਅਨੇਕਾਂ ਹੀ ਜ਼ਮੀਨਾਂ ਜਾਇਦਾਦਾਂ ਤੋਂ ਪੈਸਾ ਬਣਾਇਆ ਸੀ, ਰੇਲਵੇ ਦੇ ਰੈਸਟ ਹਾਊਸ ਤੱਕ ਵੇਚ ਛੱਡੇ ਸੀ ਉਹਨਾਂ ਨੇ। ਥੋੜ੍ਹਾ ਜਿਹਾ ਇਹਦੇ ਬਾਰੇ ਵੀ ਜਾਣਨਾ ਪਾਓਗੇ? ਇਹਦੇ ਬਾਰੇ ਤਾਂ ਮੇਰਾ ਕੋਈ ਕਦੇ ਵਾਹ ਨਹੀਂ ਪਿਆ, ਨਾ ਮੇਰਾ ਇਸ ਸੰਬੰਧੀ ਕੋਈ ਇਸ ਤਰ੍ਹਾਂ ਦੀ ਗੱਲ। ਮੈਂ ਤਾਂ ਆਪਣੇ ਫੀਲਡ ਸੰਬੰਧੀ ਨਹੀਂ ਦੱਸ ਸਕਦਾ, ਕਿਉਂਕਿ ਦੇਖੋ ਇਹ ਤਾਂ ਵਾਈਟਲ ਲੈਵਲ ਤੇ ਸਿਆਸੀ ਉਹ ਹੈਗੇ ਉਹਨਾਂ ਦਾ, ਚਲੋ ਜਿਸ ਤਰ੍ਹਾਂ ਦਾ ਉਹਨਾਂ ਦਾ ਐਕਚੁਅਲੀ ਇੱਕ ਲੈਵਲ ਉੱਤੇ ਜਦੋਂ ਉਹਨਾਂ ਨੇ ਰੇਲਵੇ ਦੀ ਕੁਝ ਮਤਲਬ ਕਿ ਡਿਵੈਲਪਮੈਂਟ ਹੋਈ ਸੀ, ਉਦੋਂ ਚਲੋ ਇੰਸਟੀਚਿਊਟ ਦੇ ਵਿੱਚ ਉਦੋਂ ਆਏ ਸੀਗੇ। ਬਾਅਦ ਦੇ ਵਿੱਚ ਜਿਹੜਾ ਉਹਨਾਂ ਦਾ ਆਇਆ ਮਤਲਬ ਕਿ ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਮਤਲਬ ਕਿ ਕਹੋ ਵੀ ਰੇਲਵੇ 'ਚ ਚੱਲਣ ਦੀਆਂ ਗਤੀਵਿਧੀਆਂ ਆਈਆਂ, ਐਕਸਪੋਜ਼ਰ ਹੋਏ ਦੇ, ਉਹ ਚਲੋ ਜ਼ਿਆਦਾ ਵਧੀਆ ਨਹੀਂ ਆਇਆ। ਤੇ ਲੇਕਿਨ ਇੱਕ ਪੀਰੀਅਡ ਉਦੋਂ ਉਸ ਵੇਲੇ ਜਦੋਂ ਉਹਨਾਂ ਨੇ ਆਇਆ ਸੀਗਾ ਤਾਂ ਉਹ ਕਾਫੀ ਹਾਈਲਾਈਟ ਹੋਇਆ ਸੀ ਉਹਨਾਂ ਦਾ, ਜਦੋਂ ਉਹਨਾਂ ਨੇ ਰੇਲਵੇ ਦੇ ਵਿੱਚ ਉਸ ਰੂਪ 'ਚ ਉਹ ਕੀਤਾ ਸੀਗਾ। ਹਾਂਜੀ। ਅੱਛਾ, ਰੇਲਵੇ ਦੇ ਵਿੱਚ ਜਿਹੜੀ ਇੰਜੀਨੀਅਰਿੰਗ ਲਾਈਨ ਆ, ਥੋੜ੍ਹਾ ਜਿਹਾ ਮੈਂ ਤੁਹਾਡੇ ਨਾਲ ਹੋਰ, ਮੈਨੂੰ ਕਿਉਂਕਿ ਇੰਜੀਨੀਅਰਿੰਗ 'ਚ ਇੰਟਰਸਟ ਹੋਣ ਕਰਕੇ, ਔਰ ਖਾਸ ਕਰਕੇ ਸਿਵਲ ਇੰਜੀਨੀਅਰ ਹੋ ਤੁਸੀਂ, ਤੇ ਰੇਲਵੇ 'ਚ ਇੰਟਰੀ ਲੈਵਲ ਤੇ ਜਦੋਂ ਇੱਕ ਡਿਪਲੋਮਾ ਕਰਕੇ ਵਿਅਕਤੀ ਜਾਂਦਾ ਆ ਤੇ ਉਹਦੀ ਇੰਟਰੀ ਹੁੰਦੀ ਆ ਟਰੈਕ ਦੀ ਮੇਨਟੇਨੈਂਸ ਦੀ ਜਾਂ ਕੁਝ ਇੱਦਾਂ ਦੀ। ਮੇਰੇ ਵੀ ਇੱਕ ਮਾਮਾ ਜੀ ਦਾ ਬੇਟਾ ਹੈ, ਉਹ ਵੀ ਰੇਲਵੇ ਸੀਗਾ ਇੰਡੀਆ, ਛੋਟਾ ਕਾਫੀ ਆਪਣੇ ਤੋਂ, ਤੇ ਅੱਜ ਕੱਲ੍ਹ ਉਹ ਇੱਥੇ ਮਤਲਬ ਜਿਹੜੀ ਮੈਂ ਆਪਣੀ ਕੈਨੇਡੀਅਨ ਰੇਲਵੇ ਆ ਉਹਦੇ ਵਿੱਚ ਡਾਇਰੈਕਟਰ ਦੀ ਪੋਸਟ 'ਤੇ ਆ। ਉਹ ਵੀ ਮੁੰਡਾ ਡਿਪਲੋਮਾ ਕਰਕੇ ਹੀ ਇੱਧਰ ਇੰਟਰ ਹੋਇਆ ਸੀਗਾ, ਬੜਾ ਅੱਛੀ ਪੋਸਟ 'ਤੇ ਆ ਔਰ ਬੜਾ ਅੱਛਾ ਕੰਮ ਉਹ ਦੱਸ ਰਿਹਾ ਸੀ। ਮੈਂ ਪਿਛਲੇ ਦਿਨ ਹੀ ਕੈਲਗਰੀ ਉਹਨਾਂ ਕੋਲ ਜਾ ਕੇ ਆਇਆ, ਉਹਨਾਂ ਕੋਲ ਮੈਂ ਸਗੋਂ ਉਹਨੂੰ ਕਿਹਾ ਸੀਗਾ ਕਿ ਮੈਂ ਜਾਣਨਾ ਚਾਹੂੰਗਾ ਕਿ ਰੇਲਵੇ ਸਿਸਟਮ ਇੱਥੋਂ ਦਾ, ਕਿਉਂਕਿ ਰੇਲਵੇ ਇੱਕ ਬੜਾ ਵੱਡਾ ਅਦਾਰਾ ਜੀ। ਮੈਂ ਜਿਵੇਂ ਕਿਹਾ ਕਿ ਰੇਲਵੇ ਦੀ ਮਿਨਿਸਟਰੀ ਲੈਣ ਲਈ ਵੱਡੇ ਵੱਡੇ ਜਿਹੜੇ ਲੀਡਰ ਆ ਉਹ ਆਪਸ 'ਚ ਲੜਿਆ ਕਰਦੇ ਹੁੰਦੇ ਸੀ ਕਿ ਮੈਨੂੰ ਰੇਲਵੇ ਮਿਲਣੀ ਚਾਹੀਦੀ ਆ। ਉਹ ਕੀ ਗੱਲ ਹੈ, ਮਲਾਈਦਾਰ ਮਹਿਕਮਾ, ਮੈਂ ਸਿਆਸੀ ਪਾਸੇ ਹੋ ਗਿਆ ਥੋੜ੍ਹਾ ਜਿਹਾ ਤੁਹਾਡੀ ਗੱਲ ਤੋਂ ਹਟ ਕੇ, ਇਹ ਮਲਾਈਦਾਰ ਮਹਿਕਮਾ ਕਰਕੇ ਆ ਜਾਂ ਇਹਦਾ ਇਨਫਰਾਸਟ੍ਰਕਚਰ ਏਡਾ ਵੱਡਾ ਹੋਣ ਕਰਕੇ ਬੰਦਾ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਜਾਂਦਾ ਰੇਲਵੇ ਦਾ ਮਿਨਿਸਟਰ ਬਣ ਕੇ ਵੀ ਮੈਂ ਵੱਡੇ ਨਹੀਂ ਲੱਗਦਾ। ਦੇਖੋ ਰੇਲਵੇ ਮਿਨਿਸਟਰੀ ਇੱਕ ਇੰਪੋਰਟੈਂਟ ਡਿਪਾਰਟਮੈਂਟ ਹੈ ਜੀ। ਦੇਖੋ ਇਹ ਪਬਲਿਕ ਨਾਲ ਜੁੜਿਆ ਹੋਇਆ ਹੈ, ਕਿਉਂਕਿ ਇਹ ਬਹੁਤ ਡਾਇਰੈਕਟ ਰੂਪ ਵਿੱਚ ਪਬਲਿਕ ਨਾਲ ਜੁੜਿਆ ਹੋਇਆ ਹੈ। ਇਹ ਮਿਨਿਸਟਰੀ ਦੇ ਜਿਹੜੇ ਕਾਰਜ ਆਏ ਇਹ ਕਿਉਂਕਿ ਆਮ ਲੋਕ ਗੱਡੀਆਂ 'ਚ ਸਫ਼ਰ ਕਰਦੇ ਲੋਕਾਂ ਦਾ ਬਾਹਰ ਰਹਿੰਦਾ, ਜਿਸ ਕਰਕੇ ਇਹ ਮਹੱਤਵਪੂਰਨ ਮਿਨਿਸਟਰੀ ਹਮੇਸ਼ਾ ਹੀ ਮਹੱਤਵਪੂਰਨ ਮਿਨਿਸਟਰੀ ਰਹੀ ਹੈ। ਯਾਨੀ ਕਿ ਰੇਲਵੇ ਇੱਕ ਆਪਣੇ ਆਪ 'ਚ ਹੀ ਮਤਲਬ ਕਿ ਤੁਸੀਂ ਕਿੰਨੀਆਂ ਗੱਡੀਆਂ ਚੱਲਦੀਆਂ, ਕਿੰਨਾ ਮਾਲ ਇੱਕ ਥਾਂ ਤੋਂ, ਇਹਨੂੰ ਲਾਈਫ ਲਾਈਨ ਕਿਹਾ ਜਾਂਦਾ ਨੇਸ਼ਨ ਦੀ। ਮਤਲਬ ਰੇਲਵੇ ਦਾ ਇਸ ਰੂਪ ਤੇ ਦੀ ਮਹੱਤਤਾ ਕਰਕੇ ਜਿਹੜਾ ਮਿਨਿਸਟਰੀ ਲੈਵਲ ਤੇ ਵੀ ਇਹਦੀ ਜਿਹੜੀ ਮਹੱਤਤਾ ਹੈਗਾ ਆਮ ਇੰਡੀਆ ਦੇ ਵਿੱਚ ਇਹ ਗਿਣੀ ਜਾਂਦੀ ਹੈ। ਕਿਹਾ ਜਾਂਦਾ ਹੈ ਰਕੇਸ਼ ਕੁਮਾਰ ਜੀ ਕਿ ਸਟਾਫ ਦੀ ਗਿਣਤੀ ਬਹੁਤ ਜ਼ਿਆਦਾ ਹੈ ਰਹੀ ਹੈ। ਦੁਨੀਆ ਦਾ ਦੂਜਾ ਵੱਡਾ ਸਭ ਤੋਂ ਨੈਟਵਰਕ ਆ ਰੇਲਵੇ ਦਾ, ਜਿਹੜਾ ਭਾਰਤ ਦਾ ਨੈਟਵਰਕ ਆ, ਔਰ ਸਾਡੀ ਪਾਪੂਲੇਸ਼ਨ ਵੀ ਸੁੱਖ ਨਾਲ ਬਹੁਤ ਜ਼ਿਆਦਾ। ਵੈਸੇ ਮੈਂ ਸ਼ਾਇਦ ਹਟ ਕੇ ਕੁਐਸਚਨ ਕਰ ਰਿਹਾ ਹਾਂ ਤੁਹਾਡੀ ਲਾਈਨ ਤੋਂ, ਤੇ ਨੈਟਵਰਕ ਵੀ ਦੁਨੀਆ ਦਾ ਦੂਜੇ ਨੰਬਰ ਦਾ, ਤੇ ਪਾਪੂਲੇਸ਼ਨ ਵੀ ਇੰਨੀ ਜ਼ਿਆਦਾ ਕਿ ਲੋਕ ਮੁਸਾਫਰ ਅਸੀਂ ਗੱਡੀਆਂ ਦੇ ਜਿਹੜੀ ਛੱਤ ਹੁੰਦੀ ਹੈ ਉੱਤੇ ਚੜ੍ਹੇ ਵੇਖਦੇ ਹਾਂ। ਖਾਸ ਕਰਕੇ ਬਿਹਾਰ, ਯੂਪੀ, ਜਿਹੜੀ ਸੰਘਣੀ ਆਬਾਦੀ ਵਾਲੇ ਆਪਣੇ ਇਲਾਕੇ ਨੇ, ਉੱਥੇ ਲੋਕ ਇੰਨਾ ਸਫ਼ਰ ਕਰਦੇ ਆ, ਭਰੀਆਂ ਟ੍ਰੇਨਾਂ ਜਾਂਦੀਆਂ, ਤੇ ਰੇਲਵੇ ਦਾ ਆਪਾਂ ਸੁਣ ਲੈਂਦੇ ਹਰ ਵਾਰੀ ਕਿ ਘਾਟੇ 'ਚ ਜਾਂਦਾ ਆ। ਇਹਦੇ 'ਚ ਭ੍ਰਿਸ਼ਟਾਚਾਰ ਤੋਂ ਇਲਾਵਾ ਹੋਰ ਕਿਹੜਾ ਕਾਰਨ ਆ ਜਿਹੜਾ ਤੁਸੀਂ ਰੇਲਵੇ ਦੀ ਸਰਵਿਸ 'ਚ ਖੁਦ ਮਹਿਸੂਸ ਕੀਤਾ? ਠੀਕ ਹੈ, ਤੁਸੀਂ ਭਾਵੇਂ ਸਿਵਲ ਇੰਜੀਨੀਅਰਿੰਗ ਪੱਖ ਤੋਂ ਕੀਤਾ, ਪਰ ਰੇਲਵੇ ਜਦੋਂ ਪੂਰੇ ਅਦਾਰੇ ਦੀ ਆਪਾਂ ਗੱਲ ਕਰਦੇ ਹਾਂ
ਤੇ ਇੰਨਾ ਵੱਡਾ ਇਨਫਰਾਸਟ੍ਰਕਚਰ ਵੀ ਹੋਵੇ, ਇੰਨੇ ਸਾਡੇ ਕੋਲ ਉਹਦੇ ਕਸਟਮਰ ਵੀ ਹੋਣ, ਯਾਨੀ ਕਿ ਸਾਡੇ ਪੈਸੰਜਰ ਵੀ ਹੋਣ, ਗੁਡਸ ਟ੍ਰੇਨ ਇੰਨੀਆਂ ਚੱਲਦੀਆਂ ਹੋਣ, ਇੰਨਾ ਸਮਾਨ ਦੀ ਢੋਆ ਢਵਾਈ ਹੁੰਦੀ ਹੋਵੇ, ਪੂਰੇ ਭਾਰਤ ਵਿੱਚ ਅਨਾਜ ਪਹੁੰਚਾਉਣਾ, ਹਰ ਚੀਜ਼ ਪਹੁੰਚਾਉਣੀ ਰੇਲਵੇ ਦੇ ਜ਼ਿੰਮੇ ਹੋਵੇ, ਤੇ ਫਿਰ ਰੇਲਵੇ ਘਾਟੇ 'ਚ ਕਿਵੇਂ ਜਾਂਦਾ ਹਰ ਸਾਲ? ਦੇਖੋ ਬੇਸਿਕਲੀ ਤਾਂ ਦੇਖੋ ਘਾਟੇ ਵਾਲੀ ਗੱਲ ਤਾਂ ਤੁਸੀਂ ਐਂ ਗੱਲ ਕਰ ਲਓ ਵੀ ਜਿਹੜੀਆਂ ਅਸਲ ਕੀ ਹੈ, ਜਿਹੜੀਆਂ ਵੀ ਇਹਦੀਆਂ ਪਾਲਿਸੀਆਂ ਦੇ ਵਿੱਚ ਜਿਹੜੀ ਸਿਆਸਤ ਵਿੱਚ ਆ ਜਾਂਦੀ ਨਾ, ਉਹ ਮੈਨੂੰ ਸਾਨੂੰ ਐਂ ਲੱਗਦਾ ਹੁੰਦਾ ਵੀ ਉਹ ਬੇਸਿਕ ਕਾਰਨ ਹੈ। ਹੁਣ ਤਾਂ ਰੇਲਵੇ 'ਚ ਦੇਖੋ ਜਿਸ ਤਰ੍ਹਾਂ ਅਸੀਂ ਮੈਂ ਇਹ ਕਰਦਾ ਰਿਹਾ ਵੀ ਰੇਲਵੇ ਦੀ ਇੰਨੀਆਂ ਜ਼ਮੀਨਾਂ ਪਈਆਂ, ਠੀਕ ਹੈ ਨਾ, ਮੇਰੀ ਬੁੱਕ ਵੀ ਆਈ ਆ ਹਾਊ ਟੂ ਅਰਨ ਕਰੋੜਸ ਫਰੋਮ ਰੇਲਵੇ ਲੈਂਡ, ਯਾਨੀ ਕਿ ਉਹਦੇ ਵਿੱਚ ਇਹ ਜਿਹੀ ਜ਼ਮੀਨਾਂ ਦੇ ਉੱਤੇ ਮੈਂ ਇਸ ਟੌਪਿਕ ਤੇ ਕੰਮ ਕੀਤਾ ਹੈਗਾ। ਤੇ ਮੈਂ ਕਹਿ ਸਕਦਾ ਵੀ ਇਹਦੇ ਵਿੱਚ ਇੰਨੀਆਂ ਜ਼ਮੀਨਾਂ ਰੇਲਵੇ ਕੋਲ ਖਾਲੀ ਪਈਆਂ, ਈਵਨ ਕਿ ਮੇਰੇ ਉਸ ਤੋਂ ਬਾਅਦ ਵੀ ਜਿਹੜੀਆਂ ਇੱਕ ਦੋ ਕਮੇਟੀਜ਼ ਵੀ ਬਣੀਆਂ ਹੋਈਆਂ ਰੇਲਵੇ ਦੀਆਂ ਬਣੀਆਂ ਸੀ, ਤੇ ਜਿਨ੍ਹਾਂ ਨੇ ਰੇਲਵੇ ਨੂੰ ਕਿਹਾ ਸੀ ਕਿ ਰੇਲਵੇ 50,000 ਕਰੋੜ ਰੁਪਏ ਯਾਨੀ ਕਿ ਬਹੁਤ ਆਸਾਨੀ ਨਾਲ ਇਹ ਤੋਂ ਕਮਾ ਸਕਦੀ ਹੈ ਜ਼ਮੀਨਾਂ ਤੋਂ ਸਿਰਫ ਉਹ। ਲੇਕਿਨ ਮੈਂ ਵੀ ਆਪਣੀ ਕਿਤਾਬਾਂ ਦੇ ਵਿੱਚ ਲੈ ਕੇ ਆਇਆ ਵੀ ਰੇਲਵੇ ਜ਼ਮੀਨਾਂ ਤੋਂ ਕਿਵੇਂ ਕਮਾ ਸਕਦੇ ਆ, ਕਿਸ ਤਰ੍ਹਾਂ ਹੈਗੇ ਪ੍ਰੈਕਟੀਕਲੀ। ਮੈਂ ਪ੍ਰੈਕਟੀਕਲੀ ਕੁਝ ਗੱਲਾਂ ਲੈ ਕੇ ਆਉਂਦੀਆਂ ਹੈਗੀਆਂ। ਉਹ ਫਿਰ ਇਹਨਾਂ ਵੀ ਤਾਂ ਦੇਖੋ ਇਹ ਹਾਈ ਲੈਵਲ ਦੀਆਂ ਗੱਲਾਂ ਹੈਗੀਆਂ, ਨੀਚੋਂ ਤਾਂ ਆ ਹੀ ਜਾਂਦਾ ਹੈਗਾ। ਇਹਨੂੰ ਇੰਪਲੀਮੈਂਟ ਕਰਨਾ, ਹੋਰ ਕਰਨਾ, ਜਿਸ ਤਰ੍ਹਾਂ ਸਾਰਾ ਇੱਕ ਟੋਟਲ ਸਿਸਟਮ ਹੈ, ਰੇਲਵੇ ਵੀ ਉਹ ਸਾਰੇ ਸਿਸਟਮ ਦਾ ਹੀ ਪਾਰਟ ਹੈ, ਉਸ ਤੋਂ ਵੱਖਰਾ ਤਾਂ ਹੈ ਨਹੀਂ ਕਾ। ਜੀ ਜੀ ਵੈਸੇ ਕਿਉਂਕਿ ਜਿਹੜੇ ਮਹਿਕਮੇ ਪਬਲਿਕ ਨਾਲ ਸਿੱਧੇ ਡੀਲ ਕਰਦੇ ਆ ਜੀ, ਜਿੱਦਾਂ ਬੜਾ ਮਸ਼ਹੂਰ ਆ ਕਿ ਪੁਲਿਸ ਦਾ ਮਹਿਕਮਾ ਬੜਾ ਕਰਪਟ ਹੈ, ਸਾਡੇ ਇੰਜੀਨੀਅਰਿੰਗ ਵਾਲਿਆਂ ਤੇ ਵੀ ਇਹ ਇਲਜ਼ਾਮ ਅਕਸਰ ਆਉਂਦਾ, ਜਿੱਥੇ ਜਿੱਥੇ ਸਾਡੀ ਪਬਲਿਕ ਜਿਹੜੀ, ਜਿੱਦਾਂ ਹੁਣ ਪੰਚਾਇਤੀ ਰਾਜ ਦੇ ਵਿੱਚ ਅਸੀਂ ਦੇਖਦੇ ਹਾਂ ਲੋਕਾਂ ਨਾਲ ਸਿੱਧਾ ਵਾਹ ਪੈਂਦਾ, ਕੋਆਪਰੇਟਿਵ ਵਾਲਾ ਮਹਿਕਮਾ ਆ, ਜਾਂ ਬਿਜਲੀ ਬੋਰਡ ਦਾ ਮਹਿਕਮੇ ਦਾ ਮੈਂ ਜ਼ਿਕਰ ਕਰ ਰਿਹਾ, ਉਹਨਾਂ ਬਾਰੇ ਕਿਹਾ ਜਾਂਦਾ ਕਿ ਇਹਨਾਂ 'ਚ ਬਹੁਤ ਕਰਪਸ਼ਨ ਜਿਹੜੀ ਆ, ਥੱਲੜੇ ਪੱਧਰ ਤੇ ਸਾਡੇ ਰੋਮ 'ਚ ਕਰਪਸ਼ਨ ਜਿਹੜੀ ਆ ਉਹ ਸਮਾਈ ਹੋਈ ਆ। ਤੇ ਰੇਲਵੇ ਵੀ ਇਦਾਂ ਦਾ ਅਦਾਰਾ, ਜਦੋਂ ਅਸੀਂ ਐਜ ਏ ਪੈਸੰਜਰ ਸਫ਼ਰ ਕਰਦੇ ਹਾਂ, ਅਸੀਂ ਦੇਖਦੇ ਹਾਂ, ਮੈਂ 3-4 ਸਾਲ ਜਦੋਂ ਮੈਂ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਕਰ ਰਿਹਾ ਸੀਗਾ ਔਰੰਗਾਬਾਦ, ਤੇ ਅਪ ਡਾਊਨ ਕਈ ਵਾਰ ਹੁੰਦਾ ਸੀਗਾ 5-6 ਮਹੀਨਿਆਂ ਬਾਅਦ। ਤੇ ਜਿਹੜੇ ਸਾਡੇ ਕਾਲੇ ਕੋਟ ਵਾਲੇ ਵੀਰ ਨੇ TT ਸਾਹਿਬ, ਉਹਨਾਂ ਦੀ ਜਿਹੜੀ ਸਰਦਾਰੀ ਮੈਂ ਰੇਲਵੇ 'ਚ ਵੇਖੀ ਆ, ਤੇ ਜਿਸ ਤਰ੍ਹਾਂ ਓਪਨ ਕਰਪਸ਼ਨ ਉੱਥੇ ਹੁੰਦੀ ਆ, ਮੈਨੂੰ ਕਦੀ ਇਹ ਲੱਗਦਾ ਹੁੰਦਾ ਸੀਗਾ ਕਿ ਇਹ ਤਾਂ ਸ਼ਾਇਦ ਜਿਹੜੇ ਆਪਾਂ ਪੁਲਿਸ ਵਾਲਿਆਂ ਨੂੰ ਬਦਨਾਮ ਕਰਦੇ ਆ, ਹੋਰਾਂ ਨੂੰ ਕਰਦੇ, ਉਹਨਾਂ ਤੋਂ ਕਿਤੇ ਵੱਡੀ ਕਮਾਈ ਇਹ ਲੋਕ ਕਰ ਲੈਂਦੇ ਹੋਣੇ ਆ। ਜਿਸ ਤਰੀਕੇ ਨਾਲ ਉਹ ਮਤਲਬ ਪੂਰੇ ਕੰਪਾਰਟਮੈਂਟ ਦਾ ਇੱਕ ਮਾਲਕ ਹੁੰਦਾ ਆ, ਉਹਦਾ ਬਿਹੇਵੀਅਰ ਹੁੰਦਾ, ਲੋਕਾਂ ਨਾਲ ਉਹਦਾ ਰੂਡ ਬਿਹੇਵੀਅਰ ਹੁੰਦਾ, ਉਹਦਾ ਕੰਮ ਤੇ ਟਿਕਟ ਚੈੱਕ ਕਰਨਾ ਹੈ TTE ਵਗੈਰਾ ਦਾ, ਪਰ ਉਹ ਜਿੰਨੀ ਕਮਾਈ ਦਾ ਸਾਧਨ ਉਹਨਾਂ ਬਣਾਇਆ ਹੋਇਆ, ਇਹਦੇ ਤੇ ਕਦੀ ਰੇਲਵੇ ਨੇ ਨੋਟਿਸ ਲਿਆ ਹੋਏਗਾ ਕਿ ਇਹਦੇ ਉੱਤੇ ਕੋਈ ਤੁਹਾਡੇ ਫਲਾਇੰਗ ਸਕੁਐਡ ਜਾਂ ਕੋਈ ਇਸ ਤਰ੍ਹਾਂ ਦਾ, ਕਿ ਇਸ ਤਰ੍ਹਾਂ ਦਾ ਵਰਤਾਰਾ ਨਾ ਹੋਵੇ? ਬੜਾ ਓਪਨ ਚੱਲਦਾ, ਬਿਨਾਂ ਟਿਕਟ ਤੁਸੀਂ AC 'ਚ ਸਫ਼ਰ ਕਰ ਸਕਦੇ ਹੋ, ਤੁਹਾਡਾ TT ਵਾਕਫ ਹੋਣਾ ਚਾਹੀਦਾ ਆ। ਮੈਂ ਖੁਦ ਵੀ ਕੀਤਾ ਜੀ, ਵੈਸੇ ਮੈਂ ਝੂਠ ਨਹੀਂ ਬੋਲਦਾ, ਸਰਹੰਦ ਤੋਂ ਅੰਮ੍ਰਿਤਸਰ ਤੱਕ TT ਸਾਹਿਬ ਨੂੰ ਮਿਲ ਕੇ ਵੀ ਸਫ਼ਰ ਕੀਤਾ ਹੈ। ਤੇ ਸਰਹੰਦ ਮੇਰਾ ਬੱਚੇ ਪੜ੍ਹਦੇ ਸੀਗੇ ਫਤਿਹਗੜ੍ਹ ਸਾਹਿਬ, ਤੇ ਉਹ ਹਰ ਹਫ਼ਤੇ ਹੀ 에ਅਰ ਕੰਡੀਸ਼ਨ 'ਚ ਬੱਚੇ ਸਟੂਡੈਂਟ TT ਨਾਲ ਮਿਲ ਕੇ ਫ੍ਰੀ ਆਉਂਦੇ ਸੀਗੇ। ਇਹ ਕਿੱਦਾਂ ਦਾ ਮਾਹੌਲ ਸੀਗਾ? ਇਹਦੇ ਲਈ ਕੋਈ ਹੈ? ਨਹੀਂ ਦੇਖੋ, ਇਸ ਤਰ੍ਹਾਂ ਰੇਲਵੇ ਐਕਚੁਅਲੀ ਕੀ ਹੈ, ਰੇਲਵੇ ਬਹੁਤ ਵੱਡਾ ਡਿਪਾਰਟਮੈਂਟ ਹੈ। ਇਹਦੇ ਵਿੱਚ ਹੀ ਰੇਲਵੇ ਦੇ ਵਿਦਿਨ 18-20 ਡਿਪਾਰਟਮੈਂਟ ਤੋਂ ਵੱਧ ਡਿਪਾਰਟਮੈਂਟ ਨੇ, 20-25 ਡਿਪਾਰਟਮੈਂਟ ਵਿਦਿਨ ਹੀ ਹੈ। ਅਸਲ ਗੱਲ ਕੀ ਹੈ ਵੀ ਲੋਕਾਂ ਦਾ ਬਾਤ ਬਹੁਤ ਘੱਟ ਬੰਦਿਆਂ ਨਾਲ ਪੈਂਦਾ। ਲੋਕ ਤਾਂ ਜਿਵੇਂ ਸਟੇਸ਼ਨ ਮਾਸਟਰ ਨੂੰ ਜਾਣਦੇ, TT ਨੂੰ ਜਾਣਦੇ ਆ, ਡਰਾਈਵਰ ਤੇ ਗਾਰਡ ਵਗੈਰਾ ਦਾ ਹੀ ਪਤਾ ਥੋੜਾ ਬਹੁਤ। ਅਸਲ ਇਹ ਨਹੀਂ ਹੈਗਾ, ਰੇਲਵੇ ਦੇ ਵਿੱਚ ਬੈਕ ਫੋਰਸ ਬਹੁਤ ਜ਼ਬਰਦਸਤ ਹੈ। ਜਿਹੜੇ ਗੱਡੀਆਂ ਚਲਾਉਣ ਵਾਲੇ ਬੰਦੇ, ਉਹਨਾਂ ਦਾ ਲੋਕਾਂ ਨਾਲ ਵਾਹ ਹੀ ਨਹੀਂ ਪੈਂਦਾ। ਜਿਹੜੇ ਬਾਕੀ ਹੋਰ ਡਿਪਾਰਟਮੈਂਟ ਜਿਹੜੇ ਪਿੱਛੋਂ ਬੈਕ ਤੇ ਕੰਮ ਕਰਦੇ ਆ ਨਾ, ਉਹ ਬਹੁਤ ਹੋਰ ਮਤਲਬ ਉਹ ਬਹੁਤ ਜ਼ਿਆਦਾ ਡਿਪਾਰਟਮੈਂਟ, ਜਿਵੇਂ ਹੁਣ ਮੇਨਟੇਨੈਂਸ ਵਾਲੇ ਆ, ਟਰੈਕ ਮੇਨਟੇਨੈਂਸ ਵਾਲੇ ਕਰੋ, ਚਲੋ ਬੜਾ ਦੇਖ ਜਾਂਦੇ ਆ, ਜਿਵੇਂ ਟ੍ਰੇਨਾਂ ਦੀ ਮੇਨਟੇਨੈਂਸ ਵਾਲੇ ਆ, ਦਫ਼ਤਰੀ ਆ, ਬਹੁਤ ਤਰ੍ਹਾਂ ਦਾ MF ਮਤਲਬ ਇਸ ਤਰ੍ਹਾਂ ਦਾ ਸਿਸਟਮ ਹੈ। ਜਿਹੜੇ ਸਿਗਨਲ ਠੀਕ ਕਰਦੇ ਆ, ਹੋਰ ਕਰਦੇ, ਜਿਹਦਾ ਆਮ ਲੋਕਾਂ ਦਾ ਪਤਾ ਹੀ ਨਹੀਂ ਲੱਗਦਾ, ਬਾਹਰ ਨਹੀਂ ਪੈਂਦਾ। ਦੇਖੋ ਜਿਸ ਤਰ੍ਹਾਂ ਤੁਸੀਂ ਕਰਪਸ਼ਨ ਦੀ ਗੱਲ ਕਰਦੇ, ਦੇਖੋ ਕਰਪਸ਼ਨ ਤਾਂ ਅੱਜ ਕੱਲ੍ਹ ਜੇ ਆਪਾਂ ਇਹ ਕਿਹਾ ਜਾਵੇ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਇਹੀ ਹਾਲ ਹੈ ਵੀ ਜਿਹੜਾ ਫੜਿਆ ਗਿਆ ਉਹ ਕਰਪਟ ਹੈ, ਬਾਕੀ ਸਾਰੇ ਇਮਾਨਦਾਰੀ ਗਿਣੇ ਜਾਂਦੇ। ਹਾਲਤ ਭਾਰਤ ਦੇ ਵਿੱਚ ਤਾਂ ਕਰਪਸ਼ਨ, ਤੁਸੀਂ ਮੈਨੂੰ ਇਹ ਦੱਸੋ ਵੀ ਕਿਹੜਾ ਡਿਪਾਰਟਮੈਂਟ ਹੈ? ਇਹ ਤਾਂ ਬੰਦੇ ਬਹੁਤ ਚੰਦ ਬੰਦੇ ਤੁਹਾਨੂੰ ਸਾਰੇ ਡਿਪਾਰਟਮੈਂਟ ਦੇ ਵਿੱਚ ਬਹੁਤ ਰੇਅਰ ਬੰਦੇ ਮਿਲ ਜਾਣਗੇ ਜਿਹੜੇ ਇਮਾਨਦਾਰ ਹੋਣਗੇ। ਕਰਪਸ਼ਨ ਦੀ ਤਾਂ ਭਾਰਤ ਦੇ ਵਿੱਚ ਕਿਸੇ ਮਰਜ਼ੀ ਡਿਪਾਰਟਮੈਂਟ ਦੇ ਵਿੱਚ ਕਹਿ ਲਓ ਵੀ ਕਰਪਸ਼ਨ ਦੀ ਕੋਈ ਕਮੀ ਨਹੀਂ। ਰੇਲਵੇ ਵੀ ਉਹ ਤੋਂ ਬਚਿਆ ਨਹੀਂ ਹੋਇਆ ਹੈਗਾ। ਐਂ ਤਾਂ ਹੈ ਨਹੀਂ, ਹੁਣ ਦੇਖੋ ਡਿਪਾਰਟਮੈਂਟ ਤਾਂ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਬਿਜ਼ਨਸ ਡਿਪਾਰਟਮੈਂਟ ਬਣੇ ਹੋਏ ਆ। ਕਿਹੜਾ ਡਿਪਾਰਟਮੈਂਟ ਹੈ ਜਿਹਦੇ ਵਿੱਚ ਬਿਜ਼ਨਸ ਡਿਪਾਰਟਮੈਂਟ ਨਹੀਂ ਹੈਗਾ? ਪਰ ਉਹਨਾਂ ਦਾ ਵੀ ਕਿੰਨਾ ਕੁ ਰੋਲ ਹੈ, ਕਿੰਨਾ ਕੁ ਕੀ ਹੈ, ਇਹ ਕਿਸੇ ਤੋਂ ਮਤਲਬ ਭੁੱਲਿਆ ਨਹੀਂ ਹੈਗੀ ਗੱਲਾਂ, ਠੀਕ ਹੈ ਨਾ। ਇਸ ਕਰਕੇ ਜੇ ਆਪਾਂ ਉਹਦੀ ਗੱਲ ਕਰੀਏ ਵੀ ਰੇਲਵੇ ਵੀ ਮਤਲਬ ਕਿ ਜਿਵੇਂ ਤੁਸੀਂ TTਆਂ ਦੀ ਗੱਲ ਕੀਤੀ ਹੈ, ਐਕਚੁਅਲੀ ਲੋਕਾਂ ਦਾ ਥੋੜਾ ਜਿਹਾ ਬਾਹ ਉਹਨਾਂ ਨਾਲ ਪੈਂਦਾ। ਅਸਲ ਫੋਰਸ ਰੇਲਵੇ ਦੀ ਪਿੱਛੇ ਬਹੁਤ ਜ਼ਿਆਦਾ ਹੈ, ਜਿਹੜੀ ਰੇਲਵੇ ਚਲਾਉਂਦੀ ਹੈਗੀ, ਉਹਦਾ ਲੋਕਾਂ ਦਾ ਬਾਹ। ਜੀ ਬਿਲਕੁਲ, ਬਹੁਤ ਲਾਈ ਲੋਕਾਂ ਨੂੰ ਟ੍ਰੇਨ 'ਚ ਜਾਂਦੇ ਹੋ, ਆਪਾਂ ਨੂੰ ਐਂ ਲੱਗਦਾ ਵੀ ਗੱਡੀ ਰੁਕ ਗਈ, ਆਪਾਂ ਲੋਕ ਸਟੇਸ਼ਨ ਮਾਸਟਰ ਨੂੰ ਕਹੀ ਜਾਂਦੇ ਆ ਵੀ ਯਾਰ ਗੱਡੀ ਦੀ
ਚਲਾਉਂਦਾ ਤੇ ਕੀ ਕਰੀ ਅਸਲ ਗੱਡੀ ਚਲਾਉਂਦਾ ਕੰਟਰੋਲ ਰੂਮ ਜਿਵੇਂ ਸਾਡੇ ਫਿਰੋਜ਼ਪੁਰ ਡਿਵੀਜ਼ਨ ਹੈ, ਕੰਟਰੋਲ ਰੂਮ ਫਿਰੋਜ਼ਪੁਰ ਹੈ, ਉੱਥੇ 5 ਕਮਰੇ ਬਣੇ ਹੋਏ ਆ, ਠੀਕ ਹੈ ਨਾ, 5 ਕਮਰੇ ਦੇ ਵਿੱਚ ਬੰਦੇ ਬੈਠੇ ਆ, ਠੀਕ ਹੈ, ਉਹ ਕੰਟਰੋਲ ਰੂਮ ਦਾ ਹਿੱਸਾ, ਉਹਨਾਂ ਕੋਲ ਸੈਕਸ਼ਨ ਵੰਡੇ ਹੋਏ ਆ, ਠੀਕ ਹੈ ਨਾ ਜੀ, ਉਹ ਗੱਡੀ ਚਲਾਉਂਦੇ ਆ। ਚੱਲਦੀ ਹੁੰਦੀ ਸੀ ਸਟੇਸ਼ਨ ਮਾਸਟਰ ਨੂੰ ਫੋਨ ਕਰਕੇ ਸਟੇਸ਼ਨ ਮਾਸਟਰ ਪੁੱਛਦਾ ਉਹਨਾਂ ਨੂੰ ਵੀ ਕਿਹੜੀ ਗੱਡੀ ਮੈਂ ਪਹਿਲਾਂ ਚਲਾਵਾਂ, ਕਿਹੜੀ ਪਿੱਛੋਂ ਚਲਾਵਾਂ। ਸਾਰੀ ਮੂਵਮੈਂਟ ਸਟੇਸ਼ਨ ਮਾਸਟਰ, ਕੁਛ ਨਹੀਂ, ਸਟੇਸ਼ਨ ਮਾਸਟਰ ਕੰਟਰੋਲ ਦੀਆਂ ਹਦਾਇਤਾਂ ਤੇ ਕੰਮ ਕਰਦਾ। ਇਹ ਆਪਾਂ ਲੋਕਾਂ ਨੂੰ, ਆਮ ਲੋਕਾਂ ਨੂੰ ਬਿਲਕੁਲ ਨਹੀਂ ਪਤਾ। ਉਹ ਐ ਸਮਝਦੇ ਵੀ ਸਟੇਸ਼ਨ ਮਾਸਟਰ 2 ਗੱਡੀਆਂ ਆ ਗਈ, ਲੈ ਉਹ ਚਲਾਤੀ, ਇਹ ਨਹੀਂ ਚਲਾਈ, ਲੈ ਪਹਿਲਾਂ ਮਾਲ ਗੱਡੀ ਕੱਢਤੀ, ਉਹ ਕੁਛ ਨਹੀਂ ਕਰ ਸਕਦਾ। ਇਹ ਸਾਰਾ ਕੁਛ ਜਿਵੇਂ ਚਲਾਉਂਦਾ ਕੰਮ ਕੌਣ ਕਰਦਾ, ਗੱਡੀ ਕੌਣ ਚਲਾ ਲੈਂਦਾ, ਫਿਰੋਜ਼ਪੁਰ ਡਿਵੀਜ਼ਨ ਦੇ ਵਿੱਚ ਬੈਠਾ ਇੱਕ ਡਿਵੀਜ਼ਨਲ ਰੇਲਵੇ ਮੈਨੇਜਰ ਦਫ਼ਤਰ ਦੇ ਵਿੱਚ ਕੰਟਰੋਲ ਰੂਮ ਹੈ, ਉਹ ਚਲਾਉਂਦਾ ਗੱਡੀ। ਮਤਲਬ ਇਸ ਤਰ੍ਹਾਂ ਦਾ ਇਹ ਜਿਹੜੀ ਵਰਕਿੰਗ ਹੈ ਸਿਸਟਮ ਹੈ, ਇਹ ਆਮ ਲੋਕਾਂ ਨੂੰ ਰੇਲਵੇ ਦੀ ਵਰਕਿੰਗ ਦਾ ਹਾਲੇ ਵਾਲਾ ਪਤਾ ਨਹੀਂ ਹੈਗਾ। ਜਿਹੜੇ ਵਿੱਚ ਡਿਪਾਰਟਮੈਂਟ 'ਚ ਕੰਮ ਕਰਦੇ ਉਹਨਾਂ ਨੂੰ ਥੋੜਾ ਪਤਾ ਲੱਗ ਜਾਂਦਾ ਹੈ। ਰੇਲਵੇ ਦੀ ਕੰਪਲੀਕੇਟਡ ਵਰਕਿੰਗ ਹੈ, ਬਹੁਤ ਵੱਡਾ ਮਹਿਕਮਾ ਹੈ, ਇਸ ਕਰਕੇ ਬਹੁਤ ਤਰ੍ਹਾਂ ਦੀਆਂ ਚੈੱਕ ਨੇ, ਸੇਫਟੀ ਚੈੱਕ ਨੇ, ਕਿਸ ਤਰ੍ਹਾਂ, ਫਿਰ ਵੀ ਚਲੋ ਮੈਨੂਅਲ ਫੇਲਰ ਨੂੰ ਉਸ ਤੋਂ ਬਾਅਦ ਐਕਸੀਡੈਂਟ ਹੋ ਜਾਂਦਾ, ਲੇਕਿਨ ਬਹੁਤ ਜ਼ਬਰਦਸਤ ਆਰਮੀ ਤੋਂ ਵੱਧ ਡਿਸਿਪਲਿਨ ਹੈ ਰੇਲਵੇ ਦੇ ਵਿੱਚ। ਜਿਹੜੇ ਸਾਡੇ ਇੰਜੀਨੀਅਰ ਨੇ, ਦੂਜੇ ਵਰਕਰ ਹੈ, ਬਹੁਤ। ਹੁਣ ਮੈਂ ਤੁਹਾਨੂੰ ਦੱਸਦਾ, ਅਸੀਂ ਵੀ ਕਿਵੇਂ, ਜਿਵੇਂ ਲੋਕ ਮੀਂਹ ਆਉਂਦਾ, ਹਨੇਰੀ ਆਉਂਦੀ ਹੈ, ਲੋਕ ਤਾਂ ਘਰਾਂ 'ਚ ਬੈਠਦੇ, ਸਾਡੇ ਰੇਲਵੇ ਦੇ ਜਿੰਨੇ ਹੁੰਦੇ ਸੀ ਅਸੀਂ ਸਾਰੇ ਟਰੈਕ ਵਾਲੇ ਪਾਸੇ ਉਹਦੀ ਫੋਨ ਔਨ ਕਰਕੇ ਉਹ ਵੀ ਅਲਰਟ ਰਹਿੰਦੇ ਸੀ ਵੀ ਕਿਸੇ ਵੀ ਵੇਲੇ ਕੋਈ ਵੀ ਡਿਜ਼ਾਸਟਰ ਹੋ ਸਕਦਾ, ਕਿਸੇ ਵੀ ਥਾਂ ਤੇ ਕੋਈ ਮੀਂਹ ਪੈ ਗਿਆ, ਕੋਈ ਟਰੈਕ ਦਾ ਕੋਈ ਵਜ੍ਹਾ, ਕਿਸੇ ਕਲੋਨੀਆਂ 'ਚ ਪਾਣੀ ਆ ਗਿਆ, ਕੁਝ ਵੀ ਹੋ ਸਕਦਾ ਜੀ। ਰੇਲਵੇ ਦੀ ਜਿਹੜੀ ਨੌਕਰੀ ਆ ਫੌਜ ਤੋਂ ਐਕਚੁਅਲੀ ਘੱਟ ਨਹੀਂ ਹੈਗੀ। ਇਹ ਲੋਕਾਂ ਨੂੰ ਪਤਾ ਨਹੀਂ ਹੈਗਾ ਇਸ ਗੱਲ ਦਾ। ਧੁੱਪ ਆਉਂਦੇ, ਹਨੇਰੀ ਹੁੰਦੀ, ਸਾਡੇ ਲਈ ਧੁੱਪ ਹਨੇਰੀ ਦਾ ਕੋਈ ਮਤਲਬ ਨਹੀਂ ਹੈਗਾ, ਕਿਉਂਕਿ ਟਰੈਕ ਹੈ, ਗੱਡੀਆਂ ਚੱਲਦੀਆਂ, ਸੇਫਟੀ, 1 ਸਕਿੰਟ ਦਾ ਵੀ, 1 ਮਿਲੀਮੀਟਰ ਦਾ ਵੀ ਫਰਕ ਪੈਂਦਾ ਤਾਂ ਟਰੈਕ ਤੋਂ ਗੱਡੀ ਉਤਰ ਸਕਦੀ ਹੈ, ਜਾਂ ਹੋਰ ਬਹੁਤ ਤਰ੍ਹਾਂ ਦੀਆਂ ਪ੍ਰੀਕਾਸ਼ਨਸ ਹੁੰਦੇ ਉਹਦੇ ਵਿੱਚ। ਮਤਲਬ ਇਸ ਕਰਕੇ ਜਿਹੜਾ ਡਿਪਾਰਟਮੈਂਟ ਹੈ ਬਹੁਤ ਕੰਪਲੀਕੇਟਡ, ਵੱਡਾ ਡਿਪਾਰਟਮੈਂਟ ਹੈ, ਆਮ ਲੋਕਾਂ ਦਾ ਜਿਹੜਾ ਪਾਣੀ ਪੈਂਦਾ ਉਹਨੂੰ ਪਤਾ ਨਹੀਂ ਹੈਗਾ। ਇੰਜੀਨੀਅਰਿੰਗ 'ਚ ਸਰ ਆਪਾਂ ਇੱਕੋ ਸਬਜੈਕਟ ਪੜ੍ਹਿਆ ਸੀ, ਆਰਬੀਟੀ, ਤੁਹਾਨੂੰ ਯਾਦ ਹੋਣਾ, ਰੇਲਵੇ ਬ੍ਰਿਜ ਐਂਡ ਟਨਲ। ਉਹਦੇ ਵਿੱਚ ਇੱਕ ਛੋਟਾ ਜਿਹਾ ਰੇਲਵੇ ਦਾ ਇੱਕ ਬਹੁਤ ਛੋਟਾ ਪਾਰਟ ਹੁੰਦਾ, ਤੇ ਜਿਵੇਂ ਰੇਲਵੇ ਦਾ ਤੁਸੀਂ ਦੱਸ ਰਹੇ ਹੋ ਕਿ ਬਹੁਤ ਵੱਡਾ ਸਿਸਟਮ ਹੈ। ਅੱਛਾ, ਮੈਂ ਇੱਕ ਤੁਹਾਨੂੰ ਕੋਲ ਜਾਣਨਾ ਚਾਹਾਂਗਾ, ਵੀ ਗੱਲ ਮੈਨੂੰ ਮੇਰੇ ਪਾਰਟ ਤੇ ਇੰਟਰਸਟਿੰਗ ਹੈ ਕਿ ਜਿੱਦਾਂ ਤੁਹਾਡੀਆਂ ਰੇਲਵੇ ਦੀਆਂ ਡਿਵੀਜ਼ਨ ਨੇ, ਜਿੱਦਾਂ ਤੁਸੀਂ ਦੱਸਿਆ ਕਿ ਫਿਰੋਜ਼ਪੁਰ ਡਿਵੀਜ਼ਨ ਹੈ, ਤੇ ਫਿਰੋਜ਼ਪੁਰ 'ਚ ਬਣੇ ਹੋਏ 5 ਕਮਰੇ ਕਿੱਥੋਂ ਤੱਕ ਕੰਟਰੋਲ ਕਰਦੇ ਨੇ, ਕਿਹੜੇ ਏਰੀਏ ਤੱਕ ਕੰਟਰੋਲ ਪੂਰੀ ਫਿਰੋਜ਼ਪੁਰ ਡਿਵੀਜ਼ਨ ਤੇ ਆਈ ਸਾਰੀ ਪੂਰੀ ਇੰਡੀਅਨ ਰੇਲਵੇ 'ਚ ਆਈ ਕੰਟਰੋਲ ਹੈ ਜੀ। ਇੰਡੀਅਨ ਰੇਲਵੇ ਦੀ ਜਿਹੜੀ ਟ੍ਰੇਨ ਹੈ ਨਾ, ਟ੍ਰੇਨਾਂ ਚਲਾਉਣ ਦਾ, ਉਹ ਦੇਖੋ ਇਸ ਤਰ੍ਹਾਂ ਇੱਕ ਸਿਸਟਮ ਤੁਹਾਨੂੰ ਐ ਨਹੀਂ ਸਮਝ ਆ ਸਕਦਾ। ਉਹਦੇ ਵਿੱਚ ਕੀ ਹੈ, ਤੁਸੀਂ ਦੇਖੋ ਉਹਦੇ ਵਿੱਚ ਇਸ ਤਰ੍ਹਾਂ ਇਸ ਕਰਕੇ ਬਣਾਇਆ ਜਾਂਦਾ ਜਿਵੇਂ ਕਿਤੇ ਵੀ ਮੰਨ ਲਓ ਰੇਲਵੇ ਕੋਲ ਇੰਨੀ ਸ਼ਕਤੀ ਹੁੰਦੀ ਹੈ, ਕਿਤੇ ਵੀ ਕੋਈ ਡਿਜ਼ਾਸਟਰ ਹੋ ਜਾਏ, ਅੱਧੇ ਘੰਟੇ ਦੇ ਵਿੱਚ ਹਜ਼ਾਰਾਂ ਬੰਦਾ ਪਹੁੰਚਾ ਸਕਦੇ ਹੋ। ਹਜ਼ਾਰਾਂ ਮੈਨੂਅਲ ਲੇਬਰ ਮਟੀਰੀਅਲ ਦੀ ਪਾਵਰ ਹੈ ਉਹਨਾਂ ਕੋਲ। ਇਸ ਤਰ੍ਹਾਂ ਦਾ ਸਿਸਟਮ, ਇਹ ਬਹੁਤ ਪੁਰਾਣੇ ਸਮੇਂ ਦਾ ਸਿਸਟਮ ਹੈ, ਇਹਨੂੰ ਰੇਲਵੇ ਨੇ ਇੰਪਰੂਵ ਕੀਤਾ। ਇਸ ਮਾਮਲੇ ਦੇ ਵਿੱਚ ਰੇਲਵੇ ਦੇ ਬਾਹਰ ਲੈਵਲ ਤੇ ਕੰਮ ਹੈ, ਬਹੁਤ ਤਕੜਾ ਸਿਸਟਮ ਹੈ, ਜਿਹਦੇ ਕਰਕੇ ਕਿਤੇ ਵੀ ਕੁਝ ਘਟਨਾ ਵਾਪਰਦੀ ਹੈ ਬਹੁਤ ਜਲਦੀ ਰੈਸਕਿਊ ਪਹੁੰਚ ਸਕਦਾ ਹੈਗਾ। ਉਹ ਸਾਰਾ ਸਿਸਟਮ ਨੂੰ ਕਿਵੇਂ ਰੈਸਕਿਊ ਪਹੁੰਚੇ, ਉਸ ਤਰ੍ਹਾਂ ਦਾ ਰੇਲਵੇ ਨੇ ਪ੍ਰਬੰਧ ਕੀਤੇ ਹੋਏ ਹੈਗੇ ਸਾਰੇ ਕਿਤੇ। ਨਹੀਂ, ਮੈਂ ਬਿਲਕੁਲ ਠੀਕ ਹੈ ਜੀ, ਉਹ ਬਹੁਤ ਵਧੀਆ ਤੁਸੀਂ ਦੱਸ ਰਹੇ ਹੋ ਕਿ ਬਹੁਤ ਵੱਡਾ ਜੇ ਡਿਜ਼ਾਸਟਰ ਕੋਈ ਹੋ ਜਾਂਦਾ ਤੇ ਰੇਲਵੇ ਫਟਾਫਟ ਪਹੁੰਚ ਹੁੰਦੀ ਹੈ। ਉਹ ਅਸੀਂ ਸਮਝਦੇ ਹਾਂ ਕਿੱਦਾਂ ਉਹ ਹੰਗਾਮੀ ਤੌਰ ਤੇ ਨਵੀਂ ਗੱਡੀ ਵੀ ਆ ਜਾਂਦੀ ਹੈ, ਲੋਕਾਂ ਨੂੰ ਉੱਥੋਂ ਰੈਸਕਿਊ ਕੀਤਾ ਜਾਂਦਾ। ਪਰ ਜਿਹੜਾ ਮੈਂ ਸਮਝਣਾ ਚਾਹ ਰਿਹਾ ਸੀ, ਇੱਕ ਗੱਡੀ ਜਲੰਧਰ ਚੋਂ ਲੰਘ ਰਹੀ ਆ ਤੇ ਉਹਦਾ ਕੰਟਰੋਲ ਫਿਰੋਜ਼ਪੁਰ ਵਾਲਿਆਂ ਕੋਲ ਹੈ, ਫਿਰੋਜ਼ਪੁਰ ਵਾਲੇ ਉਹਨੂੰ ਡਾਇਰੈਕਸ਼ਨ ਦਿੰਦੇ ਆ ਵੀ ਇਹਨੂੰ ਲੰਘ ਲੈਣ ਦਿਓ ਜਾਂ ਰੋਕ ਲਓ। ਬਿਲਕੁਲ। ਤੇ ਉਹ ਅੱਜ ਦੇ ਪੀਰੀਅਡ ਦੇ ਵਿੱਚ ਕੋਈ ਵਿਜ਼ੂਅਲ ਵੀ ਚੀਜ਼ ਸਾਹਮਣੇ ਆਉਂਦੀ ਹੈ ਜਾਂ ਸਿਰਫ ਕਮਿਊਨੀਕੇਸ਼ਨ ਫੋਨਾਂ ਰਾਹੀਂ ਹੁੰਦਾ ਕਿ ਗੱਡੀ ਇੱਥੇ ਪਹੁੰਚ ਗਈ? ਵਿਜ਼ੂਅਲੀ ਪਹਿਲਾਂ ਇਹ ਪੇਪਰ ਵਰਕ ਹੁੰਦਾ ਸੀ, ਕਾਗਜ਼ ਤੇ ਗ੍ਰਾਫ ਤਰ੍ਹਾਂ ਦਾ ਹੁੰਦਾ ਸੀ, ਚੱਲਦਾ ਸੀਗਾ। ਹੁਣ ਇਲੈਕਟ੍ਰੋਨਿਕ ਤਰ੍ਹਾਂ ਹੋ ਗਿਆ। ਇਹ ਇਕੱਲਾ ਇੱਥੇ ਨਹੀਂ, ਸਾਰੇ ਇੰਡੀਆ 'ਚ ਇਹ ਹੈ ਜੀ। ਸਾਰੇ ਇੰਡੀਅਨ ਰੇਲਵੇ ਦੇ ਵਿੱਚ ਗੱਡੀਆਂ ਚਲਾਉਣ ਦਾ ਸਿਸਟਮ ਇਸ ਤਰ੍ਹਾਂ ਹੀ ਹੈਗਾ, ਮਤਲਬ ਵੱਖ-ਵੱਖ ਡਿਵੀਜ਼ਨਾਂ ਤੋਂ ਕੰਟਰੋਲ ਹੁੰਦਾ। ਅੱਛਾ, ਮੋੜ ਆਉਣੇ ਆ ਜੀ ਆਪਾਂ। ਚਲੋ ਰੇਲਵੇ ਦਾ ਸਿਸਟਮ ਸਮਝਣ ਵਾਲੇ ਪਾਸੇ ਮੈਂ ਪੈ ਗਿਆ, ਆਪਾਂ ਦੂਜੇ ਪਾਸੇ ਫੇਰ ਮੁੜਦੇ ਹਾਂ। ਤੁਸੀਂ ਕਿਹਾ ਕਿ ਰੇਲਵੇ ਦੇ ਜਿਹੜਾ ਭੂ ਮਾਫੀਆ ਉਹਦੇ ਤੇ ਤੁਸੀਂ ਕੰਮ ਕੀਤਾ ਔਰ 3 ਕਿਤਾਬਾਂ ਰੇਲਵੇ ਨਾਲ ਸੰਬੰਧਿਤ ਲਿਖੀਆਂ, ਜਿਹੜੀਆਂ ਅੱਜ ਕੱਲ੍ਹ ਰੇਲਵੇ ਦੇ ਵਿੱਚ ਜਿਹੜੇ ਲੋਕ ਜਾਣਾ ਚਾਹੁੰਦੇ ਉਹਨਾਂ ਵਾਸਤੇ ਬੜੀਆਂ ਅਹਿਮ ਨੇ, ਔਰ ਰੇਲਵੇ ਬੋਰਡ ਵੀ ਉਹਨੂੰ ਰਿਕਮੈਂਡ ਕਰਦਾ ਕਿ ਕਿਤਾਬਾਂ ਉਹਨਾਂ ਦੇ ਜਿਹੜੇ ਅਫਸਰ ਨੇ ਤੇ ਜਿਹੜੇ ਉੱਥੇ ਕੰਮ ਕਰਨ ਵਾਲੇ ਲੋਕ ਨੇ ਪੜ੍ਹਨ, ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕੰਮ ਇੱਦਾਂ ਵੀ ਹੋ ਸਕਦਾ। ਜਿਹੜੀ ਤੁਸੀਂ ਲੈਂਡ ਜਿਹੜੀ ਕਹਿ ਰਹੇ ਹੋ ਕਿ ਅਸੀਂ ਉਹ ਖਾਲੀ ਕਰਵਾਈ, ਉਹਦੇ ਤੋਂ ਕਿਹਾ ਕਿ ਉਹ ਤੋਂ ਰੈਵਨਿਊ ਅਰਨ ਕੀਤਾ ਜਾ ਸਕਦਾ, ਜਿਵੇਂ 50 ਕਰੋੜ ਤੁਸੀਂ ਕਰਕੇ ਦਿਖਾਇਆ 5 ਕਰੋੜ ਦੇ ਟੀਚੇ ਤੋਂ। ਫਿਰ ਪ੍ਰੈਕਟੀਕਲੀ ਉੱਥੇ ਕੀਤਾ ਕੀ ਤੁਸੀਂ? ਮਤਲਬ ਇੱਕ ਤੇ ਹੁੰਦਾ ਨਾ ਲੈਂਡ ਨੂੰ ਕਿਸੇ ਮਾਫੀਆ ਤੋਂ, ਕਿਸੇ ਦੇ ਕਬਜ਼ੇ ਤੋਂ ਛੁਡਾ ਲੈਣਾ, ਉਹ ਤੋਂ ਅਗਲਾ ਸਟੈਪ ਹੈ ਵੀ ਉਹ ਤੋਂ ਪ੍ਰੋਡਕਟਿਵਿਟੀ ਕਿੱਦਾਂ ਲਈ ਗਈ, ਕੀ ਕੀਤਾ ਉਹਦੇ 'ਚ ਤੁਸੀਂ?
ਮੈਂ ਦੱਸ ਰਿਹਾ ਉਹਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਦੇਖੋ ਇਹ ਤੁਸੀਂ ਜਿਸ ਤਰ੍ਹਾਂ ਗੱਲ ਕਰਦੇ ਇਸ ਤਰ੍ਹਾਂ ਨਹੀਂ। ਮੇਰਾ ਕੰਮ ਜਿਹੜਾ ਮੈਂ ਕੰਮ ਕੀਤਾ ਉਹ ਇੰਡੀਅਨ ਰੇਲਵੇ ਲੈਵਲ ਦਾ ਸੀਗਾ। ਜਿਸ ਤਰ੍ਹਾਂ ਕੰਮ ਕਿਵੇਂ ਵੀ ਜਿਵੇਂ ਅਸੀਂ ਫਿਰੋਜ਼ਪੁਰ ਡਿਵੀਜ਼ਨ ਦੇ ਵਿੱਚ ਕੀ ਸੀਗਾ, ਜਿਵੇਂ ਰੇਲਵੇ ਨੇ ਜ਼ਮੀਨਾਂ ਆਪਣੀਆਂ ਲੋਕਾਂ ਨੂੰ ਕਿਰਾਏ ਤੇ ਦਿੱਤੀਆਂ ਹੋਈਆਂ। ਮੰਨ ਲਓ ਇੱਕ ਪਹਿਲੂ ਇਹ ਸੀਗਾ ਵੀ ਕਿਰਾਏ ਤੇ ਦਿੱਤੇ, ਲੀਜ਼ ਦੇ ਦਿੱਤੇ, ਲਾਇਸੈਂਸ ਤੇ ਦਿੱਤੇ, ਉਹਦਾ ਕੋਈ ਕਿਰਾਇਆ ਨਹੀਂ ਲੈ ਰਿਹਾ। ਰੇਲਵੇ ਨੂੰ ਪਤਾ ਹੀ ਨਹੀਂ ਸੀ ਵੀ ਕਿੰਨੀ ਜ਼ਮੀਨ ਹੈਗੀ ਹੈ, ਕਦੋਂ ਦਿੱਤੀ ਹੈ, ਕਦੋਂ ਤੋਂ ਬੈਲੈਂਸ ਹੈ। ਉਸ ਤੋਂ ਬਾਅਦ ਲਗਾਤਾਰ ਰੇਲਵੇ ਦੇ ਰੇਟ ਰਿਵਾਈਜ਼ ਹੋਏ, ਕਿਸੇ ਨੇ ਬਿੱਲ ਹੀ ਨਹੀਂ ਭੇਜੇ ਕਈ ਸਾਲਾਂ ਤੱਕ। ਠੀਕ ਹੈ ਨਾ। ਉਹ ਮੈਂ ਸਾਰੇ ਮਤਲਬ ਕਿ ਉਹਨਾਂ ਦੇ ਕੰਪੈਂਡੀਅਮ ਤਿਆਰ ਕੀਤੇ ਪਾਲਿਸੀਆਂ ਦੇ। ਠੀਕ ਹੈ ਨਾ। ਕੀ ਪਾਲਿਸੀ ਹੈਗੀ, ਕਿਹੜੇ ਸਾਲ ਚ ਕਦੋਂ ਪਾਲਿਸੀਆਂ ਚੇਂਜ ਹੋਈਆਂ, ਕੀ ਰੇਟ ਹੋਏ, ਪਹਿਲਾਂ ਉਹ ਤਿਆਰ ਕੀਤੇ। ਫਿਰ ਕਿਹੜੀ ਪਾਰਟੀ ਨੂੰ ਫਿਜ਼ੀਕਲੀ ਵੈਰੀਫਿਕੇਸ਼ਨਾਂ ਕੀਤੀਆਂ ਵੀ ਕਦੋਂ ਤੇ ਪਾਰਟੀ ਰੱਖੀ ਹੋਈ ਹੈ। ਹੁਣ ਐਟ ਪ੍ਰੈਜ਼ੈਂਟ ਇਹ ਕਿਹਦੀ ਕਸਟੋਡੀ ਚ। ਹੁਣ ਮੰਨ ਲਓ ਸਟੇਟ ਗਵਰਨਮੈਂਟ ਨੇ ਸਾਡੇ ਕੋਲ ਲਿੱਤੀ 1950 ਚ ਲਿੱਤੀ ਜ਼ਮੀਨ ਰੇਲਵੇ ਤੋਂ। ਉਹ ਉਦੋਂ ਦਾ ਡਿਪਾਰਟਮੈਂਟ ਕੋਈ ਹੋਰ ਸੀ ਪੰਜਾਬ ਗਵਰਨਮੈਂਟ ਦਾ। ਉਸ ਤੋਂ ਬਾਅਦ ਫਿਰ ਹੋਰ ਬਣ ਕੇ ਡਿਪਾਰਟਮੈਂਟ, ਉਹਦੀ ਵਿਧੀ ਨਹੀਂ। ਫਿਰ ਹੁਣ ਕੋਈ ਹੋਰ ਬੰਦੇ ਦੇ ਕਬਜ਼ੇ 'ਚ ਹੈ। ਉਹ ਸਾਰਾ ਆਇਡੈਂਟੀਫਾਈ ਕੀਤਾ ਵੀ ਇਹ ਹੁਣ ਕੌਣ ਹੈ ਬੰਦਾ, ਉੱਥੇ ਕਿਹੜਾ ਐਟ ਪ੍ਰੈਜ਼ੈਂਟ ਕੌਣ ਹੈ ਜਿਹੜਾ ਇਹਦੀ ਪੇਮੈਂਟ ਕਰ ਸਕੇਗਾ। ਫਿਰ ਕਦੋਂ ਤੋਂ ਕਦੋਂ ਤੱਕ ਬਿੱਲ ਨਹੀਂ ਆਇਆ, ਉਹ ਸਾਰੇ ਬਿੱਲ ਰੇਜ਼ ਕੀਤੇ। ਇਹ ਪ੍ਰੈਕਟੀਕਲੀ ਮੈਂ ਕੇਸ ਸਟੱਡੀ ਬਣਾਏ। ਫਿਰ ਇਹ ਜਿਹੜੇ ਕੇਸ ਸਟੱਡੀ ਜਿਵੇਂ ਸਾਰੇ ਇੰਡੀਅਨ ਰੇਲਵੇ ਦੇ ਵਿੱਚ ਇਹ ਡਾਇਰੈਕਸ਼ਨ ਦਿੱਤੀ ਵੀ ਆਈ ਇੰਪਲੀਮੈਂਟ ਕਰੋ। ਜਿਹੜੀ ਰੇਲਵੇ ਦੀ ਜ਼ਮੀਨਾਂ ਪਈਆਂ ਤੁਸੀਂ ਕਿਉਂ ਨਹੀਂ ਕਰਦੇ। ਫਿਰ ਦੂਜੀ ਤਰ੍ਹਾਂ ਨਾਲ ਜਿਹੜੀਆਂ ਹੋਰ ਜ਼ਮੀਨਾਂ ਪਈਆਂ ਸਾਡੀਆਂ, ਉਹ ਜ਼ਮੀਨਾਂ ਤੇ ਇਹ ਸੀਗਾ ਵੀ ਉਹ ਜ਼ਮੀਨਾਂ ਦੀ ਆਇਡੈਂਟੀਫਿਕੇਸ਼ਨ ਕਰੋ। ਸਾਰੀਆਂ ਜ਼ਮੀਨਾਂ ਦੇ ਉੱਤੇ ਤੁਸੀਂ ਇਹ ਦੇਖੋ ਉਹਦੇ ਲੈਂਡ ਪਲਾਨ ਨਾਲ ਵੈਰੀਫਿਕੇਸ਼ਨ ਕਰੋ। ਜਿਹੜੇ ਲੈਂਡ ਪਲਾਨ ਮਿਸਿੰਗ ਹੈ ਉਹ ਲੈਂਡ ਪਲਾਨ ਕਿਸ ਤਰ੍ਹਾਂ ਅਸੀਂ ਤਿਆਰ ਕਰਨੇ। ਠੀਕ ਹੈ ਨਾ। ਉਹ ਜ਼ਮੀਨਾਂ ਦੀ ਫਿਰ ਅਸੀਂ ਜਿਹੜੀਆਂ ਹੁਣ ਸਾਡੇ ਕੋਲ ਜੇ ਲੈਂਡ ਪਲਾਨ ਨਹੀਂ ਹੈਗੇ, ਮਿਸਿੰਗ ਹੈ, ਉਹਨੂੰ ਲੱਭ ਕੇ ਸਟੇਟ ਰੈਵਨਿਊ ਨਾਲ ਮਿਲ ਕੇ, ਕਿਉਂਕਿ ਜਿਹੜਾ ਸਟੇਟ ਰੈਵਨਿਊ ਡਿਪਾਰਟਮੈਂਟ ਕਸਟੋਡੀਅਨ ਆਫ ਲੈਂਡ ਹੈ, ਉਹਦੇ ਨਾਲ ਮਿਲ ਕੇ ਉਹਨੂੰ ਤਿਆਰ ਕਰਕੇ ਉੱਥੋਂ ਫਿਰ ਆਇਡੈਂਟੀਫਾਈ ਕਰੋ ਵੀ ਕਿਹੜੀ ਜ਼ਮੀਨ ਸਾਡੀ ਇਸ ਵੇਲੇ ਕਿਹਦੇ ਕਬਜ਼ੇ 'ਚ ਹੈ। ਕਿਉਂਕਿ ਇਹ ਜ਼ਮੀਨ ਰੇਲਵੇ ਕੋਲ ਅਥਾਹ ਜ਼ਮੀਨ ਹੈ ਜਿਹਦਾ ਕਿਸੇ ਨੂੰ ਨਹੀਂ ਪਤਾ ਹੈਗਾ। ਰੇਲਵੇ ਡਿਪਾਰਟਮੈਂਟ ਕੋਲ ਵੀ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੈਗਾ। ਉਹ ਤਾਂ ਕਾਫੀ ਚਲੋ ਕੋਸ਼ਿਸ਼ ਕਰ ਰਹੇ ਆ, ਉਹ ਲਗਾਤਾਰ ਲੱਗੇ ਹੋਏ ਆ ਵੀ ਅਸੀਂ ਕੰਟਰੋਲ ਕਰੀਏ। ਉਹਨਾਂ ਨੇ ਕੋਈ ਸੌਫਟਵੇਅਰ ਡਿਵੈਲਪ ਕੀਤੇ ਆ, ਹੋਰ ਕੀਤੇ, ਲੇਕਿਨ ਹਾਲੇ ਵੀ ਬਹੁਤ ਕੰਮ ਇਸ ਤਰ੍ਹਾਂ ਦਾ ਜਿਹੜਾ ਕਰਨ ਵਾਲਾ ਪਿਆ ਹੈਗਾ। ਉਹ ਕਰ ਰਹੇ ਹੈਗੇ, ਲੇਕਿਨ ਉਹ ਜ਼ਮੀਨਾਂ ਪਈਆਂ ਕਬਜ਼ੇ 'ਚ ਹੈਗੀ। ਉਹ ਇੱਕ ਘੱਟ ਬਹੁਤ ਵੱਡਾ ਚੀਜ਼ ਦੀ ਲੋੜ ਹੈ, ਇਨਫਰਾਸਟ੍ਰਕਚਰ ਦੀ ਲੋੜ ਹੈ, ਉਹਨੂੰ ਮੇਨਟੇਨ ਮਤਲਬ ਕਰਨ ਵਾਸਤੇ ਇਸ ਤਰ੍ਹਾਂ ਦਾ ਕੰਮ ਕੀਤਾ। ਜਿਹੜੀਆਂ ਜ਼ਮੀਨਾਂ ਨੇ ਇਹਨਾਂ ਦਾ ਰਿਕਾਰਡ ਰੈਵਨਿਊ ਡਿਪਾਰਟਮੈਂਟ ਕੋਲ ਹੁੰਦਾ, ਤੇ ਰੈਵਨਿਊ ਦਾ ਰਿਕਾਰਡ ਇਕੱਠਾ ਕਰਨਾ ਆਪਣੇ ਆਪ 'ਚ ਇੱਕ ਬਹੁਤ ਵੱਡਾ ਮਸਲਾ ਹੁੰਦਾ। ਮੇਰੇ ਖਿਆਲ ਰੈਵਨਿਊ ਵਾਲਿਆਂ ਦੀਆਂ ਫਾਈਲਾਂ ਜਿਹੜੀਆਂ ਨੇ, ਪੁਰਾਣੀਆਂ ਫਾਈਲਾਂ, ਉਹ ਤੇ ਕਹਿੰਦੇ ਆ ਕਿ ਉਹ ਖੁਦ ਪਟਵਾਰੀ ਵੀ ਨਹੀਂ ਲੱਭ ਸਕਦੇ। ਤੇ ਰੇਲਵੇ ਦਾ ਪੁਰਾਣਾ ਰਿਕਾਰਡ ਹੀ ਹੋਏਗਾ ਨਾ ਸਾਰਾ, ਜਿਹੜਾ ਤੁਸੀਂ ਲੱਭ ਕੇ ਜ਼ਮੀਨਾਂ ਜਿਹੜੀਆਂ ਉਹ ਲਿਆਂਦੀਆਂ। ਤੇ ਤੁਸੀਂ ਕੋਈ ਆਪਣਾ ਕਿੱਸਾ ਤੁਹਾਡਾ ਰੈਵਨਿਊ ਵਾਲਿਆਂ ਨਾਲ ਵਾਹ ਪਿਆ ਹੋਊਗਾ ਜਦੋਂ, ਉਹ ਕੋਈ ਸਾਂਝਾ ਕਰਨਾ ਚਾਹੋਗੇ? ਬੜੇ ਕਿੱਸੇ ਰੈਵਨਿਊ ਦੀ ਬਾਤ ਆਈ ਸੀਗਾ ਵੀ ਪਹਿਲਾਂ ਵੀ ਜਦੋਂ ਜਾਂਦੇ ਸੀਗੇ ਉੱਥੋਂ ਤਾਂ ਸਾਨੂੰ ਤਾਂ ਪਹਿਲਾਂ ਇਹ ਨਹੀਂ ਪਤਾ ਲੱਗਦਾ ਸੀ ਪਟਵਾਰੀ ਕੌਣ ਹੈ, ਕਿਉਂਕਿ ਹਰ ਇੱਕ ਤੇ ਪਟਵਾਰਖਾਨੇ ਦੇ ਵਿੱਚ ਬੰਦੇ ਰੱਖੇ ਹੋਏ ਨੀਚੇ, ਦੋ ਬੰਦੇ, ਇੱਕ ਬੰਦਾ, ਤਿੰਨ ਬੰਦੇ ਰੱਖੇ। ਹਰ ਇੱਕ ਪਟਵਾਰਖਾਨੇ ਦੇ ਵਿੱਚ ਪਟਵਾਰੀਆਂ ਨੇ ਨਿੱਜੀ ਬੰਦੇ ਰੱਖੇ ਹੋਏ ਆ ਪੰਜਾਬ ਦੇ ਵਿੱਚ। ਇਹ ਤਾਂ ਆਪ ਸਟੇਟ ਗਵਰਨਮੈਂਟ ਕਹਿੰਦੀ ਹੈ ਵੀ ਜਿਵੇਂ, ਕਿਉਂਕਿ ਕਾਰਨ ਕੀ ਹੈ ਉਹਨਾਂ ਦੀ ਪਲੀ ਹੈ ਵੀ ਸਾਡੇ ਕੋਲ ਵਰਕਲੋਡ ਬਹੁਤ ਜ਼ਿਆਦਾ, ਸਾਡੇ ਕੋਲ ਕੰਮ ਨਹੀਂ ਹੁੰਦਾ, ਸਰਕਾਰ ਸਾਨੂੰ ਕਹਿੰਦੀ, ਇਸ ਕਰਕੇ ਸਾਨੂੰ ਨਿੱਜੀ ਬੰਦਾ ਰੱਖਣਾ ਪੈਂਦਾ। ਉਹਦੇ ਵਿੱਚ ਫਿਰ ਪਟਵਾਰੀ ਦੇ ਦਫ਼ਤਰ ਦੇ ਜਿੰਨੀਆਂ ਨਾ ਦੇਖੋ, ਉਹਨਾਂ ਦੇ ਜਿਹੜੇ ਰਿਕਾਰਡ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਮਤਲਬ ਡੈਫੀਸ਼ੀਐਂਸੀਜ਼ ਹੈਗੀਆਂ, ਉਹ ਮਿਲਦੇ ਘੱਟ ਹੈ। ਫਿਰ ਜਿੰਨੀ ਉਹ ਡਿਪਾਰਟਮੈਂਟ ਦੇ ਵਿੱਚ ਜਿਹੜਾ ਮਤਲਬ ਕਿ ਕਰਪਸ਼ਨ ਲਈ ਮਸ਼ਹੂਰ ਡਿਪਾਰਟਮੈਂਟ ਹੈਗੇ ਇਹ, ਉਹ ਜਿੰਨੀਆਂ ਮਤਲਬ ਕਿ ਕੋਈ ਵੀ ਬੰਦਾ ਜਾਂਦਾ ਜਲਦੀ ਡੀਲਿੰਗ ਨਹੀਂ ਹੈਗੀ। ਉਹ ਫਿਰ ਮੈਂ ਆਪ ਖੁਦ ਪਹਿਲਾਂ ਰੈਵਨਿਊ ਦਾ ਸਾਰਾ ਪੜ੍ਹਿਆ, ਸਟੱਡੀ ਕੀਤਾ, ਕੁਛ ਮੈਂ ਉਰਦੂ ਦੇ ਸ਼ਬਦ ਸਿੱਖੇ ਤਾਂ ਜੋ ਆਪ ਕੋਈ ਰੈਵਨਿਊ ਰਿਕਾਰਡ ਪੜ੍ਹ ਕੇ ਮੈਂ ਉਹ ਖਾਸਾ। ਫਿਰ ਅਸੀਂ ਈਵਨ ਕਿ ਜਿਹੜਾ ਸਾਡੇ ਪਟਵਾਰਖਾਨਾ ਹੈਗਾ ਜਿੱਥੇ ਪਟਵਾਰੀਆਂ ਨੂੰ ਟ੍ਰੇਨਿੰਗ ਹੁੰਦੀ ਹੈ, ਆਪਣੇ ਜਲੰਧਰ ਦੇ ਵਿੱਚ ਕਪੂਰਥਲਾ ਚੌਂਕ 'ਚ, ਉੱਥੇ ਵੀ ਸੀਗੇ, ਉਹਨਾਂ ਦੇ ਪ੍ਰੋਫੈਸਰਾਂ ਟੀਚਰਾਂ ਨੂੰ ਵੀ ਮਿਲ ਗਏ, ਉਹਨਾਂ ਤੋਂ ਵੀ ਅਸੀਂ ਰੈਵਨਿਊ ਡਿਪਾਰਟਮੈਂਟ ਬਾਰੇ ਸਿਖਲਾਈ ਲਿੱਤੀ, ਸਿੱਖਿਆ। ਉਹ ਮੈਂ ਫਿਰ ਵੇਰੀਅਸ ਤਰ੍ਹਾਂ ਦਾ ਅਡਰ ਸਟੇਟਸ ਦਾ ਵੀ ਮੈਂ ਪੜ੍ਹਿਆ ਵੀ ਉਹ ਕੀ ਰੈਵਨਿਊ ਸਿਸਟਮ ਹੈ। ਫਿਰ ਜਦੋਂ ਮੈਂ ਉਹ ਪੜ੍ਹ ਲਿਆ ਸਾਰਾ, ਫਿਰ ਪਟਵਾਰੀ ਮਤਲਬ ਕਿ ਸਾਨੂੰ ਉਹ ਨਹੀਂ ਕਰ ਸਕਦਾ ਸੀ ਮੈਨੂੰ, ਮਤਲਬ ਕਿ ਵੀ ਯਾਰ ਇਹ ਜਿਹੜੀ ਚੀਜ਼ਾਂ ਹੈਗੀਆਂ ਵੀ ਐ ਹੋਊਗਾ ਐ ਹੋਊਗਾ, ਕਿਉਂਕਿ ਮੈਨੂੰ ਵੀ ਨੌਲੇਜ ਹੋ ਗਈ ਸੀ ਪਟਵਾਰੀਆਂ ਦੇ, ਉਹਦੀ ਮੈਂ ਵੀ ਉਹਨੂੰ ਦਿਖਾ ਦਿੰਦਾ ਸੀ ਇੱਕ। ਇਸ ਕਰਕੇ ਫਿਰ ਮੈਂ ਕਾਫੀ ਚੀਜ਼ਾਂ ਲੱਭਣ 'ਚ ਵੀ ਤਾਂ ਵੀ ਕਾਮਯਾਬ ਹੋ ਗਿਆ ਕਿ ਮੈਂ ਸਭ ਤੋਂ ਪਹਿਲਾਂ ਪਟਵਾਰੀਆਂ ਦਾ ਖੁਦ ਦਾ ਰੈਵਨਿਊ ਸਿਸਟਮ ਜਿਹੜਾ ਹੈਗਾ ਉਹ ਸਾਰਾ ਸਟੱਡੀ ਕੀਤਾ। ਉਹਨਾਂ ਜਿਹੜਾ ਉਹਨੂੰ ਪੜ੍ਹਾਇਆ ਜਾਂਦਾ, ਉਹਨਾਂ ਦੇ ਨੋਟਸ ਲਿਆਂਦੇ, ਮੈਂ ਉਹ ਖੁਦ ਪੜ੍ਹੇ। ਕੁਛ ਜਿਹੜੇ ਉਰਦੂ ਦੇ ਸ਼ਬਦ ਸੀਗੇ ਜਿਹੜੇ ਆਮ ਯੂਜ਼ ਕੀਤੇ ਜਾਂਦੇ ਸੀ, ਉਹ ਮੈਂ ਸਿੱਖੇ ਉਸ ਵੇਲੇ। ਠੀਕ ਹੈ ਨਾ। ਉਹ ਸਾਰੇ ਸਿੱਖਣ ਤੋਂ ਬਾਅਦ ਜਾ ਕੇ ਮੈਂ ਰੈਵਨਿਊ ਰਿਕਾਰਡ ਨੂੰ ਦੇਖ ਸਕਿਆ ਜਾਂ ਪਤਾ ਲੱਗਿਆ ਮੈਨੂੰ। ਉਸ ਤੋਂ ਬਾਅਦ ਅਸੀਂ ਕਾਫੀ ਜ਼ਮੀਨਾਂ ਜਿਹੜੇ ਰੈਵਨਿਊ ਰਿਕਾਰਡ ਸਾਡੀਆਂ ਸੀਗੀਆਂ ਲੱਭਣ 'ਚ ਅਸੀਂ ਕਾਮਯਾਬ ਹੋਏ ਸੀਗੇ। ਈਵਨ ਕਿ ਅਸੀਂ ਸੈਮੀਨਾਰ ਵੀ ਕਰਵਾਏ ਸੀ ਸਾਡੇ ਰੇਲਵੇ ਦੇ, ਤਾਂ ਜੋ ਹੋਰਾਂ ਸਾਡੇ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਟ੍ਰੇਨਿੰਗ ਹੋਵੇ ਵੀ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਕਿਸ ਤਰ੍ਹਾਂ ਦੀ ਟਰਮ ਯੂਜ਼ ਕਰਦੇ ਆ, ਕਿਸ ਤਰ੍ਹਾਂ ਦੇ ਰੂਲ ਰੈਗੂਲੇਸ਼ਨ ਆ, ਉਹ ਵੀ ਅਸੀਂ ਕਰਦੇ ਨੇ। ਰਕੇਸ਼ ਕੁਮਾਰ ਜੀ, ਜਿਹੜੀਆਂ ਜ਼ਮੀਨਾਂ ਫਿਰ ਤੁਸੀਂ ਲੱਭ ਲੀਆਂ ਤੇ ਜਿਹੜੇ ਲੋਕ ਪੁਰਾਣੇ ਉਹਨਾਂ ਜ਼ਮੀਨਾਂ ਤੇ ਕਾਬਜ਼ ਹੋਏ ਹੋਣਗੇ, ਜਿਨ੍ਹਾਂ ਨੇ ਉਹਦਾ ਮਤਲਬ ਜਿਹੜੇ ਰੈਂਟ ਸੀਗੇ ਉਹ ਵੀ ਨਹੀਂ ਦਿੱਤੇ ਹੋਣਗੇ, ਤੇ ਜਦੋਂ ਫਿਰ ਯਕਦਮ ਤੁਹਾਡੇ ਲੱਭਣ ਤੋਂ ਬਾਅਦ ਇਹ ਪਤਾ ਲੱਗ ਗਿਆ ਕਿ ਇਹਨਾਂ ਵੱਲ ਇੰਨੇ ਬਕਾਏ ਖੜੇ ਆ ਤੇ ਇਹਨਾਂ ਲੋਕਾਂ ਨੇ ਰਿਵਾਈਜ਼ ਹੀ ਨਹੀਂ ਕਦੀ ਕੀਤਾ ਜਾਂ ਇਹਨਾਂ ਨੂੰ ਬਿੱਲ ਹੀ ਨਹੀਂ ਭੇਜੇ ਗਏ,
ਤੇ ਫਿਰ ਸਾਡੇ ਦੇਸ਼ 'ਚ ਇੱਕ ਹੋਰ ਵੀ ਸਿਸਟਮ ਹੈ ਨਾ ਸਿਵਲ ਕੋਰਟ ਵਾਲਾ, ਲੋਕ ਉਧਰ ਨੂੰ ਤੁਰ ਪੈਂਦੇ ਨੇ ਤੇ ਉਹ ਫਿਰ ਇੱਕ ਬੜਾ ਝੰਜਟ ਵਾਲਾ ਮਸਲਾ ਹੁੰਦਾ। ਉਹਨੂੰ ਫਿਰ ਤੁਸੀਂ ਕਿੱਦਾਂ ਸਰ ਕੀਤਾ ਕਿ ਰੇਲਵੇ ਦੀ ਇੰਨੀ ਇਨਕਮ ਜਿਹੜੀ ਆ ਵਧੀ? ਉਹਦੇ ਵਿੱਚ ਅਸੀਂ ਐਂ ਕਰ ਲਿਆ ਨਾ, ਜਿਵੇਂ ਸਾਡੇ ਕੋਲ ਜਿਵੇਂ 50 ਕੇਸ ਅਸੀਂ ਆਇਡੈਂਟੀਫਾਈ ਕਰ ਲਏ, 50 ਦੇ ਵਿੱਚੋਂ ਅਸੀਂ ਐਂ ਕੀਤਾ ਵੀ ਜਿਹੜੇ ਪਹਿਲਾਂ ਪੇਮੈਂਟ ਹੋ ਸਕਦੀ ਹੈ, ਪਹਿਲਾਂ ਜਿਵੇਂ ਸਰਕਾਰੀ ਡਿਪਾਰਟਮੈਂਟ ਹੈਗੇ ਉਹ 'ਚ ਆਇਡੈਂਟੀਫਾਈ ਕਰ ਲਿਆ ਵੀ ਕਿਸ ਪਰਪਸ ਲਈ ਦਿੱਤੇ, ਪਹਿਲਾਂ ਉਹਨਾਂ ਨੂੰ ਚੇਂਜ ਕੀਤਾ। ਹਾਂਜੀ, ਜਿਹੜੇ ਸਾਨੂੰ ਐ ਲੱਗੇ ਵੀ ਜਿਹੜੇ ਮਿਡਲ ਤਰ੍ਹਾਂ ਦੀ ਡੈਫੀਸ਼ੀਐਂਸੀ ਵਾਲੇ ਉਹਨਾਂ ਨੂੰ ਵਿਚਾਲੇ ਛੱਡਤਾ। ਇੱਕ ਕੁਝ ਕੇਸ ਇਹੋ ਜਿਹੇ ਆਇਡੈਂਟੀਫਾਈ ਕਰ ਲਏ ਵੀ ਇਹਨੂੰ ਕਾਫੀ ਟਾਈਮ ਲੱਗੂਗਾ, ਉਹ ਅਸੀਂ ਬਿਲਕੁਲ ਪਿੱਛੇ ਲੈ ਗਏ। ਸਭ ਤੋਂ ਪਹਿਲਾਂ ਜਿੱਥੇ ਸਾਨੂੰ ਪਤਾ ਸੀਗਾ ਵੀ ਜੇ ਅਸੀਂ ਅੱਜ ਇਹਨਾਂ ਨੂੰ ਮਾੜਾ ਜਿਹਾ ਚੈੱਕ ਲਾ ਦਾਂਗੇ ਇਹਨਾਂ ਦਾ ਕੰਮ ਰੁਕ ਜੂਗਾ ਵੀ ਪੈਸੇ ਭੱਜ ਕੇ ਦੇਣਗੇ, ਪਹਿਲਾਂ ਉਹਨਾਂ ਤੇ ਅਸੀਂ ਉਹਨਾਂ ਦੇ 15 ਕੇਸ ਆਇਡੈਂਟੀਫਾਈ ਕਰ ਲਏ 50 ਚੋਂ, ਉਹਨਾਂ ਨੂੰ ਅਸੀਂ ਚੇਂਜ ਕਰਕੇ 15 ਦੇ ਰਿਕਵਰ ਕਰਵਾਤੇ। ਠੀਕ ਹੈ ਨਾ, ਫਿਰ ਸੈਕਿੰਡ ਵਾਲੇ ਉਹਦੀ ਡੈਫੀਸ਼ੀਐਂਸੀ ਲੱਭ ਕੇ ਉਹ ਕਵਰ ਕੀਤੇ। ਐਂ ਕਰਦੇ ਕਰਦੇ ਸਾਨੂੰ 3-4 ਸਾਲ ਲੱਗ ਗਏ, ਮਤਲਬ 8 ਸਾਲ ਵਾਂਗੂ ਦੇ ਕਰੀਬ ਲੱਗ ਗਏ ਸਾਨੂੰ ਪੂਰੀ ਟੋਟਲ ਰੂਪ ਦੇ ਵਿੱਚ ਆਲਮੋਸਟ ਅਸੀਂ ਰਿਕਵਰ ਕਰਾਉਣ ਦੇ ਵਿੱਚ ਜੀ। ਫਿਰ ਅਸੀਂ ਕੋਰਸਪੋਂਡੈਂਸ ਕਰਦੇ, ਅਧਿਕਾਰੀਆਂ ਨੂੰ ਪਰਸਨਲ ਮਿਲ ਕੇ ਆਉਂਦੇ, ਉਹਨਾਂ ਨੂੰ ਗੱਲ ਕਰਕੇ ਆਉਂਦੇ, ਆਪ ਜਾ ਕੇ ਫੀਲਡ 'ਚ ਜਾ ਕੇ ਆਉਂਦੇ ਰਹੇ, ਉਹਨਾਂ ਨੂੰ ਜਿਨ੍ਹਾਂ ਕੋਲ ਸਾਡੀਆਂ ਜ਼ਮੀਨਾਂ ਸੀਗੀਆਂ ਆਪ ਮਿਲਦੇ ਰਹੇ, ਅਸੀਂ ਆਪ ਜਾ ਕੇ ਪਰਸਨਲੀ। ਅੱਛਾ, ਜਿਹੜੀਆਂ ਕਿਤਾਬਾਂ ਤੁਸੀਂ ਬਾਕੀ ਲਿਖੀਆਂ ਉਹਨਾਂ ਦਾ ਤੇ ਆਪਾਂ ਜ਼ਿਕਰ ਕਰਾਂਗੇ ਅਗਲੀ ਵਾਰ। ਜਿਹੜੀਆਂ ਰੇਲਵੇ ਤੇ ਤੁਸੀਂ ਕਹਿੰਦੇ ਹੋ ਕਿ 3 ਕਿਤਾਬਾਂ ਲਿਖੀਆਂ, ਉਹ ਕਿਤਾਬਾਂ ਦੀ ਜਿਹੜਾ ਪ੍ਰਕਾਸ਼ਕ ਸੀ ਉਹ ਕੌਣ ਸੀ? ਤੁਸੀਂ ਨਿੱਜੀ ਤੌਰ ਤੇ ਉਹਨਾਂ ਨੂੰ ਪ੍ਰਿੰਟ ਕਰਾਇਆ ਜਾਂ ਰੇਲਵੇ ਬੋਰਡ ਨੇ ਤੁਹਾਡੀ ਕੋਈ ਸਹਾਇਤਾ ਕੀਤੀ? ਜੇ ਉਹਨਾਂ ਨੇ ਓਨ ਕਰ ਲਿਆ ਉਹ ਸਾਰਾ ਕੁਝ ਤੇ ਫਿਰ ਤਾਂ ਮੇਰੇ ਖਿਆਲ ਉਹਦੀ ਸਰਕੂਲੇਸ਼ਨ ਦਾ ਜ਼ਿੰਮਾ, ਉਹ ਕਿਤਾਬਾਂ ਨੂੰ ਛਾਪਣ ਦਾ ਜ਼ਿੰਮਾ ਸਾਰਾ ਰੇਲਵੇ ਬੋਰਡ ਤੇ ਆ ਗਿਆ ਹੋਵੇਗਾ। ਨਹੀਂ, ਉਹਦੇ ਵਿੱਚ ਇਸ ਤਰ੍ਹਾਂ ਹੋਇਆ ਨਾ ਕਿ ਜਦੋਂ ਮੈਂ ਪਹਿਲੀ ਕਿਤਾਬ ਲਿਖੀ ਛਪਾਉਣਾ ਮੈਂ ਚਾਹੁੰਦਾ ਸੀ ਰੇਲਵੇ ਬੋਰਡ ਤੇ ਛਪਾਈ ਜਾਵੇ। ਜਦੋਂ ਮੈਂ ਲੈ ਕੇ ਗਿਆ ਤਾਂ ਉੱਥੇ ਫਿਰ ਮੈਂ ਜਦੋਂ ਸਾਡੇ ਜਿਹੜੇ ਬੌਸ ਨੇ ਉੱਥੇ ਕੋਈ ਸਾਡੇ ਉੱਪਰ ਦਿੱਲੀ ਉਹਨਾਂ ਨੇ ਜਿਹੜੇ ਚੀਫ ਇੰਜੀਨੀਅਰ ਸੀ ਉਹਨਾਂ ਕੋਲ ਭੇਜਿਆ ਤਾਂ ਉਹਨਾਂ ਨੇ ਰੇਲਵੇ ਬੋਰਡ ਜਾਣਾ ਸੀਗਾ। ਉਹ ਫਿਰ ਮੈਨੂੰ ਕਹਿਣ ਲੱਗੇ ਵੀ ਇਸ ਤਰ੍ਹਾਂ ਤੂੰ ਕਰੇਂਗਾ ਤਾਂ ਮਤਲਬ ਕਿ ਰੇਲਵੇ ਬੋਰਡ ਨੇ ਤਾਂ ਜਿਹੜਾ ਸਿਸਟਮ ਹੈਗਾ ਆਪਣੇ, ਇਹਨਾਂ ਨੇ ਤਾਂ ਕਮੇਟੀ ਬਣਾ ਲੈਣੀ ਇੱਕ, ਵੀ ਤੂੰ ਕਮੇਟੀ ਦੇ ਮਗਰ ਫਿਰਦਾ ਰਹੇਂਗਾ, ਵੀ ਜੇ ਕਮੇਟੀ ਤੇ ਫਿਰਦਾ ਰਹੇਂਗਾ ਤੇਰੀ ਟੈਕਨੀਕਲ ਬੁੱਕਾਂ ਰੋਜ਼ ਨਵੇਂ ਸਰਕੂਲਰ ਆਈ ਜਾਂਦੇ, ਇਹਦੀ ਟੈਕਨੀਕਲ ਬੁੱਕ ਦੀ ਵੈਲਿਊ ਆ ਕਿਸੇ ਹੋਰ ਨੇ ਆਪਣੇ ਨਾਂ ਤੇ ਛਪਵਾ ਜਾਣੀ, ਤੈਨੂੰ ਪਤਾ ਨਹੀਂ ਲੱਗਣਾ ਹੈਗਾ। ਹਾਂ ਬਿਲਕੁਲ। ਉਹ ਫਿਰ ਮੈਨੂੰ ਫਿਰ ਐਂ ਲੱਗਿਆ ਵੀ ਯਾਰ ਇਹ ਤਾਂ ਕੰਮ ਗੜਬੜ ਹੋ ਸਕਦਾ। ਫਿਰ ਮੈਂ ਕੀ ਕੀਤਾ, ਉਦੋਂ ਮੈਨੂੰ ਪਬਲਿਸ਼ਿੰਗ ਕਰਾਉਣ ਦਾ ਪਹਿਲਾਂ ਐਕਸਪੀਰੀਅੰਸ ਵੀ ਨਹੀਂ ਸੀਗਾ। ਉਦੋਂ ਮੈਂ ਪਹਿਲਾਂ ਇਹ ਚਾਹੁੰਦਾ ਸੀ ਵੀ ਦਿੱਲੀ ਤੋਂ ਛਪਾਈ ਜਾਵੇ ਕੋਈ ਨਾ ਕੋਈ, ਦਿੱਲੀ ਹੈੱਡਕੁਆਟਰ ਇੰਡੀਆ ਲੈਵਲ ਦੀ ਕਿਤਾਬ ਹੈ ਮੇਰੀ, ਦਿੱਲੀ ਪਬਲਿਸ਼ਰ ਹੋਏਗਾ ਤਾਂ ਉੱਥੋਂ ਚਲੋ ਵੱਧ ਲੋਕਾਂ ਤੱਕ ਪਹੁੰਚੂਗੀ। ਉਹ ਫਿਰ ਮੈਂ ਦਿੱਲੀ ਵੀ ਕਈ ਪਬਲਿਸ਼ਰਾਂ ਕੋਲ ਗਿਆ, ਕੋਈ ਵੀ ਬੰਦਾ ਮੇਰੀ ਕਿਤਾਬ ਛਾਪਣ ਨੂੰ ਤਿਆਰ ਨਹੀਂ ਹੋਇਆ। ਹਾਂਜੀ। ਫਿਰ ਮੈਂ ਇੱਕ ਕੰਮ ਹੋਰ ਲੱਭਿਆ, ਫਿਰ ਅਸੀਂ ਇੱਕ ਕੰਮ ਇਹ ਕੀਤਾ, ਮੈਨੂੰ ਇਹ ਦਿਮਾਗ 'ਚ ਆ ਗਿਆ ਪੜ੍ਹਨ ਲਿਖਣ ਕਰਕੇ ਵੀ ਆਪਾਂ ਇੱਕ ਬਰੋਸ਼ਰ ਵੀ ਨਾਲ ਛਪਵਾਉਂਦੇ ਹਾਂ। ਫਿਰ ਮੈਂ ਇੱਥੋਂ ਚੰਡੀਗੜ੍ਹ ਤੋਂ ਕਿਤਾਬ ਛਪਵਾਈ, ਜਲੰਧਰ ਤੋਂ ਕਿਤਾਬ ਛਪਾਈ, ਚੰਡੀਗੜ੍ਹ ਤੋਂ ਪਬਲਿਸ਼ ਹੋਈ ਸੀ ਕਿਤਾਬ। ਫਿਰ ਮੈਂ ਕੀ ਕੀਤਾ, ਬਰੋਸ਼ਰ ਛਪਾਈ ਇੱਕ, ਉਹ ਫਿਰ ਰੇਲਵੇ ਲੈਂਡ ਵਾਲੇ ਉਹ ਬਰੋਸ਼ਰ ਮੈਂ ਕਿਤਾਬ ਦੀ ਥੋੜੀ ਜਿਹੀ ਬਰੀਫਿੰਗ ਕਰਕੇ ਸਾਰੇ ਭਾਰਤ ਦੇ ਵਿੱਚ ਜਿੰਨੇ DRM ਸੀ, ਜਿੰਨੇ ਸਾਡੇ ਹੋਰ ਉੱਪਰ ਲੈਵਲ ਦੇ ਬੰਦੇ ਸੀਗੇ, ਪ੍ਰਿੰਸੀਪਲ ਚੀਫ, GM ਲੈਵਲ ਦੇ ਬੰਦੇ, ਰੇਲਵੇ ਬੋਰਡ ਨੂੰ ਬਰੋਸ਼ਰ ਭੇਜੇ ਮੈਂ ਪਹਿਲਾਂ। ਅੱਛਾ ਜੀ। ਉਹ ਜਦੋਂ ਬਰੋਸ਼ਰ ਮੇਰੇ ਸਾਰੇ ਭਾਰਤ ਦੇ ਵਿੱਚ ਕਿ ਦਵਾ ਮੈਨੂੰ ਆਰਡਰ ਆਣੇ ਸ਼ੁਰੂ ਹੋ ਗਏ, ਕਿਸੇ ਨੇ ਕਿਹਾ ਸਾਨੂੰ 25 ਕਿਤਾਬਾਂ ਭੇਜ ਦੇ, ਕਿਸੇ ਨੇ 20 ਭੇਜ ਦੇ, ਬਹੁਤ ਜਲਦੀ ਮੇਰੀਆਂ ਸਾਰੀਆਂ ਕਿਤਾਬਾਂ, ਉਦੋਂ ਮੈਂ 500 ਕਿਤਾਬ ਛਪਾਈ ਸੀ, ਉਹਦੀ ਵਿਕ ਗਈ। ਅੱਛਾ ਜੀ। ਤੇ ਸਾਰੀ ਮੈਨੂੰ ਪੇਮੈਂਟ ਉਸੇ ਵੇਲੇ ਆ ਗਈ। ਕੁਝ ਰੇਲਵੇ ਦੇ ਅਧਿਕਾਰੀਆਂ ਨੂੰ ਮੈਂ ਪਰਸਨਲ ਇੱਕ ਦੋ ਨੂੰ ਮੈਂ ਜਾ ਕੇ ਦੇ ਆਇਆ ਸੀਗਾ, ਉਹਨਾਂ ਨੇ ਜਦੋਂ ਕਿਤਾਬ ਦੇਖ ਲਈ ਜਿਹੜਾ ਸਾਡਾ ਲੈਂਡ ਡਿਪਾਰਟਮੈਂਟ ਇੰਡੀਆ ਦਾ, ਉਹ ਦੇਖ ਕੇ ਉਹਨਾਂ ਨੂੰ ਪਤਾ ਹੀ ਸੀਗਾ ਵੀ ਇਹ ਤਾਂ ਬਹੁਤ ਇੰਪੋਰਟੈਂਟ ਕਿਤਾਬ ਹੈ। ਤੇ ਬਸ ਫਿਰ ਉਹਨਾਂ ਨੇ ਤਾਂ ਚਲੋ ਆਪ ਫਿਰ ਉਹਨਾਂ ਨੂੰ ਮੈਂ 2-3 ਨੂੰ ਮਿਲ ਕੇ ਆ ਕੇ ਦੇ ਆਇਆ ਤੇ ਬਸ ਉਹਨਾਂ ਨੇ ਫਿਰ ਅੱਗੇ ਦੇ ਕੇ ਉਹਨਾਂ ਨੇ ਰეკਮੈਂਡ ਕਰ ਦਿੱਤੀ। ਇਨ ਦੀ ਮੇਨ ਟਾਈਮ ਮੈਂ ਜਦੋਂ ਬਰੋਸ਼ਰ ਮੇਰੇ ਇੰਸਟੀਚਿਊਟ ਸਾਰੇ ਪਹੁੰਚ ਕੇ ਪੂਰੇ ਇੰਡੀਆ ਦੇ ਵਿੱਚ, ਉਹ ਮੈਂ ਫਿਰ ਟੈਲੀਫੋਨ ਡਾਇਰੈਕਟਰੀਆਂ ਲੱਭੀਆਂ ਰੇਲਵੇ ਦੀਆਂ, ਉਹ ਤੋਂ ਸਾਰੇ ਅਫਸਰਾਂ ਦੇ ਨੰਬਰ ਵਗੈਰਾ ਉਹ ਕਰਕੇ ਡਿਵੀਜ਼ਨਾਂ ਦੇ ਨਾਂ ਲੱਭੇ, ਡਿਵੀਜ਼ਨਲ ਹੈੱਡਕੁਆਟਰ ਦੇ ਆਫਿਸ ਲੱਭੇ, ਉਹਨਾਂ ਦੇ ਪਿੰਨ ਕੋਡ ਨੰਬਰ ਲੱਭੇ, ਉਹ ਸਾਰਾ ਸਟੱਡੀ ਕੰਮ ਕੀਤਾ। ਉਹ ਜਦੋਂ ਮੈਂ ਭੇਜੇ ਫਿਰ ਸਾਰਿਆਂ ਨੂੰ ਪਤਾ ਲੱਗਿਆ ਵੀ ਕਿਤਾਬ ਹੈ ਕਿ ਨਹੀਂ, ਤਾਂ ਮੈਨੂੰ ਪਤਾ ਸੀ ਕਿਤਾਬ ਮੈਂ ਜਾਊਗੀ ਕਿ ਮੈਂ ਇੰਡੀਆ ਐਡਾ ਵੱਡਾ, ਕਿਤੇ ਕੇਰਲਾ, ਕਿਤੇ ਗੁਜਰਾਤ ਪਿਆ, ਕਿਤੇ ਕੁਛ ਉੜੀਸਾ ਪਿਆ। ਉਹ ਫਿਰ ਜਦੋਂ ਮੇਰੀ ਕਿਤਾਬ ਦਾ ਬਰੋਸ਼ਰ ਪਹੁੰਚੇ, ਲੋਕਾਂ ਨੇ ਬਰੋਸ਼ਰ ਪੜ੍ਹ ਕੇ ਕਿਤਾਬ ਦੀ ਕੋਈ ਲੈਂਡ ਬਾਰੇ ਇੰਡੀਆ 'ਚ ਕੋਈ ਕਿਤਾਬ ਹੀ ਨਹੀਂ ਹੈਗੀ, ਰੇਲਵੇ ਕੋਲ ਕੋਈ ਕਿਤਾਬ ਨਹੀਂ ਹੈਗੀ। ਜਦੋਂ ਮੇਰੀ ਕਿਤਾਬ ਗਈ ਜਾ ਕੇ ਮੈਂ ਦੱਸਿਆ, ਬਸ ਫਿਰ ਉਹ ਮੇਰੀ ਕਿਤਾਬ ਸਾਰੀ ਵਿਕ ਗਈ। ਬਸ ਉਦੋਂ ਫਿਰ ਮੈਨੂੰ ਵਾਲਾ ਕੁਝ ਨਹੀਂ ਕਰਨਾ ਪਿਆ। ਉਹ ਮੇਰੀ ਕਿਤਾਬ ਜਦੋਂ ਆਰਡਰ ਆਈ ਗਈ, ਮੈਂ ਸਾਰਿਆਂ ਨੂੰ ਕਿਤਾਬਾਂ ਭੇਜਤੀਆਂ, ਸਾਰੇ ਭਾਰਤ 'ਚ ਮੇਰੀ ਕਿਤਾਬ ਬਹੁਤ ਜਲਦੀ ਪਹੁੰਚ ਗਈ। ਰਕੇਸ਼ ਜੀ, ਇਹ ਜਿਹੜੀ ਕਿਤਾਬ ਸੀ ਇਹ ਫਿਰ ਇਹਦਾ ਇੰਗਲਿਸ਼ ਵਿੱਚ ਲਿਖੀ ਗਈ ਸੀ ਜਾਂ ਹਿੰਦੀ 'ਚ, ਕਿ ਸਾਰੇ ਹਿੰਦੁਸਤਾਨ 'ਚ ਲੋਕ ਪੜ੍ਹ ਸਕਣੇ? ਪਹਿਲੀ ਕਿਤਾਬ ਤਾਂ ਇੰਗਲਿਸ਼ 'ਚ ਲਿਖੀ ਗਈ ਸੀ ਜੀ, ਜਿਹੜੀ ਸਭ ਤੋਂ ਪਹਿਲਾਂ ਕਿਤਾਬ ਇੰਗਲਿਸ਼ 'ਚ ਗਈ ਸੀ। ਫਿਰ ਉਹਦੇ ਵਿੱਚ ਮੈਨੂੰ ਕਈ ਯੂਪੀ ਸਾਈਡ ਦੇ ਜਿਹੜੇ ਸਾਨੂੰ ਰੇਲਵੇ ਜਿਵੇਂ ਯੂਪੀ ਸਾਈਡ ਲੋਕ ਹੈਗੇ, ਕੁਝ ਬਿਹਾਰ ਦਾ ਏਰੀਆ ਹੈਗਾ, ਰਾਜਸਥਾਨ ਦਾ, ਉਹਨਾਂ ਨੇ ਕਿਹਾ ਵੀ ਤੁਸੀਂ ਹਿੰਦੀ 'ਚ ਲਿਖੋ, ਵੀ ਸਾਨੂੰ ਇਹਦਾ ਸਮਝ ਨਹੀਂ ਆ ਰਹੀ ਸਾਡੇ ਬੰਦਿਆਂ ਨੂੰ। ਫਿਰ ਮੈਂ ਬਾਅਦ ਦੇ ਵਿੱਚ ਇੱਕ ਹਿੰਦੀ 'ਚ ਕਿਤਾਬ ਲਿਖੀ ਸੀਗੀ, ਉਹਦਾ ਮੈਨੂੰ ਬਾਅਦ ਦੇ ਵਿੱਚ ਤਕਨੀਕੀ ਦਾ ਉਹਦਾ ਰੇਲਵੇ ਦਾ ਮਤਲਬ ਕਿ ਤਕਨੀਕੀ ਖੇਤਰ 'ਚ ਲਾਲ ਬਹਾਦਰ ਸ਼ਾਸਤਰੀ ਪਹਿਲਾ ਅਵਾਰਡ ਮਿਲਿਆ ਸੀਗਾ ਉਸ ਕਿਤਾਬ ਨੂੰ, ਤੇ ਉਹ ਫਿਰ ਮੈਂ ਹਿੰਦੀ 'ਚ ਲਿਖੀ ਸੀ ਜੀ ਦੂਜੀ ਕਿਤਾਬ। ਅੱਛਾ, ਖੁਦ ਹਿੰਦੀ 'ਚ ਲਿਖੀ, ਉਹਨੂੰ ਤੁਸੀਂ ਟ੍ਰਾਂਸਲੇਟ ਨਹੀਂ ਕੀਤਾ ਇੰਗਲਿਸ਼ ਵਾਲੀ ਨੂੰ, ਹੂਬਹੂ ਟ੍ਰਾਂਸਫਰ ਨਹੀਂ ਕੀਤਾ? ਉਹਦੇ ਵਿੱਚ ਇੰਪਰੂਵਮੈਂਟ ਕਰਤੀ ਨਾ, ਕੁਝ ਟ੍ਰਾਂਸਲੇਟ ਦਾ ਮਤਲਬ ਕਿ ਉਹਨੂੰ ਮਤਲਬ ਕਿ ਉਹਦਾ ਮੈਂ ਕੁਝ ਆਪ ਹੀ ਅਨੁਵਾਦ ਕੀਤਾ ਸੀਗਾ,
ਤੇ ਕੁਝ ਉਹਦੇ ਵਿੱਚ ਮਤਲਬ ਸੇਮ ਟੂ ਸੇਮ ਨਹੀਂ ਕੀਤਾ, ਉਹਦੇ ਵਿੱਚ ਕੁਝ ਹੋਰ ਇੰਪਰੂਵਮੈਂਟਾਂ ਕਰ ਦਿੰਦੀ ਮੇਨ ਟਾਈਮ, ਜਿਵੇਂ ਮੈਂ ਕੁਝ ਚੀਜ਼ਾਂ ਦੇਖੋ ਉਹ 'ਚ ਮੈਂ ਪਾਤੀਆਂ, ਕੁਝ ਚੈਪਟਰ ਹੋਰ ਨਵੇਂ ਐਡ ਕਰਕੇ, ਕੁਝ ਨਵੇਂ ਚੀਜ਼ਾਂ ਮੈਂ ਐਡ ਕਰਕੇ ਉਹਨੂੰ ਅਪਡੇਟਡ ਕਰਕੇ ਕਰਤਾ ਸੀਗਾ ਉਸ ਵੇਲੇ। ਉਹ ਵੀ ਕਾਫੀ ਚਰਚੇ ਤੋਂ ਹੀ ਰਹੇ। ਹਾਂਜੀ ਜੀ ਜੀ। ਤੇ ਰਕੇਸ਼ ਕੁਮਾਰ ਜੀ, ਚਲੋ ਬੁੱਕਸ ਜਿਹੜੀਆਂ ਤੁਹਾਡੀਆਂ ਤੁਸੀਂ ਕਿਹਾ 3 ਇਹਦੇ ਉੱਤੇ ਲਿਖੀਆਂ ਸੀਗੀਆਂ, ਤੇ ਉਸ ਤੋਂ ਬਾਅਦ ਤੁਸੀਂ ਦੂਜੇ ਪਾਸੇ ਆ ਗਏ, ਤੇ ਅੱਜ ਦਾ ਸਮਾਂ ਵੀ ਸਾਡਾ ਹੋ ਗਿਆ ਸਮਾਪਤ, ਤੇ ਮੈਂ ਤੁਹਾਡੇ ਨਾਲ ਬਾਅਦ ਵਿੱਚ ਪ੍ਰੋਗਰਾਮ ਤੋਂ ਗੱਲ ਕਰਕੇ ਆਪਾਂ ਅਗਲੀ ਗੱਲਬਾਤ ਦਾ ਕੋਈ ਜਿਹੜਾ ਟਾਈਮ ਹੈ ਤੁਹਾਡੇ ਕੋਲ ਕਨਵੀਨੀਅੰਟ ਜਿਹੜਾ ਹੋਏਗਾ ਉੱਤੇ ਗੱਲ ਕਰਾਂਗੇ। ਮੈਨੂੰ ਬੜਾ ਚੰਗਾ ਲੱਗਿਆ, ਇੱਕ ਨਵੇਕਲਾ ਜਿਹਾ ਪ੍ਰੋਗਰਾਮ ਸਮਝ ਲਓ ਕਿ ਰੇਲਵੇ ਬਾਰੇ ਕਦੀ ਇਸ ਤਰ੍ਹਾਂ ਮੈਨੂੰ ਨਹੀਂ ਲੱਗਦਾ ਕਿ ਸਾਡੇ ਇੱਥੇ ਘੱਟੋ ਘੱਟ ਮੈਂ ਨਹੀਂ ਕਦੀ ਸੁਣਿਆ ਕਿ ਟੀਵੀ ਕਿਸੇ ਤੇ ਇਦਾਂ ਦੀ ਗੱਲ ਹੋਈ ਹੋਵੇ। ਬੜਾ ਹੀ ਇੰਟਰਸਟਿੰਗ ਟੌਪਿਕ ਸੀ, ਤੁਹਾਡੀ ਲਾਈਫ ਦਾ ਇੱਕ ਵੱਖਰਾ ਤਜਰਬਾ, ਇੱਕ ਇੰਜੀਨੀਅਰ ਦਾ ਇਹੋ ਜਿਹੇ ਮਸਲਿਆਂ 'ਚ ਜਾ ਕੇ ਤੇ ਰੇਲਵੇ ਲਈ ਕੋਈ ਕੰਮ ਕਰਨਾ ਮੇਰੇ ਘੱਟੋ ਘੱਟ ਮੇਰੇ ਲਈ ਇੱਕ ਬੜਾ ਨਵਾਂ ਤਜਰਬਾ ਸੀਗਾ। ਸੋ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਆਪਾਂ ਹੋਰ ਗੱਲਾਂ ਬਾਤਾਂ ਵੀ ਕਰਾਂਗੇ ਜੀ, ਤੁਹਾਡੇ ਬਾਕੀ ਲਿਟਰੇਚਰ ਸਾਹਿਤ ਬਾਰੇ ਗੱਲਾਂ ਕਰਾਂਗੇ। ਸੋ ਬਹੁਤ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਅੱਜ ਲਈ, ਮੈਂ ਬਹੁਤ ਸ਼ੁਕਰੀਆ। ਮੇਰੇ ਨਾਲ ਕੁਝ ਪਾਕਿਸਤਾਨ ਤੋਂ ਦੋਸਤ ਜੁੜਨੇ ਨੇ ਤੇ ਸਮਾਂ ਉਹਨਾਂ ਦਾ ਵਾ ਅਗਲਾ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਰਕੇਸ਼ ਜੀ, ਬਹੁਤ ਧੰਨਵਾਦ। ਠੀਕ ਹੈ ਜੀ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਠੀਕ ਹੈ।